हाँ जी दोस्तों, गुरु स्टडी पॉइंट ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ। ਦੋਸਤੋ ਲੈ ਕੇ ਆਇਆ ਤੁਹਾਡੇ ਲਈ ਜੀਕੇ ਨਾਲ ਸੰਬੰਧਿਤ ਵੈਰੀ ਇੰਪੋਰਟੈਂਟ ਵਨ ਲਾਈਨਰ ਪ੍ਰਸ਼ਨਾਂ ਦੀ 1500 ਪ੍ਰਸ਼ਨ ਦੀ ਲੜੀ। ਸੋ ਵੀਡੀਓ ਨੂੰ ਅਖੀਰ ਤੱਕ ਦੇਖਿਓ, ਲਾਹੇਵੰਦ ਵੀਡੀਓ ਹੋਊਗੀ। ਸਾਰੀਆਂ ਪੋਸਟਾਂ ਦੇ ਲਈ ਲਾਹੇਵੰਦ ਵੀਡੀਓ। ਸ਼ੁਰੂ ਕਰਦੇ ਹਾਂ। ਪਹਿਲਾ ਪ੍ਰਸ਼ਨ, ਜੁੜੇ ਰਹੋ ਵੀਡੀਓ ਦੇ ਨਾਲ, ਸ਼ੇਅਰ ਕਰ ਦਿਓ। ਹਾਂਜੀ, ਭਾਰਤ ਦੇ ਕੁੱਲ ਖੇਤਰਫਲ ਦਾ ਕਿੰਨੇ ਪ੍ਰਤੀਸ਼ਤ ਰਕਬਾ ਬਿਜਾਈ ਹੇਠ ਹੈ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਦੋਸਤੋ। 46% ਰਕਬਾ ਜਿਹੜਾ ਇਹ ਬਿਜਾਈ ਹੇਠ ਹੈ ਜੀ। ਜੇਕਰ ਪੁੱਛ ਲਿਆ ਜਾਵੇ ਵੀ ਵਿਸ਼ਵ ਦੇ ਕੁੱਲ ਖੇਤਰਫਲ ਦਾ ਕਿੰਨੇ % ਹੈ, ਭਾਰਤ ਦਾ ਜਿਹੜਾ ਖੇਤਰਫਲ ਹੈਗਾ ਉਹ ਹੈ ਜੀ 2.4%। ਪੂਰੇ ਵਿਸ਼ਵ ਦਾ 2.4% ਹੈਗਾ ਭਾਰਤ ਦਾ ਟੋਟਲ ਖੇਤਰਫਲ। ਜੇ ਟੋਟਲ ਖੇਤਰਫਲ ਪੁੱਛ ਲਿਆ ਜਾਵੇ ਕਿੰਨਾ ਹੈ ਭਾਰਤ ਦਾ, ਤਾਂ 32 ਲੱਖ ਜੀ 87,263 ਵਰਗ ਕਿਲੋਮੀਟਰ। ਕਈ ਵਾਰ ਇਕਾਈ ਦੇ ਜਿਹੜੇ ਅੰਕ ਨੇ ਉਹਨਾਂ ਦੇ ਵਿੱਚ ਫਰਕ ਹੁੰਦਾ, ਕਿਉਂਕਿ NCERT ਦੀਆਂ ਕਿਤਾਬਾਂ ਅਤੇ ਪੰਜਾਬ ਬੋਰਡ ਦੀਆਂ ਕਿਤਾਬਾਂ 'ਚ ਕਈ ਵਾਰ ਮਾੜਾ ਮੋਟਾ ਫਰਕ ਲਿਖਿਆ ਹੁੰਦਾ। ਇਹ ਆਪਸ਼ਨ ਦੇ ਹਿਸਾਬ ਨਾਲ ਦੇਖਣਾ ਆਪਾਂ। ਅਤੇ ਇਹ ਜੇਕਰ ਵਿਸ਼ਵ ਦੇ ਦੇਸ਼ਾਂ ਦੇ ਵਿੱਚ ਸਥਾਨ ਦੇ ਤੌਰ 'ਤੇ ਪੁੱਛਿਆ ਜਾਵੇ ਵੱਡੇ ਛੋਟੇ ਦੇ ਆਧਾਰ 'ਤੇ, ਤਾਂ ਇਹ 7ਵਾਂ ਸਥਾਨ ਰੱਖਦਾ ਜੀ। ਭਾਰਤ ਹੈ ਜਿਹੜਾ ਵਿਸ਼ਵ ਦੇ ਵਿੱਚ, ਦੁਨੀਆ ਦੇ ਵਿੱਚ 7ਵਾਂ ਸਥਾਨ ਰੱਖਦਾ ਆਪਣਾ ਖੇਤਰਫਲ ਪੱਖੋਂ। ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਪ੍ਰਸ਼ਨ ਨੰਬਰ 2, ਭਾਰਤ ਦਾ ਕਿੰਨੇ ਪ੍ਰਤੀਸ਼ਤ ਭਾਗ ਮੈਦਾਨੀ ਹੈ? ਸੋ ਦੋਸਤੋ ਜਿਹੜਾ ਭਾਰਤ ਦਾ 43% ਹਿੱਸਾ ਹੈਗਾ ਉਹ ਮੈਦਾਨੀ ਹੈ ਜੀ। ਅਤੇ ਇਹਦੇ 30% ਭਾਗ ਦੇ ਉੱਤੇ ਪਹਾੜ ਨੇ। ਭਾਰਤ ਦਾ ਜਿਹੜਾ 30% ਹਿੱਸਾ ਹੈ ਉਹ ਪਹਾੜੀ ਹੈ। 43% ਹਿੱਸਾ ਮੈਦਾਨੀ ਹੋ ਗਿਆ। 27% ਹਿੱਸਾ ਜਿਹੜਾ ਜੀ ਉਹ ਪਠਾਰ ਨੇ ਉੱਥੇ ਭਾਰਤ ਦੇ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਪ੍ਰਸ਼ਨ ਨੰਬਰ 3, ਗੰਗਾ ਬ੍ਰਹਮਪੁੱਤਰ ਦੇ ਡੈਲਟੇ ਵਿੱਚ ਕਿਹੜਾ ਰੁੱਖ ਜ਼ਿਆਦਾ ਪਾਇਆ ਜਾਂਦਾ ਹੈ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਸੁੰਦਰੀ ਵਣ ਜਿਹੜੇ ਨੇ ਜੀ ਉਹ ਗੰਗਾ ਬ੍ਰਹਮਪੁੱਤਰ ਦੇ ਡੈਲਟੇ ਵਿੱਚ ਪਾਏ ਜਾਂਦੇ ਨੇ। ਸੋ ਜਿਹੜਾ ਬ੍ਰਹਮਪੁੱਤਰ ਹੈ ਦਾ ਜਿਹੜਾ ਡੈਲਟਾ ਹੈ ਇਹ ਵਿਸ਼ਵ ਦਾ ਵੱਡਾ ਡੈਲਟਾ ਜੀ, ਸੁੰਦਰਬਨ ਡੈਲਟਾ। ਅਗਲਾ ਪ੍ਰਸ਼ਨ ਦੇਖਦੇ ਹਾਂ। ਪ੍ਰਸ਼ਨ ਨੰਬਰ 4, ਕਾਲੀ ਮਿੱਟੀ ਵਿੱਚ ਕਿਹੜੀ ਫਸਲ ਬਹੁਤ ਢੁਕਵੀਂ ਹੈ? ਸੋ ਕਾਲੀ ਮਿੱਟੀ ਦੇ ਵਿੱਚ ਕਪਾਹ ਦੀ ਫਸਲ ਬਹੁਤ ਵਧੀਆ ਹੁੰਦੀ ਹੈ ਜੀ। ਜਿਹੜੀ ਕਾਲੀ ਮਿੱਟੀ ਹੈ ਭਾਰਤ ਦੇ ਵਿੱਚ 16.6% ਪਾਈ ਜਾਂਦੀ ਹੈ, ਜੋ ਕਿ ਭਾਰਤ ਦੇ ਮੱਧ ਪ੍ਰਦੇਸ਼ ਇਲਾਕੇ 'ਚ, ਗੁਜਰਾਤ, ਤਾਮਿਲਨਾਡੂ ਇਹਨਾਂ ਰਾਜਾਂ ਦੇ ਵਿੱਚ ਜ਼ਿਆਦਾ ਮਾਤਰਾ ਦੇ ਵਿੱਚ ਪਾਈ ਜਾਂਦੀ ਹੈ। ਵੈਰੀ ਇੰਪੋਰਟੈਂਟ ਗੱਲ ਹੈ ਕਿ ਕਾਲੀ ਮਿੱਟੀ ਦੇ ਨਾਲ ਸੰਬੰਧਿਤ ਇਹਨੂੰ ਰੈਗੂਨ ਮਿੱਟੀ ਵੀ ਕਿਹਾ ਜਾਂਦਾ ਜੀ। ਬਹੁਤ ਵਾਰੀ ਪ੍ਰਸ਼ਨ ਆਇਆ ਹੋਇਆ ਇਹ। ਕਾਲੀ ਮਿੱਟੀ ਨੂੰ ਰੈਗੂਨ ਮਿੱਟੀ ਵੀ ਕਿਹਾ ਜਾਂਦਾ, ਜੋ ਕਪਾਹ ਲਈ ਢੁਕਵੀਂ ਹੈ। ਪ੍ਰਸ਼ਨ ਨੰਬਰ 5 ਦੇਖਦੇ ਹਾਂ ਦੋਸਤੋ। ਭਾਰਤ ਦੇ ਕੁੱਲ ਖੇਤਰਫਲ ਦਾ ਕਿੰਨੇ ਪ੍ਰਤੀਸ਼ਤ ਭਾਗ ਜੰਗਲਾਂ ਹੇਠ ਹੈ? ਇਹ ਲਗਭਗ 22.3% ਹੈ ਜੀ ਜੰਗਲਾਂ ਹੇਠ। ਅਗਲਾ ਪ੍ਰਸ਼ਨ ਦੇਖਦੇ ਹਾਂ। ਸੰਸਾਰ ਦਾ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲਾ ਦੇਸ਼ ਕਿਹੜਾ ਜੀ? ਇਹ ਹੈ ਦੱਖਣੀ ਅਫਰੀਕਾ ਜੀ। ਦੱਖਣੀ ਅਫਰੀਕਾ ਸੰਸਾਰ ਦਾ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲਾ ਦੇਸ਼ ਹੈ। ਸੋ ਅਫਰੀਕਾ ਮਹਾਂਦੀਪ ਦੇ ਵਿੱਚ ਸੋਨਾ ਵੱਧ ਨਿਕਲਦਾ ਹੈ। ਜੋਨਸਨਬਰਗ ਦੇ ਵਿੱਚ, ਜੋਨਸਨਬਰਗ ਯਾਦ ਰੱਖਣਾ ਹੈ, ਅਫਰੀਕਾ ਮਹਾਂਦੀਪ 'ਚ ਜੋਨਸਨਬਰਗ, ਇੱਥੇ ਜ਼ਿਆਦਾ ਸੋਨਾ ਮਿਲਦਾ ਹੈ। ਜੇ ਹੀਰਾ ਪੁੱਛਿਆ ਜਾਵੇ, ਹੀਰਾ ਮਿਲਦਾ ਜੀ ਕਿੰਬਰਲੇ 'ਚ। ਕਿੰਬਰਲੇ ਦੇ ਵਿੱਚ ਸਭ ਤੋਂ ਵੱਧ ਹੀਰਾ ਮਿਲਦਾ ਹੈ। ਜੇ ਸੋਨਾ ਭਾਰਤ 'ਚ ਪੁੱਛਿਆ ਜਾਵੇ ਤਾਂ ਕਰਨਾਟਕਾ ਦੇ ਵਿੱਚ ਵੱਧ ਮਿਲਦਾ ਜੀ। ਸੋ ਜਿਹੜਾ ਅਫਰੀਕਾ ਮਹਾਂਦੀਪ ਦਾ ਸਭ ਤੋਂ ਵੱਡਾ ਸ਼ਹਿਰ ਹੈ ਜੀ ਉਹ ਹੈ ਜੀ ਲਗੋਸ। ਅਗਲਾ ਪ੍ਰਸ਼ਨ ਦੇਖਦੇ ਹਾਂ। 7 ਨੰਬਰ ਪ੍ਰਸ਼ਨ, ਭਾਰਤ ਵਿੱਚ ਸਭ ਤੋਂ ਵੱਧ ਸੋਨਾ ਕਿਹੜੇ ਰਾਜ ਵਿੱਚ ਮਿਲਦਾ? ਆਪਾਂ ਹੁਣੇ ਕਰਕੇ ਹਟੇ ਆਂਗੇ, ਕਰਨਾਟਕ ਦੇ ਵਿੱਚ ਮਿਲਦਾ ਜੀ ਸਭ ਤੋਂ ਵੱਧ। ਪ੍ਰਸ਼ਨ ਨੰਬਰ 8, ਸੰਸਾਰ ਵਿੱਚ ਸਭ ਤੋਂ ਵੱਧ ਕੋਲਾ ਪੈਦਾ ਕਰਨ ਵਾਲਾ ਦੇਸ਼ ਕਿਹੜਾ ਜੀ? ਸੰਸਾਰ ਵਿੱਚ ਸਭ ਤੋਂ ਵੱਧ ਕੋਲਾ ਜੋ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਪੈਦਾ ਹੁੰਦਾ ਹੈ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਦੁਨੀਆ ਦਾ ਸਿਰਫ 5% ਕੋਲਾ ਮਿਲਦਾ ਜੀ। 5%। ਪੂਰੇ ਵਿਸ਼ਵ ਦਾ 5% ਜਿਹੜਾ ਕੋਲਾ ਹੈ ਉਹ ਭਾਰਤ ਵਿੱਚ ਮਿਲਦਾ ਹੈ। ਸੋ ਅਗਲਾ ਪ੍ਰਸ਼ਨ ਦੇਖਦੇ ਹਾਂ। ਕੌਫੀ ਦੀ ਉਤਪਤੀ ਦਾ ਜਨਮ ਕਿਹੜੇ ਮਹਾਂਦੀਪ ਤੋਂ ਮੰਨਿਆ ਜਾਂਦਾ ਹੈ? ਅਫਰੀਕਾ ਤੋਂ ਕੌਫੀ ਦੀ ਜਿਹੜੀ ਉਤਪਤੀ ਹੋਈ ਹੈ। ਅਫਰੀਕਾ ਨੂੰ ਹੀ ਕੌਫੀ ਦੇ ਪੌਦੇ ਦਾ ਜਨਮਦਾਤਾ ਕਿਹਾ ਜਾਂਦਾ ਜੀ।
ਸੋ ਦੋਸਤੋ ਇਹ ਦੇਸ਼ ਇਥੋਪੀਆ ਤੋਂ ਸ਼ੁਰੂਆਤ ਹੋਈ ਸੀਗੀ ਇਹਦੀ ਕੌਫੀ ਦੀ। ਕੌਫੀ ਦੇ ਵਿੱਚ ਕੌਫੀਨ ਨਾਂ ਦਾ ਇੱਕ ਨਾ ਨਸ਼ੀਲਾ ਪਦਾਰਥ ਹੁੰਦਾ ਜੀ, ਕੌਫੀਨ। ਇਹ ਇੱਕ ਨਸ਼ੀਲਾ ਪਦਾਰਥ ਹੁੰਦਾ ਹੈ। ਕੌਫੀ ਦੀਆਂ 3 ਕਿਸਮਾਂ ਨੇ, ਉਹ ਜ਼ਿਆਦਾ ਮਸ਼ਹੂਰ ਨੇ ਜੀ। ਅਰੈਬਿਕਾ, ਯਾਦ ਰੱਖਣਾ, ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਇਹ। ਅਰੈਬਿਕਾ ਨਾਂ ਦੀ ਕਿਸਮ ਹੈ ਜੀ ਇੱਕ ਹੈ ਜੀ ਰੋਬਰਟਾ, ਇੱਕ ਹੈ ਜੀ ਅੱਗੇ ਲਾਈਬਰਟਾ। ਇਹ ਯਾਦ ਰੱਖਣਾ, 3 ਕਿਸਮਾਂ ਨੇ ਇਹਦੀਆਂ। ਅਗਲਾ ਪ੍ਰਸ਼ਨ ਕਰਦੇ ਹਾਂ, ਪ੍ਰਸ਼ਨ ਨੰਬਰ 10। ਭਾਰਤ ਦੀ ਸਿਲੀਕਨ ਘਾਟੀ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ? ਬੰਗਲੌਰ ਨੂੰ ਕਿਹਾ ਜਾਂਦਾ ਜੀ ਭਾਰਤ ਦੀ ਸਿਲੀਕਨ ਘਾਟੀ। ਸਭ ਤੋਂ ਪਹਿਲਾਂ ਸਰਵਉੱਚ ਅਦਾਲਤ ਕਿੱਥੇ ਅਤੇ ਕਦੋਂ ਲਗਾਈ ਗਈ ਸੀ ਜੀ? ਬਣਾਈ ਗਈ ਸੀ। ਸਭ ਤੋਂ ਪਹਿਲਾਂ ਸਰਵਉੱਚ ਅਦਾਲਤ ਕਿੱਥੇ ਅਤੇ ਕਦੋਂ ਬਣਾਈ ਗਈ? ਸੋ ਇਹ ਸੀ ਜੀ ਕਲਕੱਤਾ ਦੇ ਵਿੱਚ 1974 ਦੇ ਵਿੱਚ ਸਭ ਤੋਂ ਪਹਿਲਾਂ ਸਰਵਉੱਚ ਅਦਾਲਤ ਸੀ ਜਿਹੜੀ ਜੀ। ਜਿਹੜੇ ਇਹਦੇ ਪਹਿਲੇ ਜੱਜ ਸੀਗੇ ਉਹ ਸਨ ਜਸਟਿਸ ਕਨ੍ਹਈਆ ਜੀ। ਇਹ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਜਸਟਿਸ ਕਨ੍ਹਈਆ ਪਹਿਲੇ ਜੱਜ ਸੀ। ਜੇਕਰ ਪੁੱਛ ਲਿਆ ਜਾਵੇ ਵੀ ਪਹਿਲੀ ਔਰਤ ਜੱਜ ਤਾਂ ਬੀਬੀ ਫਾਤਿਮਾ ਸੀ ਜੀ। ਅਗਲਾ ਪ੍ਰਸ਼ਨ ਕਰਦੇ ਹਾਂ, ਪ੍ਰਸ਼ਨ ਨੰਬਰ 12। ਭਾਰਤ ਵਿੱਚ ਕੌਫੀ ਦਾ ਪਹਿਲਾ ਬਾਗ ਕਦੋਂ ਅਤੇ ਕਿੱਥੇ ਲਗਾਇਆ ਗਿਆ? ਇਹ 1840 ਈਸਵੀ ਦੇ ਵਿੱਚ ਦੱਖਣ ਭਾਰਤ ਵਿੱਚ ਲਗਾਇਆ ਗਿਆ ਸੀ ਜੀ ਕੌਫੀ ਦਾ ਪਹਿਲਾ ਬਾਗ ਭਾਰਤ ਦੇ ਵਿੱਚ। ਪ੍ਰਸ਼ਨ ਨੰਬਰ 13 ਦੋਸਤੋ। 1857 ਈਸਵੀ ਦੇ ਵਿਦਰੋਹ ਨੂੰ ਕੀ ਨਾਮ ਦਿੱਤਾ ਜਾਂਦਾ ਹੈ? ਸੈਨਿਕ ਵਿਦਰੋਹ ਦਾ ਨਾਮ ਦਿੱਤਾ ਜਾਂਦਾ ਜੀ। ਮੰਗਲ ਪਾਂਡੇ ਪਹਿਲਾ ਸ਼ਹੀਦ ਸੀਗਾ, ਯਾਦ ਰੱਖਣਾ, ਮੰਗਲ ਪਾਂਡੇ ਪਹਿਲਾ ਸ਼ਹੀਦ ਸੀ। 8 ਅਪ੍ਰੈਲ 1857 ਨੂੰ ਫਾਂਸੀ ਦੇ ਦਿੱਤੀ ਗਈ ਸੀ ਮੰਗਲ ਪਾਂਡੇ ਨੂੰ। ਅਗਲਾ ਪ੍ਰਸ਼ਨ ਦੇਖਦੇ ਹਾਂ ਆਪਾਂ, ਪ੍ਰਸ਼ਨ ਨੰਬਰ 14। ਅਵਧ ਨੂੰ ਅੰਗਰੇਜ਼ੀ ਰਾਜ ਵਿੱਚ ਕਦੋਂ ਸ਼ਾਮਲ ਕੀਤਾ ਗਿਆ? 1856 ਦੇ ਵਿੱਚ ਅਵਧ ਨੂੰ ਅੰਗਰੇਜ਼ੀ ਸਾਮਰਾਜ ਦੇ ਅਧੀਨ ਕਰ ਲਿਆ ਸੀਗਾ ਜੀ ਲਾਰਡ ਡਲਹੌਜੀ ਨੇ। ਅਵਧ 'ਤੇ ਦੋਸ਼ ਲਾਤਾ ਸੀਗਾ ਵੀ ਭੈੜਾ ਕੁਸ਼ਾਸਨ ਹੋ ਰਿਹਾ, ਲੋਕ ਔਖੇ ਨੇ ਉੱਥੇ। ਇਹ ਦੋਸ਼ ਲਾ ਕੇ 1856 'ਚ ਉਹਨੂੰ ਅੰਗਰੇਜ਼ੀ ਸਾਮਰਾਜ ਦੇ ਅਧੀਨ ਕਰ ਲਿਆ ਸੀ ਜੀ। ਪ੍ਰਸ਼ਨ ਨੰਬਰ 15 ਦੇਖਦੇ ਹਾਂ ਦੋਸਤੋ। 1915 ਵਿੱਚ ਈਸਟ ਇੰਡੀਆ ਕੰਪਨੀ ਨੇ ਮਦਰਾਸ ਵਿੱਚ ਕਿਹੜਾ ਸਕੂਲ ਖੋਲ੍ਹਿਆ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਸੈਂਟ ਮੈਰੀ ਚੈਰਿਟੀ ਸਕੂਲ ਖੋਲ੍ਹਿਆ ਸੀ ਜੀ। ਪ੍ਰਸ਼ਨ ਨੰਬਰ 16। ਅੰਗਰੇਜ਼ਾਂ ਕੋਲੋਂ ਹਿੰਦੂ ਪੁਨਰ ਵਿਆਹ ਕਾਨੂੰਨ ਕਿਸ ਦੇ ਯਤਨਾਂ ਸਦਕਾ ਪਾਸ ਕਰਵਾਇਆ ਗਿਆ? ਇਹ ਈਸ਼ਵਰ ਚੰਦਰ ਵਿਦਿਆਸਾਗਰ ਨੇ ਆਪਣੇ ਯਤਨਾਂ ਦੇ ਸਦਕਾ ਅੰਗਰੇਜ਼ਾਂ ਕੋਲੋਂ ਇਹ ਪਾਸ ਕਰਵਾਇਆ ਸੀ ਜੀ। ਹਿੰਦੂ ਪੁਨਰ ਵਿਆਹ ਕਾਨੂੰਨ ਸੀ ਜਿਹੜਾ। ਪ੍ਰਸ਼ਨ ਨੰਬਰ 17 ਦੇਖਦੇ ਹਾਂ ਦੋਸਤੋ। ਸਿੰਧੂ ਘਾਟੀ ਸੱਭਿਅਤਾ ਦੀ ਖੋਜ ਕਿਸ ਨੇ ਕੀਤੀ? ਵੈਰੀ ਇੰਪੋਰਟੈਂਟ ਪ੍ਰਸ਼ਨ ਦਿਆ ਰਾਮ ਸਾਹਨੀ ਨੇ ਕੀਤੀ ਸੀ ਜੀ 1921 ਦੇ ਵਿੱਚ। ਪਹਿਲਾ ਸ਼ਹਿਰ ਖੋਜਿਆ ਸੀ ਜਿਹੜਾ ਸੀਗਾ ਜੀ, ਪਹਿਲਾ ਸ਼ਹਿਰ ਹੜੱਪਾ ਖੋਜਿਆ ਸੀ ਜੋ ਕਿ ਰਾਵੀ ਨਦੀ ਦੇ ਕੰਢੇ 'ਤੇ ਹੈ, ਹੜੱਪਾ। ਅਗਲਾ ਪ੍ਰਸ਼ਨ ਦੇਖਦੇ ਹਾਂ, ਮੋਹਨਜੋਦੜੋ ਦਾ ਕੀ ਅਰਥ ਹੈ? ਮੋਹਨਜੋਦੜੋ ਦਾ ਅਰਥ ਹੈ ਜਿਹੜਾ ਜੀ ਇਹ ਮੁਰਦਿਆਂ ਦਾ ਟਿੱਲਾ ਹੈ। 1922 ਦੇ ਵਿੱਚ ਮੋਹਨਜੋਦੜੋ ਦੀ ਰਾਖਲ ਦਾਸ ਬੈਨਰਜੀ ਨੇ ਖੋਜ ਕੀਤੀ ਸੀ, ਲੱਭਿਆ ਸੀ ਇਹ ਰਾਖਲ ਦਾਸ ਬੈਨਰਜੀ। 1922 ਦੇ ਵਿੱਚ ਮੁਰਦਿਆਂ ਦਾ ਟਿੱਲਾ ਦੀ ਖੋਜ ਕੀਤੀ ਸੀ। ਵੈਰੀ ਇੰਪੋਰਟੈਂਟ ਗੱਲ ਆ ਵੀ ਇੱਥੋਂ ਇੱਕ ਵੱਡਾ ਇਸ਼ਨਾਨ ਘਰ ਮਿਲਿਆ ਸੀਗਾ ਮੋਹਨਜੋਦੜੋ ਤੋਂ, ਵੱਡਾ ਇਸ਼ਨਾਨ ਘਰ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, ਪ੍ਰਸ਼ਨ ਨੰਬਰ 19। ਵਿਧਵਾ ਪੁਨਰ ਵਿਆਹ ਐਕਟ ਕਦੋਂ ਪਾਸ ਕੀਤਾ ਗਿਆ? ਇਹ 1856 ਈਸਵੀ ਦੇ ਵਿੱਚ ਪਾਸ ਕੀਤਾ ਸੀ ਜੀ। ਪ੍ਰਸ਼ਨ ਨੰਬਰ 20। ਮੂਕ ਨਾਇਕ ਅਖਬਾਰ ਕਿਸ ਨੇ ਕੱਢਿਆ? ਡਾਕਟਰ ਭੀਮ ਰਾਓ ਅੰਬੇਦਕਰ ਨੇ ਕੱਢਿਆ ਸੀ, ਜੋ ਕਿ ਸੰਵਿਧਾਨ ਦੀ ਖਰੜਾ ਕਮੇਟੀ ਦੇ ਚੇਅਰਮੈਨ ਸਨ ਡਾਕਟਰ ਭੀਮ ਰਾਓ ਅੰਬੇਦਕਰ। ਪ੍ਰਸ਼ਨ ਨੰਬਰ 21। ਬਾਲ ਵਿਆਹ ਪ੍ਰਥਾ ਦੇ ਵਿਰੁੱਧ ਕਾਨੂੰਨ ਪਾਸ ਕੀਤਾ ਗਿਆ। ਇਹ 1891 'ਚ ਪਾਸ ਕੀਤਾ ਗਿਆ ਸੀ ਜੀ। ਵਿਕਟੋਰੀਆ ਬਾਗ ਕਿੱਥੇ ਸਥਿਤ ਹੈ? ਸੋ ਮੁੰਬਈ ਦੇ ਵਿੱਚ ਹੈ ਜੀ। ਇਹਦੇ ਨਾਲ ਹੀ ਮੇਲ ਖਾਂਦਾ ਪ੍ਰਸ਼ਨ ਹੈ, ਗੇਟਵੇ ਆਫ ਇੰਡੀਆ ਇਹ ਵੀ ਹੈ ਜਿਹੜਾ ਜੀ ਇਹ ਮੁੰਬਈ ਦੇ ਵਿੱਚ ਹੈ। ਜੇਕਰ ਇੰਡੀਆ ਗੇਟ ਪੁੱਛ ਲਿਆ ਜਾਵੇ ਉਹ ਦਿੱਲੀ ਦੇ ਵਿੱਚ ਹੈ ਜੀ, ਜੋ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਸੈਨਿਕ ਸੀ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਬਣਾਇਆ ਗਿਆ ਸੀ। ਅਗਲਾ ਪ੍ਰਸ਼ਨ ਦੇਖਦੇ ਹਾਂ ਆਪਾਂ, ਪ੍ਰਸ਼ਨ ਨੰਬਰ 23।
ਸਰਵਜਨਕ ਕਾਰਜ ਨਿਰਮਾਣ ਵਿਭਾਗ ਦੀ ਸਥਾਪਨਾ ਕਿਸਨੇ ਕੀਤੀ? ਇਹ ਲਾਰਡ ਡਲਹੌਜੀ ਨੇ ਕੀਤੀ ਸੀ ਜੀ। ਬੰਗਾਲੀ ਭਾਸ਼ਾ ਦੇ ਕਿਸ ਨਾਵਲ ਨੂੰ ਬੰਗਾਲੀ ਦੇਸ਼ ਪ੍ਰੇਮ ਦੀ ਬਾਈਬਲ ਕਿਹਾ ਜਾਂਦਾ ਹੈ? ਇਹ ਆਨੰਦ ਮਠ ਨੂੰ ਕਿਹਾ ਜਾਂਦਾ ਜੀ। ਬੰਕਮ ਚੰਦਰ ਚੈਟਰਜੀ ਦਾ ਜਿਹੜਾ ਗੀਤ ਸੀਗਾ ਬੰਦੇ ਮਾਤਰਮ, ਉਹ ਆਨੰਦ ਮਠ ਦੇ ਵਿੱਚੋਂ ਲਿਆ ਗਿਆ ਸੀ। ਪ੍ਰਸ਼ਨ ਨੰਬਰ 25, ਬੰਗਾਲੀ ਭਾਸ਼ਾ ਵਿੱਚ ਸੰਵਾਦ ਕੌਮ ਦੀ ਅਖਬਾਰ ਕਿਸ ਨੇ ਕੱਢਿਆ? ਰਾਜਾ ਰਾਮ ਮੋਹਨ ਰਾਏ ਨੇ ਕੱਢਿਆ ਜੀ, ਜਿਹਨੂੰ ਆਧੁਨਿਕ ਭਾਰਤ ਦਾ ਪਿਤਾਮਾ ਕਿਹਾ ਜਾਂਦਾ ਹੈ। ਰਾਜਾ ਰਾਮ ਮੋਹਨ ਰਾਏ ਨੂੰ ਆਧੁਨਿਕ ਭਾਰਤ ਦਾ ਪਿਤਾਮਾ ਕਿਹਾ ਜਾਂਦਾ ਹੈ। ਯਾਦ ਰੱਖਣਾ, ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। ਆਧੁਨਿਕ ਭਾਰਤ ਦਾ ਪਿਤਾਮਾ ਰਾਜਾ ਰਾਮ ਮੋਹਨ ਰਾਏ ਜੀ। 26ਵਾਂ ਪ੍ਰਸ਼ਨ, ਮਰਾਠੀ ਭਾਸ਼ਾ ਵਿੱਚ ਕੇਸਰੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਮਰਾਠਾ ਅਖਬਾਰ ਕਿਸ ਨੇ ਕੱਢਿਆ? ਇਹ ਬਾਲ ਗੰਗਾਧਰ ਤਿਲਕ ਨੇ ਕੱਢਿਆ ਸੀ ਜੀ। ਬੜੌਦਾ ਯੂਨੀਵਰਸਿਟੀ ਆਰਟ ਸਕੂਲ ਦੇ ਪ੍ਰਸਿੱਧ ਚਿੱਤਰਕਾਰ ਦਾ ਨਾਂ ਦੱਸੋ? ਇਹ ਸੀਗਾ ਗੁਲਾਮ ਸ਼ੇਖ। ਬੜੌਦਾ ਯੂਨੀਵਰਸਿਟੀ ਸੀ ਜਿਹੜੀ 1948 ਦੇ ਵਿੱਚ ਮਹਾਰਾਜਾ ਸ਼ਿਵਾਜੀ ਰਾਏ ਵੱਲੋਂ ਵਿਸ਼ਵ ਵਿਦਿਆਲਿਆ ਉੱਥੇ ਬਣਾਇਆ ਗਿਆ ਸੀ, ਜੋ ਕਿ ਅੱਜ ਕੱਲ੍ਹ ਇਹ ਵੱਡੀ ਵਿਸ਼ਵ ਯੂਨੀਵਰਸਿਟੀ ਦੇ ਨਾਮ ਨਾਲ ਪ੍ਰਸਿੱਧ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ 28 ਨੰਬਰ, ਕਿਹੜੇ ਸੁਧਾਰ ਐਕਟ ਰਾਹੀਂ ਮੁਸਲਮਾਨਾਂ ਲਈ ਵੱਖਰੀ ਚੋਣ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ? ਇਹ 1909 ਦਾ ਮਿੰਟੋ ਮਾਰਲੇ ਸੁਧਾਰ ਐਕਟ ਸੀਗਾ ਜੀ। ਇਹਦੇ ਅਨੁਸਾਰ, ਇਸੇ ਐਕਟ ਦੇ ਅਨੁਸਾਰ ਫੁੱਟ ਪਾਓ ਅਤੇ ਰਾਜ ਕਰੋ ਦੀ ਨੀਤੀ ਜਿਹੜੀ ਆ ਉਹ ਸ਼ੁਰੂ ਕੀਤੀ ਸੀਗੀ ਅੰਗਰੇਜ਼ਾਂ ਨੇ। ਫੁੱਟ ਪਾਓ ਅਤੇ ਰਾਜ ਕਰੋ ਦੀ ਨੀਤੀ ਸ਼ੁਰੂ ਕੀਤੀ ਸੀ। ਵੱਖਰੇ ਅਧਿਕਾਰ ਦੇ ਦਿੱਤੇ ਗਏ ਸੀਗੇ ਮੁਸਲਮਾਨਾਂ ਨੂੰ ਇਹ ਵੋਟ ਪਾਉਣ ਦੇ। 19ਵਾਂ ਪ੍ਰਸ਼ਨ, ਮੁਸਲਿਮ ਲੀਗ ਦੀ ਸਥਾਪਨਾ ਕਿਸ ਨੇ ਕੀਤੀ? ਮੁਸਲਿਮ ਲੀਗ ਦੀ ਸਥਾਪਨਾ ਜਿਹੜੀ ਜੀ ਉਹ ਆਗਾ ਖਾਂ ਨੇ ਕੀਤੀ ਸੀਗੀ। ਆਗਾ ਖਾਂ ਨੇ 1906 ਦੇ ਵਿੱਚ ਕੀਤੀ। ਆਗਾ ਖਾਂ, ਇਹ ਬੰਗਲਾਦੇਸ਼ ਦੀ ਢਾਕਾ ਦੇ ਵਿੱਚ ਹੋਈ ਸੀ ਮੁਸਲਿਮ ਲੀਗ ਦੀ ਸਥਾਪਨਾ 1906 ਦੇ ਵਿੱਚ। ਗਦਰ ਪਾਰਟੀ ਦੀ ਸਥਾਪਨਾ ਕਿੱਥੇ ਹੋਈ? ਗਦਰ ਪਾਰਟੀ ਦੀ ਸਥਾਪਨਾ ਲਾਲਾ ਲਾਜਪਤ ਰਾਏ ਦੁਆਰਾ ਅਮਰੀਕਾ ਦੇ ਸ਼ਹਿਰ ਸਾਨ ਫਰਾਂਸਿਸਕੋ ਦੇ ਵਿੱਚ ਹੋਈ ਜੀ। ਇਹਦੇ ਪਹਿਲੇ ਪ੍ਰਧਾਨ ਸੀ ਜਿਹੜੇ, ਉਹ ਬਾਬਾ ਭਾਕਣਾ ਜੀ ਸੀ। ਅਗਲਾ ਪ੍ਰਸ਼ਨ ਦੇਖਦੇ ਹਾਂ, ਪ੍ਰਸ਼ਨ ਨੰਬਰ 31ਵਾਂ ਦੋਸਤੋ, ਸੰਵਿਧਾਨ ਦੇ ਕਿਸ ਅਨੁਛੇਦ ਵਿੱਚ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਜਿਹੜਾ ਅਨੁਛੇਦ 14 ਤੋਂ 18 ਤੱਕ ਹੈ, ਸਮਾਨਤਾ ਦਾ ਅਧਿਕਾਰ ਹੈ ਜੀ ਉਹਦੇ ਵਿੱਚ। ਪ੍ਰਸ਼ਨ ਨੰਬਰ 32, ਲੋਕ ਸਭਾ ਵਿੱਚ ਲੋਕਾਂ ਦੁਆਰਾ ਸਿੱਧੇ ਚੁਣੇ ਜਾਣ ਵਾਲੇ ਮੈਂਬਰਾਂ ਦੀ ਸੰਖਿਆ ਕਿੰਨੀ ਰੱਖੀ ਗਈ ਹੈ? ਇਹ ਹੈ ਜੀ 543। ਲੋਕਾਂ ਦੁਆਰਾ ਸਿੱਧੇ ਚੁਣੇ ਜਾਂਦੇ ਆ। ਇੱਥੇ ਧਿਆਨ ਰੱਖਣਾ ਜੀ, 2 ਮੈਂਬਰ ਪਹਿਲਾਂ ਨਾਮਜ਼ਦ ਕੀਤੇ ਜਾਂਦੇ ਸੀਗੇ ਜੀ ਰਾਸ਼ਟਰਪਤੀ ਵੱਲੋਂ। ਹੁਣ ਅੱਜ ਕੱਲ੍ਹ ਇਹ ਨਾਮਜ਼ਦ ਨਹੀਂ ਕੀਤੇ ਜਾਂਦੇ, ਇਹ ਹਟਾ ਦਿੱਤੇ ਗਏ ਨਵੀਂ ਸੋਧ ਕਰਕੇ। 543 ਮੈਂਬਰ ਹੀ ਰੱਖੇ ਜਾਂਦੇ ਆ ਹੁਣ। ਰਾਜ ਸਭਾ ਦੇ ਮੈਂਬਰਾਂ ਦੀ ਸੰਖਿਆ ਕਿੰਨੀ ਨਿਸ਼ਚਿਤ ਕੀਤੀ ਗਈ ਹੈ ਜੀ? ਇਹ 250 ਨਿਸ਼ਚਿਤ ਕੀਤੀ ਗਿਆ ਰਾਜ ਸਭਾ ਦੇ ਮੈਂਬਰਾਂ ਦੀ ਸੰਖਿਆ। ਪ੍ਰਸ਼ਨ ਨੰਬਰ 34, ਹਾਈ ਕੋਰਟ ਦੇ ਫੈਸਲੇ ਦੇ ਵਿਰੁੱਧ ਅਪੀਲ ਕਿੱਥੇ ਕੀਤੀ ਜਾ ਸਕਦੀ ਹੈ? ਸੁਪਰੀਮ ਕੋਰਟ ਦੇ ਵਿੱਚ ਜੀ। ਜੇਕਰ ਕੋਈ ਹਾਈ ਕੋਰਟ ਦਾ ਫੈਸਲਾ ਹੈ, ਜੇ ਸਾਨੂੰ ਉਹ ਨਹੀਂ ਪਸੰਦ ਹੈਗਾ, ਨਹੀਂ ਢੁਕਦਾ ਉਹ ਫੈਸਲਾ, ਤਾਂ ਉਹ ਫੈਸਲੇ ਦੇ ਵਿਰੁੱਧ ਸੁਪਰੀਮ ਕੋਰਟ ਦੇ ਵਿੱਚ ਅਸੀਂ ਅਪੀਲ ਕਰ ਸਕਦੇ ਹਾਂ। ਪ੍ਰਸ਼ਨ ਨੰਬਰ 35, ਪ੍ਰਾਚੀਨ ਪੰਜਾਬ ਦਾ ਆਕਾਰ ਕਿਸ ਤਰ੍ਹਾਂ ਦਾ ਸੀ? ਇਹ ਸੀ ਜੀ ਤਿਕੋਣ ਕਿਸਮ ਦਾ ਪ੍ਰਾਚੀਨ ਪੰਜਾਬ ਦਾ ਆਕਾਰ। ਜਨਮ ਸਾਖੀਆਂ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ? ਗੋਸ਼ਟਾਂ ਦੇ ਨਾਮ ਨਾਲ ਜਾਣਿਆ ਜਾਂਦਾ ਜੀ ਜਨਮ ਸਾਖੀਆਂ ਨੂੰ। ਪ੍ਰਸ਼ਨ ਨੰਬਰ 37ਵਾਂ, ਪੰਜਾਬ ਦੇ ਇਤਿਹਾਸ ਦੀ ਰਚਨਾ ਕਿਸ 'ਤੇ ਨਿਰਭਰ ਕਰਦੀ ਹੈ? ਸੋ ਗੁਰੂਆਂ ਦਾ ਰਚਿਤ ਸਾਹਿਤ ਹੈ ਜਿਹੜਾ ਜੀ, ਪੰਜਾਬ ਦੇ ਇਤਿਹਾਸ ਦੀ ਰਚਨਾ ਉਹ 'ਤੇ ਜ਼ਿਆਦਾ ਨਿਰਭਰ ਕਰਦੀ ਹੈ। ਗੁਰੂਆਂ ਦੁਆਰਾ ਰਚਿਆ ਹੋਇਆ ਜਿਹੜਾ ਸਾਹਿਤ ਹੈ, ਪੰਜਾਬ ਦੇ ਸਾਹਿਤ ਦੀ ਝਲਕ ਹੈ ਜਿਹੜੀ, ਇਤਿਹਾਸ ਦੀ ਝਲਕ ਹੈ, ਉਹ 'ਚੋਂ ਵੱਧ ਮਿਲਦੀ ਹੈ ਜੀ ਇਹ। ਸਭ ਤੋਂ ਪਹਿਲਾਂ ਸਾਈਮਨ ਕਮਿਸ਼ਨ ਕਿੱਥੇ ਪਹੁੰਚਿਆ ਜੀ? ਸਾਈਮਨ ਕਮਿਸ਼ਨ ਸਭ ਤੋਂ ਪਹਿਲਾਂ ਮੁੰਬਈ ਦੇ ਵਿੱਚ ਪਹੁੰਚਿਆ ਸੀ ਜੀ। ਲੋਕਾਂ ਨੇ ਇਹਦਾ ਬਹੁਤ ਸਾਰਾ ਵਿਰੋਧ ਕੀਤਾ ਸੀ, ਕਿਉਂਕਿ ਇਹਦੇ ਜਿਹੜੇ 7 ਮੈਂਬਰ ਸੀ ਉਹ ਸਾਰੇ ਅੰਗਰੇਜ਼ ਸੀ ਜੀ। 7 ਮੈਂਬਰ ਸੀ ਜਿਹੜੇ ਇਹਦੇ, ਉਹ ਸਾਰੇ ਦੇ ਸਾਰੇ ਅੰਗਰੇਜ਼ ਸੀਗੇ। ਅਤੇ ਪੰਜਾਬ ਦੇ ਵਿੱਚ ਜਦੋਂ ਇਹਦਾ ਵਿਰੋਧ ਕੀਤਾ ਤਾਂ ਲਾਲਾ ਲਾਜਪਤ ਰਾਏ ਹੋਰਾਂ ਵੱਲੋਂ ਜਦੋਂ ਵਿਰੋਧ ਕੀਤਾ ਜਾ ਰਿਹਾ ਸੀ, ਭਗਤ ਸਿੰਘ ਹੋਰੀ ਉਹਨਾਂ ਦੇ ਨਾਲ ਸੀਗੇ, ਤਾਂ ਉੱਥੇ ਲਾਲਾ ਲਾਜਪਤ ਰਾਏ ਦੀ ਡਾਂਗ ਵੱਜਣ ਨਾਲ ਸਿਰ 'ਚ ਮੌਤ ਹੋ ਗਈ ਸੀ। ਅਗਲਾ ਪ੍ਰਸ਼ਨ ਦੇਖਦੇ ਹਾਂ, ਅੰਗਰੇਜ਼ੀ ਸ਼ਾਸਨ ਕਾਲ ਵਿੱਚ ਅੰਗਰੇਜ਼ੀ ਭਾਸ਼ਾ ਨੂੰ ਸਰਕਾਰੀ ਭਾਸ਼ਾ ਬਣਾਉਣ ਦਾ ਸਿਹਰਾ ਕਿਸ ਨੂੰ ਜਾਂਦਾ ਹੈ? ਇਹ ਲਾਰਡ ਮੈਕਾਲੇ ਨੂੰ ਜਾਂਦਾ ਜੀ।
ਸੰਵਿਧਾਨ ਸਭਾ ਦਾ ਸੰਵਿਧਾਨਕ ਸਲਾਹਕਾਰ ਕੌਣ ਸੀ? ਡਾਕਟਰ BN ਰਾਓ ਇਹ ਸੰਵਿਧਾਨ ਸਭਾ ਦੇ ਸਲਾਹਕਾਰ ਸਨ ਜੀ, ਡਾਕਟਰ BN ਰਾਓ। ਪ੍ਰਸ਼ਨ ਨੰਬਰ 41, ਸਭ ਤੋਂ ਪਹਿਲਾਂ ਸੰਵਿਧਾਨ ਦੀ ਮੰਗ ਕਿਸ ਦੁਆਰਾ ਕੀਤੀ ਗਈ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ, ਇਹ ਬਹੁਤ ਵਾਰ ਪੁੱਛਿਆ ਗਿਆ। ਬਾਲ ਗੰਗਾਧਰ ਤਿਲਕ ਦੁਆਰਾ ਇਹ ਸੰਵਿਧਾਨ ਦੀ ਪਹਿਲਾਂ ਮੰਗ ਕੀਤੀ ਗਈ ਸੀ ਜੀ। ਰਸਮੀ ਤੌਰ 'ਤੇ ਸੰਵਿਧਾਨ ਸਭਾ ਦਾ ਵਿਚਾਰ ਕਿਸ ਦੁਆਰਾ ਪੇਸ਼ ਕੀਤਾ ਗਿਆ? ਇਹ ਕੀਤਾ ਗਿਆ ਸੀ ਜੀ MN ਰਾਏ ਦੁਆਰਾ ਰਸਮੀ ਤੌਰ ਦੇ ਉੱਤੇ। ਪ੍ਰਸ਼ਨ ਨੰਬਰ 43 ਦੋਸਤੋ, ਭਾਰਤ ਵਿੱਚ ਸੰਵਿਧਾਨ ਸਭਾ ਦਾ ਗਠਨ ਕਦੋਂ ਕੀਤਾ ਗਿਆ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈਗਾ। ਜੁਲਾਈ 1946 ਦੇ ਵਿੱਚ ਭਾਰਤ ਵਿੱਚ ਸੰਵਿਧਾਨ ਸਭਾ ਦਾ ਗਠਨ ਕਰ ਲਿਆ ਗਿਆ ਸੀ ਜੀ। ਪ੍ਰਸ਼ਨ ਨੰਬਰ 44, ਸੰਵਿਧਾਨ ਸਭਾ ਦਾ ਅਸਥਾਈ ਪ੍ਰਧਾਨ ਕਿਸ ਨੂੰ ਚੁਣਿਆ ਗਿਆ? ਸੋ ਦੋਸਤੋ, ਸੰਵਿਧਾਨ ਸਭਾ ਦਾ ਜਿਹੜਾ ਅਸਥਾਈ ਪ੍ਰਧਾਨ ਸੀ ਉਹ ਸਚਨਾਨੰਦ ਸਿਨਹਾ ਨੂੰ ਚੁਣਿਆ ਗਿਆ ਸੀ, ਜੋ ਕਿ 9 ਦਸੰਬਰ 1946 ਦੇ ਵਿੱਚ ਚੁਣਿਆ ਗਿਆ ਸੀ ਜੀ ਇਹ। ਅਗਲਾ ਪ੍ਰਸ਼ਨ ਦੇਖਦੇ ਹਾਂ, ਸੰਵਿਧਾਨ ਸਭਾ ਦਾ ਸਥਾਈ ਪ੍ਰਧਾਨ ਕਿਸ ਨੂੰ ਚੁਣਿਆ ਗਿਆ? ਸਥਾਈ ਪ੍ਰਧਾਨ ਸੀ ਜਿਹੜਾ ਉਹ ਰਜਿੰਦਰ ਪ੍ਰਸਾਦ ਜੀ ਨੂੰ ਚੁਣਿਆ ਗਿਆ, ਜੋ ਭਾਰਤ ਦੇ ਪਹਿਲੇ ਰਾਸ਼ਟਰਪਤੀ ਬਣੇ ਜੀ। ਇਹ ਚੁਣੇ ਗਏ ਸਨ 11 ਦਸੰਬਰ 1946 ਨੂੰ। ਦੋ ਮੀਟਿੰਗਾਂ ਅਹਿਮ ਰਹੀਆਂ ਨੇ ਜੀ। 9 ਦਸੰਬਰ 1946 ਜਦੋਂ ਅਸਥਾਈ ਪ੍ਰਧਾਨ ਬਣਾਇਆ ਗਿਆ ਡਾਕਟਰ ਸਚਨਾਨੰਦ ਨੂੰ। ਦੂਸਰੀ ਮੀਟਿੰਗ ਹੋਈ ਜਿਹੜੀ 11 ਦਸੰਬਰ 1946 ਨੂੰ, ਉਦੋਂ ਸਥਾਈ ਪ੍ਰਧਾਨ ਬਣਾ ਦਿੱਤਾ ਗਿਆ ਡਾਕਟਰ ਰਜਿੰਦਰ ਪ੍ਰਸਾਦ ਨੂੰ। ਪ੍ਰਸ਼ਨ ਨੰਬਰ 46, ਸੰਵਿਧਾਨ ਸਭਾ ਦਾ ਉਪ ਪ੍ਰਧਾਨ ਕੌਣ ਸੀ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। HC ਮੁਖਰਜੀ ਇਹ ਉਪ ਪ੍ਰਧਾਨ ਸੀਗੇ ਜੀ ਸੰਵਿਧਾਨ ਸਭਾ ਦੇ। ਪ੍ਰਸ਼ਨ ਨੰਬਰ 47, ਸੰਵਿਧਾਨ ਸਭਾ ਦਾ ਸੰਵਿਧਾਨਕ ਸਲਾਹਕਾਰ ਕੌਣ ਸੀ? BN ਰਾਓ ਇਹ ਸੰਵਿਧਾਨ ਸਭਾ ਦੇ ਸਲਾਹਕਾਰ ਸਨ। ਉਦੇਸ਼ ਪ੍ਰਸਤਾਵ ਕਦੋਂ ਪੇਸ਼ ਕੀਤਾ ਗਿਆ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। ਉਦੇਸ਼ ਪ੍ਰਸਤਾਵ 13 ਦਸੰਬਰ 1946 ਨੂੰ ਪਾਸ ਕੀਤਾ ਜੀ। ਪ੍ਰਸ਼ਨ ਨੰਬਰ 49, ਖਰੜਾ ਕਮੇਟੀ ਦਾ ਪ੍ਰਧਾਨ ਕਿਸ ਨੂੰ ਚੁਣਿਆ ਗਿਆ? ਸੰਵਿਧਾਨ ਸਭਾ ਦੇ ਵਿੱਚ ਸੰਵਿਧਾਨ ਬਣਾਉਣ ਵਾਲੀ ਜਿਹੜੀ ਖਰੜਾ ਕਮੇਟੀ ਸੀ ਜੀ, ਉਹਦਾ ਚੇਅਰਮੈਨ ਸੀ ਜਾਂ ਉਹਦਾ ਪ੍ਰਧਾਨ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੂੰ ਚੁਣਿਆ ਗਿਆ। ਇਹਦੇ ਕੁੱਲ 7 ਮੈਂਬਰ ਸਨ। ਪ੍ਰਸ਼ਨ ਨੰਬਰ 50, ਸੰਵਿਧਾਨ ਨਿਰਮਾਣ ਵਿੱਚ ਕੁੱਲ ਕਿੰਨਾ ਸਮਾਂ ਲੱਗਿਆ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। 2 ਸਾਲ 11 ਮਹੀਨੇ 18 ਦਿਨ ਲੱਗੇ ਸੀ ਜੀ ਸੰਵਿਧਾਨ ਬਣਾਉਣ ਨੂੰ। ਭਾਰਤ ਦੇ ਗਵਰਨਰ ਜਨਰਲ ਦਾ ਅਹੁਦਾ ਕਦੋਂ ਸਥਾਪਿਤ ਕੀਤਾ ਗਿਆ? ਸੋ ਦੋਸਤੋ, ਇਹ ਕੀਤਾ ਗਿਆ ਸੀ 1858 ਦੇ ਵਿੱਚ। ਜਿਹੜਾ ਇਹ ਐਕਟ ਸੀਗਾ ਇਹਨੂੰ ਮੈਗਨਾ ਕਾਰਟਾ ਵੀ ਕਿਹਾ ਜਾਂਦਾ ਸੀ। ਇਸੇ ਐਕਟ ਦੇ ਅਧੀਨ ਦੋਸਤੋ ਜਿਹੜਾ ਈਸਟ ਇੰਡੀਆ ਕੰਪਨੀ ਦਾ ਜਿਹੜਾ ਰਾਜ ਸੀ ਉਹ ਸਿੱਧਾ ਬ੍ਰਿਟਿਸ਼ ਇੰਡੀਆ ਕੰਪਨੀ ਸੀ, ਜਿਹੜੀ ਈਸਟ ਇੰਡੀਆ ਕੰਪਨੀ ਉਹਦਾ ਜਿਹੜਾ ਰਾਜ ਸੀ ਉਹ ਬ੍ਰਿਟਿਸ਼ ਸਰਕਾਰ ਦੇ ਅਧੀਨ ਚਲਾ ਗਿਆ ਸੀ। ਪ੍ਰਸ਼ਨ ਨੰਬਰ 2 ਦੇਖਦੇ ਹਾਂ, ਭਾਰਤੀਆਂ ਦੀ ਸੰਵਿਧਾਨ ਸਭਾ ਦੀ ਮੰਗ ਨੂੰ ਬ੍ਰਿਟਿਸ਼ ਸਰਕਾਰ ਨੇ ਪਹਿਲੀ ਵਾਰ ਅਸਿੱਧੇ ਤੌਰ 'ਤੇ ਕਿਹੜੀ ਯੋਜਨਾ ਤਹਿਤ ਸਵੀਕਾਰ ਕੀਤਾ? ਵੈਰੀ ਇੰਪੋਰਟੈਂਟ ਪ੍ਰਸ਼ਨ। ਇਹ ਅਗਸਤ ਆਫਰ ਯੋਜਨਾ ਸੀ ਜੀ, ਜੋ ਕਿ 8 ਅਗਸਤ 1942 ਦੇ ਵਿੱਚ ਲਾਰਡ ਲਿਨਲਿਥਗੋ ਦੁਆਰਾ ਪੇਸ਼ ਕੀਤੀ ਸੀ ਭਾਰਤੀਆਂ ਦੇ ਅੱਗੇ। ਪ੍ਰਸ਼ਨ ਨੰਬਰ 3 ਦੇਖਦੇ ਹਾਂ, ਕਿਹੜੇ ਆਰਟੀਕਲ ਤਹਿਤ ਸੱਭਿਆਚਾਰਕ ਅਤੇ ਸਿੱਖਿਆ ਦਾ ਅਧਿਕਾਰ ਦਿੱਤਾ ਗਿਆ? ਸੋ ਸੰਵਿਧਾਨ ਦੇ ਆਰਟੀਕਲ 29 ਅਤੇ 30 ਦੇ ਅਨੁਸਾਰ ਸੱਭਿਆਚਾਰਕ ਅਤੇ ਸਿੱਖਿਆ ਦਾ ਅਧਿਕਾਰ ਦਿੱਤਾ ਗਿਆ ਜੀ। ਪ੍ਰਸ਼ਨ ਨੰਬਰ 4, ਭਾਰਤੀ ਸੰਵਿਧਾਨ ਘੱਟ ਗਿਣਤੀਆਂ ਨੂੰ ਕਿਸ ਆਧਾਰ 'ਤੇ ਮਾਨਤਾ ਦਿੰਦਾ ਜੀ? ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹ ਘੱਟ ਗਿਣਤੀਆਂ ਨੂੰ ਧਰਮ ਦੇ ਆਧਾਰ 'ਤੇ ਮਾਨਤਾ ਦਿੰਦਾ ਦੋਸਤੋ। ਪ੍ਰਸ਼ਨ ਨੰਬਰ 5 ਦੇਖਦੇ ਹਾਂ, ਭਾਰਤ ਦੇ ਗਵਰਨਰ ਜਨਰਲ ਦਾ ਅਹੁਦਾ ਕਦੋਂ ਸਥਾਪਿਤ ਕੀਤਾ ਗਿਆ? ਪ੍ਰਸ਼ਨ ਦੁਬਾਰੇ ਆ ਗਿਆ 1858 ਦੇ ਵਿੱਚ। ਸੰਸਦੀ ਸਰਕਾਰ ਵਿੱਚ ਰਾਜ ਦੀ ਅਸਲ ਸ਼ਕਤੀ ਕਿਸ ਦੇ ਹੱਥ ਵਿੱਚ ਹੁੰਦੀ ਹੈ? ਸੋ ਜਿਹੜੀ ਸੰਸਦੀ ਸਰਕਾਰ ਹੁੰਦੀ ਹੈ ਦੋਸਤੋ, ਉਹਦੇ ਵਿੱਚ ਰਾਜ ਦੀ ਜਿਹੜੀ ਅਸਲ ਸ਼ਕਤੀ ਹੈ ਉਹ ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਦੇ ਹੱਥ ਵਿੱਚ ਹੁੰਦੀ ਹੈ। ਸੰਵਿਧਾਨ ਦੀ ਕਿਹੜੀ ਧਾਰਾ ਅਨੁਸਾਰ ਛੂਆ-ਛਾਤ ਇੱਕ ਜੁਰਮ ਹੈ? ਸੋ ਸੰਵਿਧਾਨ ਦੇ ਵਿੱਚ ਸਮਾਨਤਾ ਦੇ ਅਧਿਕਾਰ ਦਿੱਤੇ ਗਏ ਨੇ। ਉਹਨਾਂ ਦੇ ਵਿੱਚੋਂ ਆਰਟੀਕਲ 17 ਜਿਹੜਾ ਉਹ ਧਾਰਾ ਦੇ ਅਨੁਸਾਰ ਛੂਆ-ਛਾਤ ਇੱਕ ਜੁਰਮ ਹੈ ਜੀ। ਮੌਲਿਕ ਅਧਿਕਾਰ ਨੇ ਜਿਹੜੇ ਸਮਾਨਤਾ ਦੇ, ਉਹਦੇ ਵਿੱਚ ਆਰਟੀਕਲ 17 ਆਉਂਦਾ। ਇਹ ਸੰਵਿਧਾਨ ਅਨੁਸਾਰ ਹਿੰਦੀ ਦੇਸ਼ ਦੀ ਕਿਸ ਪ੍ਰਕਾਰ ਦੀ ਭਾਸ਼ਾ ਜੀ? ਇਹ ਦਫ਼ਤਰੀ ਭਾਸ਼ਾ ਹੈਗੀ, ਹਿੰਦੀ ਹੈ ਜਿਹੜੀ।
प्रश्न नंबर 9 करते हैं दोस्तों। भारतीय संविधान विच नागरिकता किहड़े भाग विच है? ये संसद कोल है जी, ते यह आर्टिकल 5 तो 11 तक जिहड़े आर्टिकल ने यह नागरिकता नाल संबंधित ने। सो दोस्तों नागरिकता नाल संबंधित पिछले साल बड़ी वड्डी पੱਧਰ ਤੇ लहर उठी सी, जिहदे विच नागरिकता ਸੋਧ ਬਿੱਲ ਲੈ ਕੇ ਆਂਦਾ ਸੀ। ਇਹ ਉਸੇ ਨਾਲ ਹੀ ਸੰਬੰਧਿਤ ਹੈ ਜੋ ਕਿ ਸੰਸਦ ਦੇ ਕੋਲੇ ਪਾਵਰ ਹੁੰਦੀ ਹੈ ਜੀ। ਪ੍ਰਸ਼ਨ ਨੰਬਰ 10, ਡਾਕਟਰ BR ਅੰਬੇਦਕਰ ਨੇ ਕਿਹੜੇ ਮੌਲਿਕ ਅਧਿਕਾਰ ਨੂੰ ਸੰਵਿਧਾਨ ਦੀ ਆਤਮਾ ਮੰਨਿਆ ਹੈ? ਸੋ ਜਿਹੜਾ ਆਰਟੀਕਲ 32 ਹੈ ਜੀ, ਸੰਵਿਧਾਨਕ ਉਪਚਾਰਾਂ ਦਾ ਅਧਿਕਾਰ, ਜਿਹਦਾ ਨਾਂ ਗਾ ਡਾਕਟਰ ਅੰਬੇਦਕਰ ਨੇ ਮੌਲਿਕ ਅਧਿਕਾਰਾਂ ਦੇ ਇਸ ਨੂੰ ਸੰਵਿਧਾਨ ਦੀ ਆਤਮਾ ਮੰਨਿਆ ਗਾ। ਸੋ ਉਹਨਾਂ ਦੇ ਅਨੁਸਾਰ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਹੈ ਜਿਹੜਾ, ਜੇਕਰ ਕਿਸੇ ਨੂੰ ਸਮੱਸਿਆ ਆਉਂਦੀ ਆ ਤਾਂ ਉਹ ਉਸ ਦੇ ਖਿਲਾਫ ਅਪੀਲ ਕਰ ਸਕਦਾ ਜੀ। ਇਸ ਆਰਟੀਕਲ ਦੇ ਅਕੋਰਡਿੰਗ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਇਹ ਸਹੀ ਹੈ ਜੀ। ਭਾਰਤੀ ਸੰਵਿਧਾਨ ਵਿੱਚ ਮੌਲਿਕ ਕਰਤੱਵ ਕਿਵੇਂ ਸ਼ਾਮਲ ਕੀਤੇ ਗਏ? ਇਹ ਸੋਧ ਕਰਕੇ ਸ਼ਾਮਲ ਕੀਤੇ ਗਏ ਸੀਗੇ ਜੀ। 1976 ਦੇ ਵਿੱਚ 42ਵੀਂ ਸੋਧ ਹੋਈ ਸੀ ਜੀ। 42ਵੀਂ ਸੋਧ ਹੋਈ ਸੀ ਸੰਵਿਧਾਨ ਦੇ ਵਿੱਚ। ਇਹ ਸੋਧ ਦੇ ਰਾਹੀਂ ਸਵਰਨ ਸਿੰਘ ਕਮੇਟੀ ਬਣੀ ਸੀ ਜੀ, ਇੱਕ ਸਵਰਨ ਸਿੰਘ ਕਮੇਟੀ। ਉਸ ਕਮੇਟੀ ਨੇ ਇਹ ਮੌਲਿਕ ਕਰਤੱਵ ਪੇਸ਼ ਕੀਤੇ ਸੀਗੇ ਜੀ 8, ਪਰ ਫਿਰ ਵੀ 10 ਇਹਦੇ ਵਿੱਚ ਨੋਟ ਕਰ ਲਏ ਗਏ ਸੀਗੇ। ਜਿਹੜਾ 11ਵਾਂ ਮੌਲਿਕ ਕਰਤੱਵ ਆ ਉਹ 2002 ਦੇ ਵਿੱਚ 86ਵੀਂ ਸੰਵਿਧਾਨਕ ਸੋਧ ਰਾਹੀਂ ਪੇਸ਼ ਕੀਤਾ ਗਿਆ ਸੀਗਾ। ਸੋ ਭਾਰਤੀ ਸੰਵਿਧਾਨ ਵਿੱਚ ਮੌਲਿਕ ਕਰਤੱਵ ਸੰਵਿਧਾਨਕ ਸੋਧਾਂ ਰਾਹੀਂ ਸ਼ਾਮਲ ਹੋਏ ਸੀ। ਪ੍ਰਸ਼ਨ ਨੰਬਰ 12, ਭਾਰਤੀ ਸੰਵਿਧਾਨ ਵਿੱਚ ਕਿੰਨੇ ਮੌਲਿਕ ਕਰਤੱਵ ਨੇ? ਇਹ 11 ਨੇ ਜੀ। ਹੁਣ ਮੌਲਿਕ ਕਰਤੱਵਾਂ ਨੂੰ ਸੰਵਿਧਾਨ ਵਿੱਚ ਕਦੋਂ ਸ਼ਾਮਲ ਕੀਤਾ ਗਿਆ? 1976 ਦੇ ਵਿੱਚ। 42ਵੀਂ ਜਿਹੜੀ ਸੰਵਿਧਾਨਕ ਸੋਧ ਸੀ 1976 ਦੇ ਵਿੱਚ, ਇਹਨੂੰ ਮਿੰਨੀ ਸੰਵਿਧਾਨ ਕਿਹਾ ਜਾਂਦਾ ਜੀ। 42ਵੀਂ ਸੋਧ ਨੂੰ ਵੈਰੀ ਇੰਪੋਰਟੈਂਟ ਹੈ, ਯਾਦ ਰੱਖਣਾ ਸਾਰਿਆਂ ਨੇ। ਮਿੰਨੀ ਸੰਵਿਧਾਨ ਜਿਹੜੀ 42ਵੀਂ ਸੋਧ ਹੋਈ ਆ ਉਹ ਇੰਨੀ ਵੱਡੀ ਸੋਧ ਸੀ ਜਾਂ ਉਹਦੇ ਵਿੱਚ ਇੰਨਾ ਬਦਲਾਅ ਕੀਤਾ ਗਿਆ ਸੰਵਿਧਾਨ ਦੇ ਵਿੱਚ ਵੀ ਉਹਨੂੰ ਮਿੰਨੀ ਸੰਵਿਧਾਨ ਹੀ ਕਿਹਾ ਜਾਣ ਲੱਗ ਗਿਆ। 14 ਨੰਬਰ ਪ੍ਰਸ਼ਨ ਦੇਖਦੇ ਹਾਂ। ਮੌਲਿਕ ਕਰਤੱਵਾਂ ਨੂੰ ਸੰਵਿਧਾਨ ਵਿੱਚ ਕਿਸ ਦੀ ਸਿਫਾਰਿਸ਼ 'ਤੇ ਸ਼ਾਮਲ ਕੀਤਾ ਗਿਆ? ਆਪਾਂ ਪਹਿਲਾਂ ਕਰ ਚੁੱਕੇ ਹਾਂ। ਸਵਰਨ ਸਿੰਘ ਕਮੇਟੀ ਦੀ ਸਿਫਾਰਿਸ਼ 'ਤੇ ਮੌਲਿਕ ਕਰਤੱਵਾਂ ਨੂੰ ਸੰਵਿਧਾਨ ਵਿੱਚ ਸ਼ਾਮਲ ਕੀਤਾ ਗਿਆ ਜੀ। ਉਸ ਸਮੇਂ 10 ਇਹਨਾਂ ਦੀ ਸਿਫਾਰਿਸ਼ 'ਤੇ 10 ਸ਼ਾਮਲ ਕੀਤੇ ਸੀ। ਜਿਹੜਾ 11ਵਾਂ ਸੀਗਾ ਉਹ 2002 ਦੇ ਵਿੱਚ 86ਵੀਂ ਸੰਵਿਧਾਨਕ ਸੋਧ ਰਾਹੀਂ ਸ਼ਾਮਲ ਕੀਤਾ। ਕਿਹੜੇ ਅਧਿਕਾਰ ਨੂੰ 44ਵੀਂ ਸੰਵਿਧਾਨਕ ਸੋਧ ਕਰਕੇ ਮੌਲਿਕ ਅਧਿਕਾਰਾਂ ਤੋਂ ਬਾਹਰ ਕੱਢ ਦਿੱਤਾ ਗਿਆ? ਸੋ ਇੱਕ 44ਵੀਂ ਸੋਧ ਹੋਈ ਸੀ ਜੀ ਸੰਵਿਧਾਨ ਦੇ ਵਿੱਚ 1978 ਦੇ ਵਿੱਚ। ਇਸ ਸੋਧ ਦੇ ਅਨੁਸਾਰ ਸੰਪਤੀ ਦਾ ਅਧਿਕਾਰ ਸੀ ਜਿਹੜਾ, ਉਹਨੂੰ ਮੌਲਿਕ ਅਧਿਕਾਰਾਂ ਤੋਂ ਬਾਹਰ ਕੱਢ ਕੇ 300A ਦੇ ਵਿੱਚ ਰਾਈਟ ਐਕਟ ਲੀਗਲ ਰਾਈਟ ਬਣਾ ਦਿੱਤਾ ਗਿਆ, ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ ਜੀ। ਸੰਪਤੀ ਦੇ ਅਧਿਕਾਰ ਨੂੰ ਯਾਦ ਰੱਖਣਾ, ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਇਹ। ਪ੍ਰਸ਼ਨ ਨੰਬਰ 16, ਰਾਸ਼ਟਰਪਤੀ ਨੂੰ ਉਸ ਦੇ ਅਹੁਦੇ ਦੀ ਸਹੁੰ ਕੌਣ ਚੁਕਾਉਂਦਾ ਜੀ? ਭਾਰਤ ਦਾ ਜਿਹੜਾ ਮੁੱਖ ਜੱਜ ਹੁੰਦਾ ਹੈ ਉਹ ਰਾਸ਼ਟਰਪਤੀ ਨੂੰ ਉਹਦੇ ਅਹੁਦੇ ਦੀ ਸਹੁੰ ਚੁਕਾਉਂਦਾ ਜੀ। ਪ੍ਰਸ਼ਨ ਨੰਬਰ 17, ਭਾਰਤ ਦਾ ਪਹਿਲਾ ਨਾਗਰਿਕ ਕੌਣ ਹੁੰਦਾ ਹੈ? ਸੋ ਇਹ ਰਾਸ਼ਟਰਪਤੀ ਹੁੰਦਾ ਜੀ ਭਾਰਤ ਦਾ ਜਾਂ ਦੇਸ਼ ਦਾ ਪਹਿਲਾ ਨਾਗਰਿਕ ਭਾਰਤ ਦੇ ਵਿੱਚ। ਜੇਕਰ ਕਿਸੇ ਰਾਜ ਦਾ ਪਹਿਲਾ ਨਾਗਰਿਕ ਪੁੱਛਿਆ ਜਾਵੇ ਰਾਜ ਦੇ ਵਿੱਚ, ਤਾਂ ਉੱਥੇ ਰਾਜਪਾਲ ਹੁੰਦਾ ਜੀ ਰਾਜ ਦੇ ਵਿੱਚ। ਪ੍ਰਸ਼ਨ ਨੰਬਰ 18 ਦੇਖਦੇ ਹਾਂ ਦੋਸਤੋ। ਸੰਯੁਕਤ ਰਾਜ ਅਮਰੀਕਾ ਦੀ ਸੰਸਦ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਜਿਹੜਾ ਸੰਯੁਕਤ ਰਾਜ ਅਮਰੀਕਾ ਦੀ ਸੰਸਦ ਹੈ ਉਹਨੂੰ ਕਾਂਗਰਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਭਾਰਤ ਦੀ ਸੰਸਦ ਨੂੰ ਸੰਸਦ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ। ਭਾਰਤ ਦੀ ਸੰਸਦ ਨੂੰ ਸੰਸਦ ਹੀ ਕਿਹਾ ਜਾਂਦਾ ਹੈ। 19 ਨੰਬਰ ਪ੍ਰਸ਼ਨ ਦੇਖਦੇ ਹਾਂ। ਸਹਿਕਾਰੀ ਸਭਾਵਾਂ ਦਾ ਵਿਸ਼ਾ ਕਿਹੜੀ ਅਨੁਸੂਚੀ ਵਿੱਚ ਹੈ ਜੀ? ਸੋ ਇਹ ਸਮਵਰਤੀ ਸੂਚੀ ਵਿੱਚ ਸ਼ਾਮਲ ਹੈ ਜੀ। 20 ਨੰਬਰ ਪ੍ਰਸ਼ਨ, ਸੰਵਿਧਾਨ ਦੀ ਕਿਹੜੀ ਧਾਰਾ ਅਨੁਸਾਰ ਕਿਸੇ ਰਾਜ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾ ਸਕਦਾ ਹੈ? ਸੋ ਧਾਰਾ 356 ਦੇ ਅਕੋਰਡਿੰਗ ਹੀ ਕਿਸੇ ਰਾਜ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾ ਸਕਦਾ ਜੀ। ਜੇ ਪੁੱਛਿਆ ਜਾਵੇ ਪਹਿਲੀ ਵਾਰ ਰਾਸ਼ਟਰਪਤੀ ਰਾਜ ਕਿੱਥੇ ਲਾਗੂ ਹੋਇਆ, ਤਾਂ ਉਹ ਪੰਜਾਬ 'ਚ ਹੋਇਆ ਸੀ ਜੀ ਪਹਿਲੀ ਵਾਰ 1951 'ਚ।
ਸੋ ਇਹ ਇੱਥੇ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਹੈ ਜਿਹੜਾ ਉਹ 8 ਵਾਰ ਲਾਗੂ ਹੋ ਚੁੱਕਿਆ ਜੀ, 8 ਵਾਰ। ਪ੍ਰਸ਼ਨ ਨੰਬਰ 21 ਦੇਖਦੇ ਹਾਂ, ਸੰਵਿਧਾਨ ਅਨੁਸਾਰ ਕਾਰਜਪਾਲਿਕਾ ਦਾ ਮੁਖੀ ਕੌਣ ਹੁੰਦਾ ਹੈ? ਸੋ ਕਾਰਜਪਾਲਿਕਾ ਦਾ ਮੁਖੀ ਸੰਵਿਧਾਨ ਦੇ ਅਨੁਸਾਰ ਰਾਸ਼ਟਰਪਤੀ ਹੁੰਦਾ ਜੀ। ਕਿਹੜੇ ਮੁੱਖ ਜੱਜ ਨੇ ਬਤੌਰ ਰਾਸ਼ਟਰਪਤੀ ਵੀ ਅਹੁਦਾ ਸੰਭਾਲਿਆ? ਸੋ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। ਐਮ ਹਦਾਇਤੁੱਲਾ ਜਿਹੜਾ ਮੁੱਖ ਜੱਜ ਸੀ, ਉਹਨੇ ਐਜ ਏ ਰਾਸ਼ਟਰਪਤੀ ਕਾਰਜਕਾਰੀ ਰਾਸ਼ਟਰਪਤੀ ਦੇ ਤੌਰ 'ਤੇ ਅਹੁਦਾ ਸੰਭਾਲਿਆ ਸੀ ਜੀ। ਹਦਾਇਤੁੱਲਾ ਜਿਹੜਾ ਜੱਜ ਸੀ, ਉਹਨੇ ਸੰਵਿਧਾਨ ਨੂੰ ਹੀ ਆਤਮਾ ਮੰਨਿਆ ਸੀ ਦੇਸ਼ ਦੀ। ਪ੍ਰਧਾਨ ਮੰਤਰੀ ਦੀ ਤਨਖਾਹ ਅਤੇ ਭੱਤੇ ਕਿਸ ਦੁਆਰਾ ਨਿਰਧਾਰਿਤ ਕੀਤੇ ਜਾਂਦੇ ਨੇ ਜੀ? ਸੋ ਇਹ ਸੰਸਦ ਦੁਆਰਾ ਨਿਰਧਾਰਿਤ ਕੀਤੇ ਜਾਂਦੇ ਨੇ ਜੀ। ਪ੍ਰਧਾਨ ਮੰਤਰੀ ਦੀ ਤਨਖਾਹ ਜਾਂ ਜਿਹੜੇ ਹੋਰ ਮੰਤਰੀ ਹੁੰਦੇ ਨੇ ਉਹਨਾਂ ਦੀਆਂ ਤਨਖਾਹਾਂ ਵਧਾਉਣਾ ਘਟਾਉਣਾ, ਉਹਨਾਂ 'ਚ ਬਦਲਾਅ ਕਰਨਾ, ਇਹ ਸਾਰਾ ਅਧਿਕਾਰ ਸੰਸਦ ਕੋਲੇ ਹੈ ਜੀ। ਅਤੇ ਇਹਨਾਂ ਦਾ ਜਿਹੜਾ ਇਹ ਫੰਡ ਹੈਗਾ, ਇਹ ਸੰਸਦ ਨਿਧੀ ਫੰਡ ਦੇ ਵਿੱਚੋਂ ਆਉਂਦਾ। ਇਹਨਾਂ ਦੀ ਤਨਖਾਹ ਜਿਹੜੀ ਪ੍ਰਧਾਨ ਮੰਤਰੀ ਜੀ ਦੀ ਜਿਹੜੀ ਤਨਖਾਹ ਜਾਂ ਮੰਤਰੀਆਂ ਦੀ ਤਨਖਾਹ ਹੈਗੀ, ਉਹ ਸੰਸਦ ਨਿਧੀ ਫੰਡ ਹੁੰਦਾ, ਇੱਕ ਸਪੈਸ਼ਲ ਸੰਸਦ ਨਿਧੀ ਫੰਡ। ਯਾਦ ਰੱਖਣਾ ਸਾਰਿਆਂ ਨੇ। ਇਹ ਜਿਹੜਾ ਫੰਡ ਹੁੰਦਾ ਇਹ ਕਦੇ ਖਾਲੀ ਨਹੀਂ ਹੁੰਦਾ ਜੀ, ਘਟਦਾ ਨਹੀਂ ਕਦੇ ਵੀ। ਰਾਸ਼ਟਰਪਤੀ ਦੀ ਚੋਣ ਲਈ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ? 35 ਸਾਲ ਉਮਰ ਹੋਣੀ ਚਾਹੀਦੀ ਹੈ ਜੀ ਰਾਸ਼ਟਰਪਤੀ ਦੀ ਚੋਣ ਲਈ। ਜੇਕਰ ਕਿਸੇ ਰਾਸ਼ਟਰਪਤੀ ਦੀ ਕਾਰਜਕਾਲ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਰਾਸ਼ਟਰਪਤੀ ਉਪ ਰਾਸ਼ਟਰਪਤੀ ਕਿੰਨਾ ਸਮਾਂ ਉਹਦੇ ਅਹੁਦੇ 'ਤੇ ਕੰਮ ਕਰ ਸਕਦਾ? ਤਾਂ ਇਹ 6 ਮਹੀਨੇ ਕੰਮ ਕਰ ਸਕਦਾ ਜੀ ਕੋਈ ਉਪ ਰਾਸ਼ਟਰਪਤੀ, ਜੇਕਰ ਕਿਸੇ ਰਾਸ਼ਟਰਪਤੀ ਦੀ ਮੌਤ ਹੋ ਜਾਵੇ। ਪਰ ਇਸ ਸਮੇਂ ਦੌਰਾਨ ਜੇਕਰ ਉਪ ਰਾਸ਼ਟਰਪਤੀ ਰਾਸ਼ਟਰਪਤੀ ਦੇ ਅਹੁਦੇ 'ਤੇ ਕੰਮ ਕਰੂਗਾ ਤਾਂ ਉਪ ਰਾਸ਼ਟਰਪਤੀ ਸਾਰੀਆਂ ਜਿਹੜੀਆਂ ਪਾਵਰਾਂ ਨੇਗੀਆਂ ਉਹ ਰਾਸ਼ਟਰਪਤੀ ਵਾਲੀਆਂ ਰੱਖੂਗਾ ਜੀ। ਤਨਖਾਹ ਵੀ ਉਹਨੂੰ ਰਾਸ਼ਟਰਪਤੀ ਵਾਲੀ ਮਿਲੂਗੀ। ਪ੍ਰਸ਼ਨ ਨੰਬਰ 26 ਦੇਖਦੇ ਹਾਂ, ਰਾਸ਼ਟਰਪਤੀ ਅਤੇ ਮਹਾਦੋਸ਼ ਦੇ ਕਿਹੜੇ ਸਦਨ ਵਿੱਚ ਚਲਾਇਆ ਜਾ ਸਕਦਾ ਹੈ? ਸੋ ਰਾਸ਼ਟਰਪਤੀ ਅਤੇ ਮਹਾਦੋਸ਼ ਹੈ ਜਿਹੜਾ ਜੀ ਉਹ ਕਿਸੇ ਵੀ ਸਦਨ ਵਿੱਚ ਚਲਾਇਆ ਜਾ ਸਕਦਾ ਹੈ, ਚਾਹੇ ਲੋਕ ਸਭਾ ਹੋਵੇ ਚਾਹੇ ਰਾਜ ਸਭਾ। ਰੈਗੂਲੇਟਿੰਗ ਐਕਟ ਕਦੋਂ ਪਾਸ ਕੀਤਾ ਗਿਆ? ਸੋ ਦੋਸਤੋ ਜਿਹੜਾ ਰੈਗੂਲੇਟਿੰਗ ਐਕਟ ਸੀਗਾ ਉਹ 1773 ਦੇ ਵਿੱਚ ਪਾਸ ਕੀਤਾ ਗਿਆ ਸੀਗਾ, ਰੈਗੂਲੇਟਿੰਗ ਐਕਟ। ਇਸ ਐਕਟ ਦੇ ਤਹਿਤ ਹੀ ਕੰਪਨੀ ਨੇ ਰਾਜਨੀਤਿਕ ਤੇ ਪ੍ਰਸ਼ਾਸਨਿਕ ਕੰਮਾਂ ਨੂੰ ਮਾਨਤਾ ਮਿਲ ਗਈ ਸੀ। ਜਦੋਂ 1773 ਦਾ ਐਕਟ ਪਾਸ ਕੀਤਾ ਗਿਆ, ਜਿਹੜਾ ਇਹ ਕੰਪਨੀ ਸੀ ਜਿਹੜੀ ਈਸਟ ਇੰਡੀਆ ਕੰਪਨੀ, ਇਹਨੂੰ ਰਾਜਨੀਤਿਕ ਤੇ ਪ੍ਰਸ਼ਾਸਨਿਕ ਕੰਮਾਂ ਨੂੰ ਮਾਨਤਾ ਮਿਲ ਗਈ ਸੀ। ਇਹ ਵੈਰੀ ਇੰਪੋਰਟੈਂਟ ਹੈ, ਯਾਦ ਰੱਖਣਾ ਜੀ। 28 ਨੰਬਰ ਪ੍ਰਸ਼ਨ ਦੇਖਦੇ ਹਾਂ, ਕਿਹੜੇ ਐਕਟ ਦੁਆਰਾ ਬੰਗਾਲ ਦੇ ਗਵਰਨਰ ਨੂੰ ਬੰਗਾਲ ਦਾ ਗਵਰਨਰ ਜਨਰਲ ਬਣਾ ਦਿੱਤਾ ਗਿਆ? ਰੈਗੂਲੇਟਿੰਗ ਐਕਟ 1773 ਦੇ ਅਕੋਰਡਿੰਗ ਇਹ ਬਣਾਇਆ ਸੀ ਜੀ। ਪਹਿਲਾਂ ਤਾਂ ਬੰਗਾਲ ਦੇ ਵਿੱਚ ਸੀਗਾ ਲਾਰਡ ਕਲਾਈਵ, ਫਿਰ ਵਾਰਨ ਹੇਸਟਿੰਗ ਨੂੰ ਬਣਾ ਦਿੱਤਾ ਗਿਆ ਸੀ ਗਵਰਨਰ ਜਨਰਲ ਬੰਗਾਲ ਦਾ। 29 ਨੰਬਰ ਪ੍ਰਸ਼ਨ ਦੇਖਦੇ ਹਾਂ, ਸੁਪਰੀਮ ਕੋਰਟ ਦੀ ਸਥਾਪਨਾ ਕਿਹੜੇ ਐਕਟ ਅਧੀਨ ਕੀਤੀ ਗਈ? ਰੈਗੂਲੇਟਿੰਗ ਐਕਟ 1774 ਦੇ ਅਧੀਨ ਹੀ ਜੀ ਸੁਪਰੀਮ ਕੋਰਟ ਦੀ ਸਥਾਪਨਾ ਕੀਤੀ ਗਈ। ਸੋ ਸੁਪਰੀਮ ਕੋਰਟ ਕਲਕੱਤਾ ਦੇ ਵਿੱਚ ਇਹ ਬਣਾਈ ਗਈ ਸੀ ਪਹਿਲੀ। ਸੁਪਰੀਮ ਕੋਰਟ ਦੀ ਸਥਾਪਨਾ ਕਿੱਥੇ ਗਈ? ਆਪਾਂ ਹੁਣੇ ਕਰਿਆ, ਕਲਕੱਤਾ ਦੇ ਵਿੱਚ ਹੋਈ ਸੀ ਜੀ ਸੁਪਰੀਮ ਕੋਰਟ ਦੀ ਸਥਾਪਨਾ। ਜਿਹੜੇ ਸੁਪਰੀਮ ਕੋਰਟ ਦੇ ਹੁਣ ਆਰਟੀਕਲ ਨੇ ਜੀ, ਇਹ 124 ਤੋਂ 147 ਤੱਕ ਇਹ ਆਰਟੀਕਲ ਸੁਪਰੀਮ ਕੋਰਟ ਨਾਲ ਸੰਬੰਧਿਤ ਨੇ ਜੀ। ਸੁਪਰੀਮ ਕੋਰਟ ਦਾ ਜਿਹੜਾ ਮੁੱਖ ਜੱਜ ਸੀਗਾ ਆਜ਼ਾਦ ਭਾਰਤ ਦਾ, ਉਹ ਸੀ ਕਨ੍ਹਈਆ। 31 ਨੰਬਰ ਪ੍ਰਸ਼ਨ ਦੇਖਦੇ ਹਾਂ, ਪਿਟਸ ਇੰਡੀਆ ਐਕਟ ਕਦੋਂ ਪਾਸ ਕੀਤਾ ਗਿਆ? ਪਿਟਸ ਇੰਡੀਆ ਐਕਟ ਹੈ ਜਿਹੜਾ 1784 ਦੇ ਵਿੱਚ ਪਾਸ ਕੀਤਾ ਗਿਆ ਜੀ। ਉਸ ਸਮੇਂ ਯੂਕੇ ਦੇ ਜਿਹੜੇ ਪ੍ਰਧਾਨ ਮੰਤਰੀ ਸੀਗੇ ਬ੍ਰਿਟਿਸ਼ ਦੇ, ਉਹ ਪਿਟਸ, ਉਹਨਾਂ ਦਾ ਨਾਂ ਸੀਗਾ ਪਿਟਸ, ਉਹਨਾਂ ਦੇ ਨਾਂ ਦੇ ਆਧਾਰ 'ਤੇ ਇਹ ਐਕਟ ਪਾਸ ਕੀਤਾ ਗਿਆ ਸੀ ਜੀ। 32 ਨੰਬਰ ਪ੍ਰਸ਼ਨ ਦੇਖਦੇ ਹਾਂ, ਕਿਹੜੇ ਐਕਟ ਦੁਆਰਾ ਕੰਪਨੀ ਦੇ ਵਪਾਰਕ ਅਤੇ ਰਾਜਨੀਤਿਕ ਕੰਮਾਂ ਨੂੰ ਵੱਖ-ਵੱਖ ਕੀਤਾ ਗਿਆ? ਸੋ ਪਿਟਸ ਇੰਡੀਆ ਐਕਟ 1784 ਦੇ ਅਕੋਰਡਿੰਗ ਹੀ ਇਹ ਉਹਨਾਂ ਦੇ ਜਿਹੜੇ ਕੰਪਨੀ ਦੇ ਜਿਹੜੇ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਜਾਂ ਵਪਾਰਕ ਕੰਮ ਸੀ ਉਹਨਾਂ ਨੂੰ ਅਲੱਗ ਕਰ ਦਿੱਤਾ ਗਿਆ। ਸੋ ਇਹ 1773 ਦੇ ਰਾਹੀਂ ਇਹਨਾਂ ਨੂੰ ਮਤਲਬ ਮਾਨਤਾ ਮਿਲੀ ਸੀ ਇਹ ਕੰਮਾਂ ਨੂੰ। 1784 'ਚ ਇਹਨਾਂ ਨੂੰ ਅਲੱਗ-ਅਲੱਗ ਕਰ ਦਿੱਤਾ ਜੀ। ਸੰਵਿਧਾਨ ਕਿਸ ਦੁਆਰਾ ਲਿਖਿਆ ਗਿਆ? ਪ੍ਰੇਮ ਬਿਹਾਰੀ ਰਾਇਜ਼ਾਦਾ, ਮਤਲਬ ਇੱਕ ਲਿਖਤ ਕੀਤੀ ਸੀ ਜਿਹੜੀ ਉਹ ਪ੍ਰੇਮ ਬਿਹਾਰੀ ਨੇ ਕੀਤੀ ਸੀ, ਪਰ ਸੰਵਿਧਾਨ ਦਾ ਜਨਮਦਾਤਾ ਜਿਹੜਾ ਉਹ ਮੰਨਿਆ ਜਾਂਦਾ ਡਾਕਟਰ ਅੰਬੇਦਕਰ ਨੂੰ।
ਸੰਵਿਧਾਨ ਨਿਰਮਾਣ ਤੇ ਕਿੰਨਾ ਖਰਚਾ ਆਇਆ ਜੀ? ਲਗਭਗ 64 ਲੱਖ ਰੁਪਏ ਲੱਗੇ ਸੀ ਸੰਵਿਧਾਨ ਬਣਾਉਣ ਦੇ ਉੱਤੇ। 60 ਦੇਸ਼ਾਂ ਦੇ ਵਿੱਚੋਂ ਸੰਵਿਧਾਨ ਦਾ ਜਿਹੜਾ ਖਰੜਾ ਤਿਆਰ ਕੀਤਾ ਗਿਆ ਸੀ, 60 ਦੇਸ਼ਾਂ ਦੇ ਸੰਵਿਧਾਨ ਪੜ੍ਹੇ ਗਏ ਸੀਗੇ। ਕਿਹੜੀ ਸੰਵਿਧਾਨਕ ਸੋਧ ਨੂੰ ਮਿੰਨੀ ਸੰਵਿਧਾਨ ਕਿਹਾ ਜਾਂਦਾ ਹੈ? 42ਵੀਂ ਸੰਵਿਧਾਨਕ ਸੋਧ ਨੂੰ ਮਿੰਨੀ ਸੰਵਿਧਾਨ ਕਿਹਾ ਜਾਂਦਾ ਜੀ। ਭਾਰਤ ਦਾ ਸੰਵਿਧਾਨ ਨਾ ਤਾਂ ਕਠੋਰ ਹੈ ਤੇ ਨਾ ਹੀ ਲਚਕੀਲਾ ਜੀ, ਨਾ ਤਾਂ ਕਠੋਰ ਹੈ ਨਾ ਹੀ ਲਚਕੀਲਾ ਹੈ, ਯਾਦ ਰੱਖਣਾ ਸਾਰਿਆਂ ਨੇ। ਕਿਹੜੇ ਦੇਸ਼ ਦਾ ਸੰਵਿਧਾਨ ਸਭ ਤੋਂ ਲੰਮਾ ਤੇ ਲਿਖਤੀ ਹੈ? ਉਹ ਭਾਰਤ ਦਾ ਸੰਵਿਧਾਨ ਹੈ ਜੀ ਸਭ ਤੋਂ ਲੰਬਾ ਤੇ ਲਿਖਤੀ ਸੰਵਿਧਾਨ। ਕਿਹੜੀ ਸੰਵਿਧਾਨਕ ਧਾਰਾ ਮੌਲਿਕ ਕਰਤੱਵਾਂ ਨਾਲ ਸੰਬੰਧਿਤ ਹੈ? ਸੋ 51A ਜਿਹੜੀ ਧਾਰਾ ਹੈ ਜੀ ਇਹ ਮੌਲਿਕ ਕਰਤੱਵਾਂ ਨਾਲ ਸੰਬੰਧਿਤ ਹੈ, ਜੋ ਕਿ 11 ਨੇ 1976 ਦੇ ਵਿੱਚ 42ਵੀਂ ਸੋਧ ਦੇ ਰਾਹੀਂ ਸਵਰਨ ਸਿੰਘ ਕਮੇਟੀ ਦੇ ਅਕੋਰਡਿੰਗ ਹੀ ਇਹ ਸ਼ਾਮਲ ਕੀਤੇ ਗਏ ਸੀਗੇ। 11ਵਾਂ ਮੌਲਿਕ ਕਰਤੱਵ ਸੰਵਿਧਾਨ ਵਿੱਚ ਕਦੋਂ ਸ਼ਾਮਲ ਕੀਤਾ ਗਿਆ? 11ਵਾਂ ਮੌਲਿਕ ਕਰਤੱਵ ਸੀ ਜਿਹੜਾ 2002 ਦੇ ਵਿੱਚ 86ਵੀਂ ਸੰਵਿਧਾਨਕ ਸੋਧ ਰਾਹੀਂ ਸ਼ਾਮਲ ਕੀਤਾ ਗਿਆ ਜੀ। 86ਵੀਂ ਸੋਧ ਰਾਹੀਂ। ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਦੋਸਤੋ ਇਹ। ਕਿਸੇ ਵੀ ਵਿਅਕਤੀ ਲਈ ਵੋਟਰ ਬਣਨ ਲਈ ਕਿੰਨੀ ਉਮਰ ਹੋਣੀ ਚਾਹੀਦੀ ਹੈ? ਸੋ ਵੋਟ ਪਾਉਣ ਲਈ ਜਿਹੜੀ ਉਮਰ ਹੈ ਜੀ ਉਹ 18 ਸਾਲ ਹੋਣੀ ਚਾਹੀਦੀ ਹੈ, ਪਹਿਲਾਂ 21 ਸਾਲ ਹੁੰਦੀ ਸੀ। ਮੁੱਢਲੇ ਸੰਵਿਧਾਨ ਵਿੱਚ ਵੋਟਰ ਬਣਨ ਲਈ ਕਿੰਨੀ ਉਮਰ ਹੋਣੀ ਚਾਹੀਦੀ ਸੀ ਜੀ? ਇਹ ਪਹਿਲਾਂ 21 ਸਾਲ ਹੁੰਦੀ ਸੀ। ਕਿਹੜੇ ਸਾਲ ਵੋਟਰਾਂ ਲਈ ਉਮਰ 21 ਤੋਂ ਘਟਾ ਕੇ 18 ਸਾਲ ਕੀਤੀ ਗਈ? ਇਹ 1999 ਦੇ ਵਿੱਚ ਕੀਤੀ ਗਈ ਸੀ ਜੀ। 42ਵਾਂ ਪ੍ਰਸ਼ਨ, ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਹੁਣ ਕਿੰਨੇ ਵਾਰ ਸੋਧ ਹੋਈ ਹੈ? ਸੋ ਇਹ 1 ਵਾਰ ਸੋਧ ਹੋਈ ਹੈ ਜੀ ਪ੍ਰਸਤਾਵਨਾ ਦੇ ਵਿੱਚ। ਆਜ਼ਾਦੀ ਦੇ ਸਮੇਂ ਕਿੰਨੀਆਂ ਦੇਸੀ ਰਿਆਸਤਾਂ ਸਨ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। ਆਜ਼ਾਦੀ ਦੇ ਸਮੇਂ ਜਦੋਂ ਭਾਰਤ ਦੇਸ਼ ਆਜ਼ਾਦ ਹੋਇਆ ਉਦੋਂ ਦੇਸੀ ਰਿਆਸਤਾਂ 552 ਸੀ ਜੀ। ਸਰਦਾਰ ਵੱਲਭ ਭਾਈ ਪਟੇਲ ਜੀ ਨੇ ਇਹ ਦੇਸੀ ਰਿਆਸਤਾਂ ਨੂੰ ਭਾਰਤ ਸਰਕਾਰ ਦੇ ਅਧੀਨ ਕੀਤਾ ਸੀਗਾ। 44 ਨੰਬਰ ਪ੍ਰਸ਼ਨ ਦੇਖਦੇ ਹਾਂ। ਹੈਦਰਾਬਾਦ ਨੂੰ ਭਾਰਤ ਵਿੱਚ ਕਿਵੇਂ ਮਿਲਾਇਆ ਗਿਆ? ਪੁਲਿਸ ਕਾਰਵਾਈ ਕਰਕੇ। ਸੋ ਜਿਹੜੀ ਦੇਸੀਆਂ ਰਿਆਸਤਾਂ ਸੀਗੀਆਂ ਹੈਦਰਾਬਾਦ ਸੀ ਜਿਹੜੀ, ਉਹਨਾਂ ਦੇ ਵਿੱਚੋਂ ਹੈਦਰਾਬਾਦ ਨੂੰ ਪੁਲਿਸ ਕਾਰਵਾਈ ਦੇ ਰਾਹੀਂ ਭਾਰਤ ਵਿੱਚ ਮਿਲਾਇਆ ਗਿਆ ਸੀ। ਜਿਹੜੀ ਜੂਨਾਗੜ੍ਹ ਰਿਆਸਤ ਸੀ, ਦੇਖੋ ਜੂਨਾਗੜ੍ਹ ਨੂੰ ਭਾਰਤ ਵਿੱਚ ਕਿਵੇਂ ਮਿਲਾਇਆ ਗਿਆ? ਇਹਨੂੰ ਜਨਮਤ ਸੰਗ੍ਰਹਿ ਦੇ ਦੁਆਰਾ ਮਿਲਾਇਆ ਗਿਆ ਸੀ ਜੀ, ਜੂਨਾਗੜ੍ਹ ਦੇਸੀ ਰਿਆਸਤ ਨੂੰ। ਫਜ਼ਲ ਅਲੀ ਆਯੂਬ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਦੋਸਤੋ। ਪੁਨਰ ਗਠਨ ਆਯੋਗ, ਜੋ ਕਿ 1956 ਦੇ ਵਿੱਚ ਆਇਆ, ਜਿਸ ਦੇ ਅਧੀਨ ਭਾਸ਼ਾ ਦੇ ਆਧਾਰ ਦੇ ਉੱਤੇ ਬਹੁਤ ਸਾਰੇ ਰਾਜ ਬਣੇ। ਪਹਿਲਾ ਰਾਜ ਸੀਗਾ ਆਂਧਰਾ ਪ੍ਰਦੇਸ਼, ਯਾਦ ਰੱਖਣਾ ਸਾਰਿਆਂ ਨੇ, ਆਂਧਰਾ ਪ੍ਰਦੇਸ਼। ਉੜੀਸਾ ਦੀ ਰਾਜਧਾਨੀ ਕਿਹੜੀ ਹੈ ਜੀ? ਭੁਵਨੇਸ਼ਵਰ, ਯਾਦ ਰੱਖਣਾ ਸਭ ਨੇ, ਉੜੀਸਾ ਦੀ ਰਾਜਧਾਨੀ। ਪੰਜਾਬ ਦੇ ਸਿਹਤ ਮੰਤਰੀ ਦਾ ਨਾਂ ਦੱਸੋ। ਸੋ ਦੋਸਤੋ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਪੰਜਾਬ ਦੀ ਕੈਬਨਿਟ ਵੀ ਸਪੈਸ਼ਲ ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ। ਬਲਬੀਰ ਸਿੱਧੂ ਜਿਹੜੇ ਪੰਜਾਬ ਦੇ ਸਿਹਤ ਮੰਤਰੀ ਨੇ ਜੀ। ਕੈਨੇਡਾ ਦੀ ਰਾਜਧਾਨੀ, ਕਿਉਂਕਿ ਤੁਹਾਡੇ ਸਿਲੇਬਸ ਦੇ ਵਿੱਚ ਬਹੁਤ ਸਾਰੀਆਂ ਰਾਜਧਾਨੀਆਂ ਬਾਰੇ ਪੁੱਛਿਆ ਗਿਆ, ਅਲੱਗ-ਅਲੱਗ ਕੰਟਰੀਜ਼ ਦੀਆਂ ਰਾਜ ਦੀਆਂ। ਓਟਾਵਾ ਜਿਹੜੀ ਕੈਨੇਡਾ ਦੀ ਰਾਜਧਾਨੀ ਹੈ ਜੀ। ਸਭ ਤੋਂ ਵੱਧ ਜੰਗਲੀ ਖੇਤਰ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਹੈ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। ਹੁਸ਼ਿਆਰਪੁਰ ਦੇ ਵਿੱਚ ਸਭ ਤੋਂ ਵੱਧ ਜੰਗਲੀ ਖੇਤਰ ਹੈ ਪੰਜਾਬ ਦਾ, ਜਿਹੜਾ ਜ਼ਿਲ੍ਹਾ ਹੁਸ਼ਿਆਰਪੁਰ ਹੈ। ਲੋਕ ਸਭਾ ਦਾ ਮੈਂਬਰ ਬਣਨ ਲਈ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ? ਸੋ ਦੋਸਤੋ ਲੋਕ ਸਭਾ ਹੇਠਲਾ ਸਦਨ ਹੈ, ਇਹਦਾ ਮੈਂਬਰ ਬਣਨ ਦੇ ਲਈ 25 ਸਾਲ ਦੀ ਉਮਰ ਹੋਣੀ ਚਾਹੀਦੀ ਹੈ। ਜੇਕਰ ਰਾਜ ਸਭਾ ਦਾ ਪੁੱਛ ਲਿਆ ਜਾਵੇ, ਰਾਜ ਸਭਾ ਉੱਪਰਲਾ ਸਦਨ ਹੈ, ਇਹਦੇ ਲਈ ਘੱਟੋ ਘੱਟ ਉਮਰ 30 ਸਾਲ ਹੋਣੀ ਚਾਹੀਦੀ ਹੈਗੀ। ਅਗਲਾ ਪ੍ਰਸ਼ਨ ਦੇਖਦੇ ਹਾਂ। ਸਰਕਾਰ ਖਿਲਾਫ ਅਵਿਸ਼ਵਾਸ ਦਾ ਮਤਾ ਕਿੱਥੇ ਪਾਸ ਕੀਤਾ ਜਾਂਦਾ ਹੈ? ਇਹ ਲੋਕ ਸਭਾ ਦੇ ਵਿੱਚ ਪਾਸ ਕੀਤਾ ਜਾਂਦਾ ਜੀ। ਸਰਕਾਰ ਖਿਲਾਫ ਅਵਿਸ਼ਵਾਸ ਦਾ ਮਤਾ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ। 3 ਨੰਬਰ ਪ੍ਰਸ਼ਨ ਦੇਖਦੇ ਹਾਂ ਦੋਸਤੋ। ਲੋਕ ਸਭਾ 1 ਸਾਲ ਵਿੱਚ ਕਿੰਨੇ ਸੈਸ਼ਨ ਬੁਲਾ ਸਕਦੀ ਹੈ? ਲੋਕ ਸਭਾ ਜਿਹੜੀ ਉਹ 1 ਸਾਲ ਦੇ ਵਿੱਚ 3 ਸੈਸ਼ਨ ਬੁਲਾ ਸਕਦੀ ਹੈ। ਲੋਕ ਸਭਾ ਦਾ ਜਿਹੜਾ ਪਿਤਾਮਾ ਹੈ ਉਹ GB ਮਾਵਲਕਾਰ ਨੂੰ ਕਿਹਾ ਜਾਂਦਾ ਹੈ। ਲੋਕ ਸਭਾ ਦਾ ਪਿਤਾਮਾ
वेरी इंपॉर्टेंट प्रश्न है। जी.वी. मावलकर। अगला प्रश्न देखते हैं दोस्तों, भारत की संसद विच शामिल है। भारत की संसद दे विच लोक सभा शामिल है जी, राज सभा शामिल है, राष्ट्रपति शामिल है। सो दोस्तों जिहड़ी लोक सभा है वो आर्टिकल 80 दे विच आउंदी है संविधान दे। राज सभा जिहड़ी वो 81 दे विच आउंदी है, आर्टिकल 81। जिहड़ा राष्ट्रपति है जी वो 52 आर्टिकल के अधीन है। जिहड़ी संसद है जी पूरी दी पूरी इनू 79 आर्टिकल दे विच दर्ज किया गया। सो दोस्तों वैरी इंपॉर्टेंट प्रश्न ने, याद रखना। प्रश्न नंबर 5 करते हैं, राज सभा का वध तो वध समा कितना हुंदा है। सो दोस्तों राज सभा का जिहड़ा वध तो वध समा हुंदा है जी 6 साल हुंदा है। ये स्थाई सदन है, इस सदन नूं भंग नहीं किया जा सकता, ये याद रखना है। राज सभा के जिहड़े 2/3 मैंबर ने जी ये हर 2 साल बाद रिटायर हुंदे ने। 2/3 मैंबर हर 2 साल बाद, याद रखना। छे नंबर प्रश्न, राष्ट्रपति हाउस का पुराना नाम की है। वाइसराय हाउस कहा जाता जी, राष्ट्रपति हाउस का जिहड़ा पुराना नाम है। अगला प्रश्न देखते हैं, संसद विच 0 घंटा किस समय शुरू हुंदा जी। वैरी इंपॉर्टेंट प्रश्न है। संसद विच 0 घंटा किस समय शुरू हुंदा है। 12 बजे जी। 12 बजे लोक सभा दे विच, 1 बजे राज सभा दे विच। 0 घंटा समा जिहड़ा वो भारत की देन है जी, ये याद रखना सारिਆਂ नूं। 8 नंबर प्रश्न देखते हैं, राज सभा का मौजूदा चेयरमैन कौन है जी। वैरी इंपॉर्टेंट प्रश्न है। श्री एम वेंकैया नायडू भारत के उप राष्ट्रपति, जो भारत के उप राष्ट्रपति ने गे वो मौजूदा चेयरमैन ने राज सभा के, याद रखना जी सारिਆਂ ने। जेकर पुछ लिया जाए डिप्टी चेयरमैन कौन है, डिप्टी चेयरमैन ने जिहड़े जी वो हरिवंश नारायण ने गे। मौजूदा राज सभा के डिप्टी चेयरमैन ने जिहड़े हरिवंश नारायण। वैरी इंपॉर्टेंट प्रश्न ने। जे पुछ लिया जाए जिहड़ा राज सभा का लीडर है जी, राज सभा का लीडर हुण थापर चंद गहलोत ने ये। सो दोस्तों याद रखना, राज सभा का इहदे विच जिहड़ा अपोजिशन का लीडर है वो जी गुलाम नबी। सो एक प्रश्न जरूर होर याद रखना, अपोजिशन का जिहड़ा मैंबर बनने लई 10% सीटां जितनियां अति जरूरी हुंदियां ने जी राज सभा दे विच। प्रश्न नंबर 9 करते हैं, प्रधान मंत्री नूं सौं कौन चुकाउंदा जी। भारत का राष्ट्रपति। भारत का राष्ट्रपति जिहड़ा प्रधान मंत्री नूं सौं चुकाउंदा है। सो मौजूदा समय विच भारत के राष्ट्रपति ने जिहड़े वो मोदी ने जी, नरेंद्र दामोदर दास मोदी। याद रखना ये 14वें ने जी, हुण गिनती के आधार पर ये 14वें ने। मनमोहन सिंह सी जिहड़े वो 13वें सीगे, ये दूजी बार चुने गए ने। अहुदे ते रहिंदे होए किन्ने प्रधान मंत्रियों की मौत हुई। सो अहुदे ते रहिंदे होए 3 प्रधान मंत्रियों की मौत हो चुकी है जी। जेकर पुछ लिया जाए भारत की पहली औरत प्रधानमंत्री तो वो इंदिरा गांधी सी जी। इंदिरा गांधी भारत की पहली औरत प्रधानमंत्री सी। जेकर पुछ लिया जाए वड्डी उम्र का प्रधानमंत्री कौन रहा है, मुरारजी देसाई सी जी। मुरारजी देसाई सी जिहड़े ये वड्डी उम्र दे सीगे। राजीव गांधी जिहड़े ये छोटी उम्र के प्रधानमंत्री रहे ने जी। वैरी इंपॉर्टेंट प्रश्न ने। सो अगला प्रश्न देखते हैं, प्रश्न नंबर 11। सो दोस्तों आपां इहदे विच इस चैप्टर दे विच अपने इस सैट दे विच पोलीटिकल, जोग्राफी ते हिस्टरी दे नाल संबंधित सारे जीके दे प्रश्न लेके आवांगे। सो 11 नंबर प्रश्न जो कि हिस्टरी नाल संबंधित है। सिंधु घाटी सभ्यता की लिपि किहो जिही सी। सो दोस्तों ये चित्रमई सीगी।
चित्रां दे नाल संबंधित सीगी सिंधु घाटी दी सभ्यता दी लिपि। सो याद रखना, इहनूं हले तक पढ़िया नहीं गया। जिहड़ी सिंधु घाटी दी सभ्यता हैगी पढ़िया नहीं गया, याद रखना। सो दोस्तों जिहड़ी ये लिपि हैगी इहदे वर्ण ने जिहड़े अखर किने जिन्हों वर्ण कहने आपां चित्रां दे तरह च, 270 ने जी। वैरी इंपॉर्टेंट गल ये भी आ। सो दोस्तों जिहड़ी ये लिखी जाती है, ये लिखी जाती है जी सज्जे तो खब्बे। वैरी इंपॉर्टेंट गल है, सज्जे तो खब्बे लिखी जाती है, सज्जे तो खब्बे ये लिखी जाती है। सो सिंधु घाटी की सभ्यता चित्रमई हैगी, वर्ण 270 ने, सज्जे तो खब्बे लिखी जाती है, इनू हाले तक नहीं पढ़िया गया। 12 नंबर प्रश्न देखते हैं, आर्या लोक कदों भारत आए। आर्या लोक 1500 ईसा पूर्व तो 1000 ईसा पूर्व के समय दे विच जी भारत आए सन। सो ये अफगानिस्तान के रस्ते आए सी जी, याद रखना। अफगानिस्तान के रस्ते ये भारत पहुँचे। जिहड़े आर्या लोक सीगे, ये आर्या लोकां नूं श्रेष्ठ कहा जाता है। प्रश्न नंबर 13 दोस्तों, आर्कटिक होम दी वेदाज का लेख कौन है। सो बाल गंगाधर तिलक ने यह किताब लिखी सी जी। बाल गंगाधर तिलक कांग्रेस दे विच गर्म धड़े दे महान आगू सीगे। बाल गंगाधर तिलक ने बहुत सारे अखबार कढ़े सी, बंगाल गस्ट ते होर बहुत सारे सीगे। आपां अगली वीडियो दे विच इन्हां दे बाल गंगाधर तिलक दे बारे चानना पावांगे तुहानूं। 14 नंबर प्रश्न, ऋग्वेद तो बाद किहड़े 3 वेद रचे गए। ऋग्वेद है जिहड़ा वो पहली अपना ग्रंथ जिहड़ा सीगा जी वेद सीगा पहला। उस तो बाद जिहड़े 3 वेद रचे गए सीगे जी, सामवेद, यजुर्वेद, अथर्ववेद। जिहड़ा सामवेद सीगा ये संगीत दे नाल संबंधित सी। जिहड़ा यजुर्वेद सीगा जी ये जग करन नाल संबंधित सीगा, जग करदे सी लोक। जिहड़ा अथर्ववेद सीगा जी ये जादू टूणे नाल संबंधित सीगा, जादू टूणा करते सीगे लोग। ये उहदे नाल संबंधित सी, इहदे नाल जादू टूणे दे नाल संबंधित ही सारे सलोक वगैरह लिखे हुए सीगे, मंत्र लिखे सी। अगला प्रश्न देखते हैं, 15 नंबर प्रश्न, ऋग्वेद नूं किन्ने मंडलों में वंडिया गया। वैरी इंपॉर्टेंट प्रश्न है दोस्तों। ऋग्वेद नूं किन्ने मंडलों में वंडिया गया। ये वंडिया गया जी 10 मंडलों के विच। हरेक मंडल का अपने अपनियां गतिविधियां सीगियां, जिमें कि आपां देख लैंदे आ। 7वां मंडल सी जिहड़ा वैरी इंपॉर्टेंट, इहदे विच 10 राजियां दे युद्ध का वर्णन किया होया जी। 10 राजियां का जिहड़ा युद्ध होया सी दशराथ युद्ध, ਉਹਦਾ वर्णन है 7वें मंडल ਦੇ ਵਿੱਚ। ਜਿਹੜਾ 8ਵਾਂ ਮੰਡਲ है जी, ਉਹ ਹੱਥ ਨਾਲ ਲਿਖਿਆ ਹੋਇਆ ਖਿੱਲ ਬੋਲਿਆ ਜਾਂਦਾ, ਉਹਨੂੰ ਹੱਥ ਨਾਲ ਲਿਖਿਆ ਖਿੱਲ 8ਵੇਂ ਮੰਡਲ ਨੂੰ ਬੋਲਿਆ ਜਾਂਦਾ ਹੈ। ਵੈਰੀ ਇੰਪੋਰਟੈਂਟ ਹੈ ਜੀ ਇਹ। ਜਿਹੜਾ 10 ਨੰਬਰ ਹੈਗਾ ਜੀ ਮੰਡਲ, ਇਹਦੇ ਵਿੱਚ 4 ਜਾਤਾਂ ਦਾ ਵਰਣਨ ਸੀਗਾ, 4 ਜਾਤਾਂ ਦਾ ਵਰਣਨ ਕੀਤਾ ਹੋਇਆ। 9ਵਾਂ ਵੈਰੀ ਇੰਪੋਰਟੈਂਟ ਮੰਡਲ है जी ਇਹਦਾ ऋग्वेद का 9ਵਾਂ ਜਿਹੜਾ ਮੰਡਲ है, ਇਹਦੇ ਵਿੱਚ सोम देवते का वर्णन है जी। सोम देवते का वर्णन है 9वें मंडल ਦੇ ਵਿੱਚ। सो ਇਹਦੇ 10 ਮੰਡਲ ਨੇਗੇ ऋग्वेद ਦੇ ਵਿੱਚ। अगला प्रश्न देखते हैं, जैन धर्म ਵਿੱਚ गुरु ਨੂੰ ਕੀ ਕਿਹਾ ਜਾਂਦਾ है। जैन धर्म ਵਿੱਚ गुरु ਨੂੰ तीर्थंकर ਕਿਹਾ ਜਾਂਦਾ जी। जैन धर्म ਦਾ ਜਿਹੜਾ ਪਹਿਲਾ तीर्थ अंकर सीगा वो सी ऋषभदेव। वैरी इंपॉर्टेंट है ऋषभदेव। ये जिहड़े सीगे जी ये कुल सीगे 24 में सी जिहड़े वो महावीर स्वामी जी सी हन। प्रश्न नंबर 17 दोस्तों, महावीर स्वामी दे 3 रत्न किहड़े हन। सो महावीर स्वामी दे जिहड़े 3 रत्न ने जी, सच्ची सरदा, सच्चा ज्ञान ते सच्चा आचरण। प्रश्न नंबर 18, जैन धर्म किहड़े 2 संप्रदावां विच वंडिया गया। जैन धर्म 2 संप्रदावां विच वंडिया गया सीगा जी, दिगंबर ते श्वेतांबर। जो दिगंबर दा प्रधान सी जी वो भद्रबहू सीगा।
ਭੱਦਰ ਬਹੂ ਇਹ ਦਿਗੰਬਰ ਦਾ ਪ੍ਰਧਾਨ ਸੀ। ਸਿਤੰਬਰ ਦਾ ਪ੍ਰਧਾਨ ਸੀ ਜਿਹੜਾ ਜੀ ਉਹ ਸੀਗਾ ਸਥੂਲ ਭੱਦਰ। ਵੈਰੀ ਇੰਪੋਰਟੈਂਟ ਪ੍ਰਸ਼ਨ ਨੇ। ਸਥੂਲ ਭੱਦਰ ਸਿਤੰਬਰ ਦਾ ਪ੍ਰਧਾਨ ਸੀ, ਦਿਗੰਬਰ ਦਾ ਪ੍ਰਧਾਨ ਸੀਗਾ ਭੱਦਰ ਬਹੂ। ਸੋ ਅਗਲਾ ਪ੍ਰਸ਼ਨ ਦੇਖਦੇ ਹਾਂ। ਪ੍ਰਸ਼ਨ ਨੰਬਰ 19, ਮਹਾਤਮਾ ਬੁੱਧ ਦਾ ਜਨਮ ਕਦੋਂ ਹੋਇਆ? ਸੋ ਦੋਸਤੋ ਮਹਾਤਮਾ ਬੁੱਧ ਦਾ ਜਨਮ ਸੀ ਜਿਹੜਾ ਉਹ 1567 ਈਸਵੀ ਦੇ ਵਿੱਚ ਹੋਇਆ ਸੀਗਾ। ਇਹ ਹੋਇਆ ਸੀ ਜੀ ਨੇਪਾਲ ਦੇ ਤਰਾਈ ਜ਼ਿਲ੍ਹੇ ਦੇ ਲੂੰਬਣੀ ਪਿੰਡ ਦੇ ਵਿੱਚ। ਨੇਪਾਲ ਦੇ ਵਿੱਚ ਹੋਇਆ ਸੀ ਜੀ। ਨੇਪਾਲ ਦਾ ਇੱਕ ਜ਼ਿਲ੍ਹਾ ਸੀਗਾ ਤਰਾਈ, ਉਹਦਾ ਪਿੰਡ ਸੀਗਾ ਲੂੰਬਣੀ ਤਰਾਈ ਜ਼ਿਲ੍ਹੇ ਦਾ। ਉਹਦੇ ਵਿੱਚ ਮਹਾਤਮਾ ਬੁੱਧ ਦਾ ਜਨਮ ਹੋਇਆ ਸੀ। ਸੋ ਇਹਦਾ ਜਿਹੜਾ ਮੁੱਢਲਾ ਨਾਮ ਸੀ, ਬਚਪਨ ਦਾ ਨਾਂ ਸੀ, ਉਹ ਸੀਗਾ ਜੀ ਸਿਧਾਰਥ। ਸਿਧਾਰਥ ਇਹਦਾ ਮੁੱਢਲਾ ਨਾਮ ਸੀ। ਮਹਾਤਮਾ ਬੁੱਧ ਦੇ ਪਿਤਾ ਦਾ ਕੀ ਨਾਂ ਸੀ ਜੀ? ਸੁਧੋਧਨ ਸੀ ਉਹਨਾਂ ਦੇ ਪਿਤਾ ਦਾ ਨਾਂ। ਮਹਾਤਮਾ ਬੁੱਧ ਦੇ ਪਿਤਾ ਦਾ ਨਾਂ ਸੁਧੋਧਨ ਸੀ। ਸੋ ਦੋਸਤੋ ਇੱਥੇ ਉਹਨਾਂ ਦੀ ਮਾਤਾ ਦਾ ਨਾਂ ਜੇ ਪੁੱਛਿਆ ਜਾਵੇ, ਉਹਦਾ ਨਾਂ ਸੀਗਾ ਮਹਾਦੇਵੀ। ਮਹਾਦੇਵੀ, ਪਰ ਉਹ ਉਹਦੀ ਛੋਟੀ ਉਮਰ ਦੇ ਵਿੱਚ ਹੀ ਮਰ ਗਏ ਸੀ। ਇਹਨਾਂ ਨੂੰ ਮਾਸੀ ਨੇ ਪਾਲਿਆ ਸੀਗਾ ਮਹਾਤਮਾ ਬੁੱਧ ਨੂੰ। ਮਾਸੀ ਸੀਗੀ ਗੌਤਮੀ। ਗੌਤਮੀ ਨੇ ਪਾਲਿਆ ਸੀ ਮਾਸੀ ਨੇ। ਅਗਲਾ ਪ੍ਰਸ਼ਨ ਦੇਖਦੇ ਹਾਂ। 21 ਨੰਬਰ ਪ੍ਰਸ਼ਨ, ਮਹਾਤਮਾ ਬੁੱਧ ਦੇ ਬਚਪਨ ਦਾ ਨਾਂ ਕੀ ਸੀ? ਸਿਧਾਰਥ ਜੀ। ਮਹਾਤਮਾ ਬੁੱਧ ਦੇ ਬਚਪਨ ਦਾ ਨਾਂ ਸਿਧਾਰਥ ਸੀ। ਪ੍ਰਸ਼ਨ ਨੰਬਰ 22 ਦੋਸਤੋ, ਮਹਾਤਮਾ ਬੁੱਧ ਦੇ ਨਿਰਮਾਣ ਤੋਂ ਬਾਅਦ ਬੁੱਧ ਧਰਮ ਕਿਹੜੇ ਦੋ ਸੰਪਰਦਾਵਾਂ ਵਿੱਚ ਵੰਡਿਆ ਗਿਆ? ਇਹ ਵੰਡਿਆ ਗਿਆ ਸੀ ਜੀ ਹੀਨਯਾਨ, ਮਹਾਯਾਨ। ਹੀਨਯਾਨ ਨੂੰ ਛੋਟਾ ਰੱਥ ਕਿਹਾ ਜਾਂਦਾ ਹੈ, ਛੋਟਾ ਰੱਥ। ਮਹਾਯਾਨ ਨੂੰ ਵੱਡਾ ਰੱਥ ਕਿਹਾ ਜਾਂਦਾ ਹੈ। ਸੋ ਦੋਸਤੋ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਇਹ ਜਿਹੜਾ 3 ਸੰਪਰਦਾਵਾਂ ਦੇ ਵਿੱਚ ਵੰਡਿਆ ਹੋਇਆ ਨੋਟ ਕਰਾਇਆ ਗਿਆ। ਤੀਜੀ ਨੂੰ ਦੱਸਿਆ ਗਿਆ ਵਜਰਯਾਨ। ਵਜਰਯਾਨ। ਪ੍ਰਸ਼ਨ ਨੰਬਰ 23 ਕਰਦੇ ਹਾਂ ਦੋਸਤੋ। ਸਿਕੰਦਰ ਕਿੱਥੋਂ ਦਾ ਰਾਜਾ ਸੀ? ਇਹ ਮਕਦੂਨੀਆ ਦਾ, ਯੂਨਾਨ ਦਾ ਰਾਜਾ ਸੀ ਜੀ ਸਿਕੰਦਰ। ਸੋ ਜਿਹੜਾ ਪੰਜਾਬ ਦੇ ਵਿੱਚ ਸਿਕੰਦਰ ਦਾ ਸੈਨਾਪਤੀ ਸੀ ਜੀ ਉਹ ਸੀ ਫਿਲਿਪਸ। ਯਾਦ ਰੱਖਣਾ, ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਸਿਕੰਦਰ ਦਾ ਪੰਜਾਬ ਦੇ ਵਿੱਚ ਮੁੱਖ ਅਧਿਕਾਰੀ ਸੀ, ਜਿਹੜਾ ਸੈਨਾਪਤੀ ਸੀ, ਉਹ ਫਿਲਿਪਸ ਸੀ। 24 ਨੰਬਰ ਪ੍ਰਸ਼ਨ ਦੋਸਤੋ, ਮੌਰੀਆ ਸਾਮਰਾਜ ਦਾ ਮੋਢੀ ਕੌਣ ਸੀ? ਇਹ ਚੰਦਰਗੁਪਤ ਮੌਰੀਆ ਸੀ ਜੀ, ਮੌਰੀਆ ਸਾਮਰਾਜ ਦਾ ਮੋਢੀ। ਮੌਰੀਆ ਸਾਮਰਾਜ ਨੂੰ ਮੁਕਤੀਦਾਤਾ ਵੀ ਕਿਹਾ ਜਾਂਦਾ ਦੋਸਤੋ। ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਪੁੱਛ ਲਿਆ ਜਾਂਦਾ ਵੀ ਭਾਰਤ ਦਾ ਮੁਕਤੀਦਾਤਾ ਕਿਸ ਨੂੰ ਕਿਹਾ ਜਾਂਦਾ? ਮੌਰੀਆ ਸਾਮਰਾਜ ਨੂੰ। ਕੌਟਲਿਆ ਕਿੱਥੋਂ ਦਾ ਵਾਸੀ ਸੀ? ਵੈਰੀ ਇੰਪੋਰਟੈਂਟ ਪ੍ਰਸ਼ਨ। ਇਹ ਤਕਸ਼ਿਲਾ ਦਾ ਸੀਗਾ ਜੀ ਕੌਟਲਿਆ। ਇਹਨੂੰ ਚਾਣਕਿਆ ਦਾ ਨਾਂ ਵੀ ਦਿੱਤਾ ਗਿਆ, ਚਾਣਕਿਆ ਵੀ ਕਿਹਾ ਜਾਂਦਾ ਹੈ। ਕੌਟਲਿਆ ਨੂੰ ਚਾਣਕਿਆ ਕਿਹਾ ਜਾਂਦਾ ਹੈਗਾ। ਅਰਥ ਸ਼ਾਸਤਰ ਨਾਂ ਦੀ ਕਿਤਾਬ ਲਿਖੀ ਸੀ ਜੀ ਕੌਟਲਿਆ ਨੇ। ਅਰਥ ਸ਼ਾਸਤਰ ਦੀ ਜਿਹੜੀ ਕਿਤਾਬ ਸੀ ਉਹ ਕੌਟਲਿਆ ਨੇ ਲਿਖੀ ਸੀ। ਅਗਲਾ ਪ੍ਰਸ਼ਨ ਕਰਦੇ ਹਾਂ ਦੋਸਤੋ। ਸਲਿਊਕਸ ਕੌਣ ਸੀ? ਇਹ ਸਿਕੰਦਰ ਦਾ ਸੈਨਾਪਤੀ ਸੀ ਜੀ, ਸਲਿਊਕਸ। ਸਿਕੰਦਰ ਦੀ ਮੌਤ ਤੋਂ ਬਾਅਦ ਇਹ ਬੇਬੀਲੋਨ ਦਾ ਸ਼ਾਸਕ ਬਣ ਗਿਆ ਸੀ ਜੀ, ਬੰਬੀਲੋਨ ਦਾ। ਬੰਬੀਲੋਨ ਜਾਂ ਬੇਬੀਲੋਨ ਕਹਿ ਦਿੰਦੇ ਇਹਨੂੰ। ਸਿਕੰਦਰ ਦਾ ਜਿਹੜਾ ਸੈਨਾਪਤੀ ਸਲਿਊਕਸ ਸੀ, ਇਹ ਬੰਬੀਲੋਨ ਦਾ ਫਿਰ ਉਹਦੀ ਮੌਤ ਤੋਂ ਬਾਅਦ ਸ਼ਾਸਕ ਬਣ ਗਿਆ। 27 ਨੰਬਰ ਪ੍ਰਸ਼ਨ, ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਮੈਗਸਥਨੀਜ਼ ਕੌਣ ਸੀ? ਇਹ ਇੱਕ ਯੂਨਾਨੀ ਰਾਜਦੂਤ ਸੀਗਾ ਜੀ। ਇੰਡਿਕਾ ਨਾਂ ਦੀ ਇਹਨੇ ਪੁਸਤਕ ਲਿਖੀ ਸੀ ਜਿਹੜੀ ਵੈਰੀ ਇੰਪੋਰਟੈਂਟ ਹੈ, ਇੰਡਿਕਾ। ਇਹ ਇੰਡਿਕਾ ਪੁਸਤਕ ਦੇ ਰਾਹੀਂ ਹੀ ਮੌਰੀਆ ਸਾਮਰਾਜ ਦੀ ਜਿਹੜੀ ਜਾਣਕਾਰੀ ਮਿਲਦੀ ਹੈ ਸਾਰੀ ਜੀ, ਇੰਡਿਕਾ ਪੁਸਤਕ ਦੇ ਵਿੱਚੋਂ। 28 ਨੰਬਰ ਪ੍ਰਸ਼ਨ ਦੇਖਦੇ ਹਾਂ ਦੋਸਤੋ। ਅਸ਼ੋਕ ਦਾ ਰਾਜ ਤਿਲਕ ਕਦੋਂ ਹੋਇਆ? ਅਸ਼ੋਕ ਦਾ ਰਾਜ ਤਿਲਕ 269 ਈਸਾ ਪੂਰਵ ਦੇ ਵਿੱਚ ਹੋਇਆ ਜੀ। ਇਹਦੇ 8 ਸਾਲ ਬਾਅਦ 261 ਈਸਾ ਪੂਰਵ ਦੇ ਵਿੱਚ, ਵੈਰੀ ਇੰਪੋਰਟੈਂਟ ਹੈ, ਇਹ ਕਲਿੰਗ ਦਾ ਯੁੱਧ ਹੋਇਆ ਸੀ, ਜਿਹੜਾ ਕਿ ਅਸ਼ੋਕ ਦੇ ਜੀਵਨ ਦਾ ਮਹਾਨ ਪਹਿਲੂ ਸੀਗਾ। ਅਸ਼ੋਕ ਦਾ ਰਾਜ ਤਿਲਕ 269 ਈਸਾ ਪੂਰਵ ਦੇ ਵਿੱਚ ਹੋਇਆ। 8 ਸਾਲ ਬਾਅਦ 261 ਈਸਾ ਪੂਰਵ ਦੇ ਵਿੱਚ ਕਲਿੰਗ ਦਾ ਯੁੱਧ ਹੋਇਆ ਜੀ। 29 ਨੰਬਰ ਪ੍ਰਸ਼ਨ, ਅਸ਼ੋਕ ਦੇ ਕਲਿੰਗ 'ਤੇ ਹਮਲਾ ਕਦੋਂ ਕੀਤਾ? ਸੋ ਕਰ ਚੁੱਕੇ ਆਪਾਂ 261 ਈਸਾ ਪੂਰਵ ਦੇ ਵਿੱਚ। 1 ਲੱਖ ਲੋਕ ਪ੍ਰਭਾਵਿਤ ਹੋਏ ਸੀ, ਇਹਦੇ ਵਿੱਚ ਮਾਰੇ ਗਏ ਸੀ, ਜ਼ਖਮੀ ਹੋਏ ਸੀ 1 ਲੱਖ ਲੋਕ।
ਕਲਿੰਗ ਯੁੱਧ ਤੋਂ ਬਾਅਦ ਅਸ਼ੋਕ ਨੇ ਲੜਾਈ ਵਾਲਾ ਕੰਮ ਸੀ ਜਿਹੜਾ ਉਹ ਛੱਡ ਦਿੱਤਾ ਸੀ, ਬੁੱਧ ਧਰਮ ਅਪਣਾ ਲਿਆ ਸੀਗਾ ਜੀ ਅਸ਼ੋਕ ਨੇ। ਸੋ ਇਹ ਜਿਹੜਾ ਉਪਗੁਪਤ ਇੱਕ ਬੋਧੀ ਭਿਕਸ਼ੂ ਸੀਗਾ ਜਿਹਦੇ ਰਾਹੀਂ ਇਹ ਨੇ ਬੁੱਧ ਧਰਮ ਅਪਣਾਇਆ ਸੀ। ਕਲਿੰਗ ਯੁੱਧ ਤੋਂ ਬਾਅਦ ਅਸ਼ੋਕ ਨੇ ਕਿਹੜਾ ਧਰਮ ਅਪਣਾਇਆ? ਸੋ ਦੋਸਤੋ ਇਹ ਅਪਣਾਇਆ ਸੀ ਬੁੱਧ ਧਰਮ ਉਪਗੁਪਤ ਦੀ ਸਹਾਇਤਾ ਨਾਲ। ਉਪਗੁਪਤ ਨਾਮ ਦਾ ਇੱਕ ਬੋਧੀ ਭਿਕਸ਼ੂ ਸੀ, ਉਹਦੀ ਸਹਾਇਤਾ ਦੇ ਨਾਲ ਬੁੱਧ ਧਰਮ ਇਹਨੇ ਅਪਣਾ ਲਿਆ ਸੀਗਾ ਅਸ਼ੋਕ ਨੇ। 31 ਨੰਬਰ ਪ੍ਰਸ਼ਨ ਦੇਖਦੇ ਹਾਂ ਦੋਸਤੋ। ਅਸ਼ੋਕ ਨੇ ਆਪਣੇ ਪੁੱਤਰ ਮਹਿੰਦਰ ਅਤੇ ਪੁੱਤਰੀ ਸੰਘਮਿੱਤਰਾ ਨੂੰ ਧਰਮ ਪ੍ਰਚਾਰ ਲਈ ਕਿੱਥੇ ਭੇਜਿਆ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। ਇਹ ਸ੍ਰੀਲੰਕਾ ਭੇਜਿਆ ਸੀ ਇਹਨੂੰ ਬੁੱਧ ਧਰਮ ਦੇ ਪ੍ਰਚਾਰ ਦੇ ਲਈ। ਜਿਹੜਾ ਮਹਿੰਦਰ ਅਤੇ ਸੰਘਮਿੱਤਰਾ ਸੀ ਇਹ ਅਸ਼ੋਕ ਦੀ ਜਿਹੜੀ ਪਤਨੀ ਦੇਵੀ ਸੀ ਜੀ ਉਹਦੇ ਬੱਚੇ ਸੀਗੇ। ਅਗਲਾ ਪ੍ਰਸ਼ਨ ਦੇਖਦੇ ਹਾਂ। ਅਸ਼ੋਕ ਮੌਰੀਆ ਸਾਮਰਾਜ ਦੀ ਰਾਜਧਾਨੀ ਦਾ ਨਾਂ ਕੀ ਸੀ? ਇਹ ਪਾਟਲੀਪੁੱਤਰ ਸੀ ਜੀ ਮੌਰੀਆ ਸਾਮਰਾਜ ਦੀ ਰਾਜਧਾਨੀ ਦਾ ਨਾਂ। ਅਸ਼ੋਕ 100 ਭਰਾ ਸੀਗੇ ਜੀ, ਇਹ ਬਿੰਦੂਸਾਰ ਦੇ 100 ਬੱਚੇ ਸੀਗੇ। ਅਸ਼ੋਕ ਹੋਰੀ 100 ਭਰਾ ਸੀਗੇ। ਅਸ਼ੋਕ ਤੇ ਸੁਸ਼ੀਲ ਇਹ ਦੋ ਇਹਦੇ ਵਿੱਚੋਂ ਇੰਪੋਰਟੈਂਟ ਨੇ, ਸੁਸ਼ੀਲ। 33 ਨੰਬਰ ਪ੍ਰਸ਼ਨ। ਮੌਰੀਆ ਕਾਲ ਦੇ ਪ੍ਰਸਿੱਧ ਵਿਸ਼ਵ ਵਿਦਿਆਲੇ ਕਿਹੜੇ ਸਨ? ਸੋ ਇਹ ਸਨ ਜੀ ਤਕਸ਼ਿਲਾ ਤੇ ਬਨਾਰਸ। ਮੌਰੀਆ ਵੰਸ਼ ਦਾ ਅੰਤਮ ਸ਼ਾਸਕ ਕੌਣ ਸੀ? ਇਹ ਸੀਗਾ ਜੀ ਬ੍ਰਿਹਦਰਥ। ਮੌਰੀਆ ਵੰਸ਼ ਦਾ ਜਿਹੜਾ ਅੰਤਮ ਸ਼ਾਸਕ ਸੀ ਬ੍ਰਿਹਦਰਥ ਸੀ। ਪੁਸ਼ਯਾਮਿੱਤਰ ਸੁੰਗ ਨੇ ਇਹਦਾ ਕਤਲ ਕੀਤਾ ਸੀ ਜੀ। ਪੁਸ਼ਯਾਮਿੱਤਰ ਸੁੰਗ ਸੀ ਜਿਹੜਾ ਉਹਨੇ ਇਹਦਾ ਕਤਲ ਕਰਕੇ ਸੁੰਗ ਵੰਸ਼ ਦੀ ਜਿਹੜੀ ਨੀਂਹ ਰੱਖੀ ਸੀ। 33 ਨੰਬਰ ਪ੍ਰਸ਼ਨ। ਪੁਸ਼ਯਾਮਿੱਤਰ ਸੁੰਗ ਨੇ ਕਿਹੜੇ ਵੰਸ਼ ਦੀ ਸਥਾਪਨਾ ਕੀਤੀ? ਸੁੰਗ ਵੰਸ਼ ਦੀ ਸਥਾਪਨਾ ਕੀਤੀ ਸੀ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ। ਸੁੰਗ ਵੰਸ਼ ਨੇ ਕਿੰਨਾ ਸਮਾਂ ਰਾਜ ਕੀਤਾ? ਇਹ ਰਾਜ ਕੀਤਾ ਸੀ ਜੀ ਸੁੰਗ ਵੰਸ਼ ਨੇ 112 ਸਾਲ। 37 ਨੰਬਰ ਪ੍ਰਸ਼ਨ। ਯੂਨਾਨੀਆਂ ਦੇ ਸਮੇਂ ਕਿਹੜੇ ਧਰਮਾਂ ਦਾ ਵਿਕਾਸ ਜ਼ਿਆਦਾ ਹੋਇਆ? ਸੋ ਯੂਨਾਨੀਆਂ ਦੇ ਸਮੇਂ ਹਿੰਦੂ ਅਤੇ ਬੁੱਧ ਧਰਮ ਦਾ ਜ਼ਿਆਦਾ ਵਿਕਾਸ ਹੋਇਆ ਸੀ। ਯੂਨਾਨੀਆਂ ਦਾ ਇੱਕ ਜਿਹੜਾ ਰਾਜਾ ਸੀ ਮਿਨਾਂਦਰ, ਇਹ ਬੜਾ ਮਸ਼ਹੂਰ ਹੋਇਆ ਜੀ ਮਿਨਾਂਦਰ। ਸ਼ਕ ਮੂਲ ਰੂਪ ਵਿੱਚ ਕਿੱਥੋਂ ਦੇ ਰਹਿਣ ਵਾਲੇ ਸਨ? ਜੋ ਜਿਹੜਾ ਸ਼ਕ ਕਬੀਲਾ ਸੀਗਾ ਜੀ ਉਹ ਮੱਧ ਏਸ਼ੀਆ ਦਾ ਰਹਿਣ ਵਾਲਾ ਸੀ। ਅਗਲਾ ਪ੍ਰਸ਼ਨ ਦੇਖਦੇ ਹਾਂ ਦੋਸਤੋ। 39 ਨੰਬਰ ਪ੍ਰਸ਼ਨ। ਰੁਦਰਮਨ ਪਹਿਲੇ ਦੀਆਂ ਪ੍ਰਾਪਤੀਆਂ ਬਾਰੇ ਸਾਨੂੰ ਕਿਹੜੇ ਅਭਿਲੇਖ ਤੋਂ ਜਾਣਕਾਰੀ ਮਿਲਦੀ ਹੈ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। ਜੂਨਾਗੜ੍ਹ ਦੇ ਅਭਿਲੇਖ ਤੋਂ ਜੋ ਰੁਦਰਮਨ ਦਾ ਲਿਖਿਆ ਹੋਇਆ ਸੀ ਜੂਨਾਗੜ੍ਹ ਦਾ ਅਭਿਲੇਖ। ਅਗਲਾ ਪ੍ਰਸ਼ਨ ਦੇਖਦੇ ਹਾਂ ਦੋਸਤੋ। ਕੁਸ਼ਾਨ ਵੰਸ਼ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਕੌਣ ਸੀ? ਇਹ ਸੀ ਜੀ ਕਨਿਸ਼ਕ ਸੀ। ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਇਸੇ ਨੇ ਬੁੱਧ ਧਰਮ ਨੂੰ ਇਹ ਮੰਨਦਾ ਸੀਗਾ। ਇਹਨੇ ਚੌਥੀ ਬੋਧੀ ਸਭਾ ਕਰਾਈ ਸੀ ਜੀ। ਬੋਧੀ ਸਭਾ ਸੀ ਜਿਹੜੀ ਚੌਥੀ ਇਹ ਕਰਾਈ ਸੀ ਇਹਨੇ ਕਨਿਸ਼ਕ ਨੇ। ਪ੍ਰਸ਼ਨ ਨੰਬਰ 41 ਦੋਸਤੋ। ਵਾਤਾਵਰਨ ਦੇ ਸੋ ਦੋਸਤੋ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਚੁੱਕਿਆ ਵੀ ਪੋਲੀਟੀਕਲ ਹਿਸਟਰੀ ਤੇ ਜੀਓਗ੍ਰਾਫੀ ਦੇ ਪ੍ਰਸ਼ਨ ਹੋਣਗੇ। ਰਲਵੇਂ ਪ੍ਰਸ਼ਨ ਤੁਹਾਡੇ ਲਈ ਵੈਰੀ ਇੰਪੋਰਟੈਂਟ ਪ੍ਰਸ਼ਨ ਪਰ ਲੈ ਕੇ ਆ ਰਹੇ ਹਾਂ। ਜੀਓਗ੍ਰਾਫੀ ਦੇ ਪ੍ਰਸ਼ਨ ਵੀ ਇਹਦੇ ਵਿੱਚ ਸ਼ਾਮਲ ਕੀਤੇ ਨੇ। ਆਪਾਂ ਵਾਤਾਵਰਨ ਦੇ ਮੰਡਲਾਂ ਵਿੱਚੋਂ ਕਿਸ ਮੰਡਲ ਵਿੱਚ ਸਭ ਤੋਂ ਵੱਧ ਅਦਲਾ ਬਦਲੀ ਹੁੰਦੀ ਹੈ? ਸੋ ਵਾਤਾਵਰਨ ਦਾ ਜਿਹੜਾ ਮੰਡਲ ਹੈ ਜੀ ਵਾਯੂ ਮੰਡਲ ਦੇ ਵਿੱਚ ਸਭ ਤੋਂ ਵੱਧ ਅਦਲਾ ਬਦਲੀ ਹੁੰਦੀ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ। ਧਰਤੀ ਦੀ ਸਭ ਤੋਂ ਉੱਪਰਲੀ ਪਰਤ ਨੂੰ ਕੀ ਕਹਿੰਦੇ ਨੇ? ਸੋ ਇਹ ਕਹਿੰਦੇ ਨੇ ਜੀ ਸਿਆਲ ਚਾਪੜ ਕਹਿੰਦੇ ਨੇ ਧਰਤੀ ਦੀ ਸਭ ਤੋਂ ਉੱਪਰਲੀ ਪਰਤ ਨੂੰ। ਧਰਤੀ ਦੀਆਂ 3 ਪਰਤਾਂ ਨੇ ਜੀ, ਯਾਦ ਰੱਖਣਾ ਸਾਰੀਆਂ 3 ਪਰਤਾਂ ਨੇ ਧਰਤੀ ਦੀਆਂ। ਕਿਹੜੀਆਂ ਕਿਹੜੀਆਂ ਨੇ ਆਪਾਂ ਨੋਟ ਕਰਦੇ ਹਾਂ। ਸਿਆਲ, ਪਹਿਲੀ ਸਿਆਲ ਜਿਹਨੂੰ ਚਾਪੜ ਕਿਹਾ ਗਿਆ, ਸਿਆਲ ਸੀਮਾ ਨਾਈਫ, ਇਹ 3 ਪਰਤਾਂ ਨੇ ਜੀ। ਇੱਥੇ ਸਿਆਲ ਦਾ ਜਿਹੜਾ ਅਰਥ ਹੈ ਉਹਦੇ ਵਿੱਚ ਸਿਲੀਕੋਨ ਤੇ ਐਲੂਮੀਨੀਅਮ ਤੱਤ ਪਾਏ ਜਾਂਦੇ ਨੇ। ਸੀਮਾ ਦੇ ਵਿੱਚ ਸਿਲੀਕਾਨ ਮੈਗਨੀਸੀਅਮ। ਨਾਈਫ ਜੋ ਕਿ ਅੰਦਰੂਨੀ ਹੈਗੀ ਪਰਤ ਹੈ, ਜਿਹੜੀ ਅੰਦਰੂਨੀ ਪਰਤ ਹੈਗੀ ਇਹਦੇ ਵਿੱਚ ਨਿਕਲ ਤੇ ਲੋਹਾ ਮਿਲਦਾ ਜੀ। 43 ਨੰਬਰ ਪ੍ਰਸ਼ਨ। ਧਰਤੀ ਦੇ ਸਭ ਤੋਂ ਅੰਦਰੂਨੀ ਭਾਗ ਨੂੰ ਕੀ ਕਹਿੰਦੇ ਨੇ? ਨਾਈਫ ਕਹਿੰਦੇ ਨੇ ਜੀ। ਧਰਤੀ ਦਾ ਅੰਦਰੂਨੀ ਭਾਗ ਹੈ ਜਿਹੜਾ ਉਹ ਨਾਈਫ ਹੈ। ਧਰਤੀ ਦੇ ਅੰਦਰੂਨੀ ਭਾਗ ਵਿੱਚ ਮਿਲਦੇ ਅਤਿਅੰਤ ਗਰਮ ਅਤੇ ਪਿਘਲੇ ਤਰਲ ਨੂੰ ਕੀ ਆਖਿਆ ਜਾਂਦਾ? ਉਹਨੂੰ ਮੈਗਮਾ ਆਖਿਆ ਜਾਂਦਾ ਜੀ।
ਮੈਗਮਾ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਮੈਗਮਾ ਤਾਂ ਇਹ ਹੁੰਦਾ ਵੀ ਉਹ ਧਰਤੀ ਦੀਆਂ ਤਰੇੜਾਂ ਵਿੱਚ ਹੀ ਜੰਮ ਜਾਂਦਾ, ਅਤੇ ਇੱਕ ਕਈ ਵਾਰ ਧਰਤੀ ਨੂੰ ਪਾੜ ਕੇ ਉਹ ਉੱਪਰ ਨਿਕਲ ਆਉਂਦਾ ਅਤੇ ਪਠਾਰਾਂ ਦੇ ਰੂਪ ਦੇ ਵਿੱਚ ਜੰਮ ਜਾਂਦਾ ਬਾਹਰ ਧਰਤੀ 'ਤੇ। ਅਗਲਾ ਪ੍ਰਸ਼ਨ 45 ਨੰਬਰ ਪ੍ਰਸ਼ਨ ਦੇਖਦੇ ਹਾਂ। ਐਲੂਮੀਨੀਅਮ ਦੀ ਕੱਚੀ ਧਾਤ ਦਾ ਨਾਂ ਦੱਸੋ। ਸੋ ਬਾਕਸਾਈਟ ਹੈ ਜੀ ਐਲੂਮੀਨੀਅਮ ਦੀ ਕੱਚੀ ਧਾਤ। ਜਹਾਜ਼ ਬਣਾਉਣ ਲਈ ਵਰਤੀ ਜਾਂਦੀ ਹੈ ਇਹ। ਜਹਾਜ਼ ਬਣਾਉਣ ਦੇ ਲਈ ਐਲੂਮੀਨੀਅਮ ਬਾਕਸਾਈਟ ਨੂੰ ਵਰਤਿਆ ਜਾਂਦਾ ਹੈ ਜੀ। ਯਾਦ ਰੱਖਣਾ, ਇਹਨੂੰ ਜੰਗ ਨਹੀਂ ਲੱਗਦੀ, ਇਹਨੂੰ ਜੰਗ ਨਹੀਂ ਲੱਗਦੀ, ਜਰ ਕਹਿ ਦਿੰਦੇ ਹਾਂ ਜਿਹਨੂੰ ਆਪਾਂ। ਭਾਰਤ ਦੀਆਂ ਕਿਹੜੀਆਂ ਨਦੀਆਂ ਦਰਾੜ ਘਾਟੀਆਂ ਵਿੱਚ ਵਹਿੰਦੀਆਂ ਨੇ। ਸੋ ਵੈਰੀ ਇੰਪੋਰਟੈਂਟ ਪ੍ਰਸ਼ਨ। ਨਰਮਦਾ ਅਤੇ ਤਾਪਤੀ ਦਰਾੜ ਘਾਟੀਆਂ ਵਿੱਚ ਵਹਿੰਦੀਆਂ ਨੇ ਜੀ। ਨਰਮਦਾ ਨਦੀ ਦੇ ਕੰਢੇ ਗੁਜਰਾਤ ਦੇ ਵਿੱਚ ਵੱਲਭ ਭਾਈ ਪਟੇਲ ਦੀ ਜਿਹੜੀ ਮੂਰਤੀ ਬਣਾਈ ਹੋਈ ਹੈ ਜੀ, ਵੱਲਭ ਭਾਈ ਪਟੇਲ ਦੀ। 47 ਨੰਬਰ ਪ੍ਰਸ਼ਨ। ਭੂਚਾਲ ਕਾਰਨ ਹੋਏ ਨੁਕਸਾਨ ਨੂੰ ਮਾਪਣ ਲਈ ਕਿਹੜਾ ਪੈਮਾਨਾ ਵਰਤਿਆ ਜਾਂਦਾ ਹੈ। ਵਰਤਿਆ ਜਾਂਦਾ ਜੀ ਮਾਰਕਨੀ ਪੈਮਾਨਾ। ਹਵਾ ਵਿੱਚ ਸਭ ਤੋਂ ਜ਼ਿਆਦਾ ਗੈਸ ਕਿਹੜੀ ਪਾਈ ਜਾਂਦੀ ਹੈ ਜੀ। ਹਵਾ ਵਿੱਚ ਗੈਸ ਹੈ ਜਿਹੜੀ ਸਭ ਤੋਂ ਵੱਧ ਹੈ ਜਿਹੜੀ ਉਹ ਨਾਈਟ੍ਰੋਜਨ ਪਾਈ ਜਾਂਦੀ ਹੈ ਜੀ। ਨਾਈਟ੍ਰੋਜਨ ਪਾਈ ਜਾਂਦੀ ਹੈ ਜਿਹੜੀ। ਇਹ ਗੈਸ ਹੁੰਦੀ ਹੈ ਜੀ 78.03%। ਸੋ ਦੋਸਤੋ ਇਸੇ ਤਰੀਕੇ ਨਾਲ ਹੀ ਆਕਸੀਜਨ ਦੀ ਵੀ ਮਾਤਰਾ ਹੁੰਦੀ ਹੈ ਇਹਦੇ ਵਿੱਚ, ਜੋ ਕਿ 21%, ਲਗਭਗ 21% ਹੁੰਦੀ ਹੈ। 49 ਨੰਬਰ ਪ੍ਰਸ਼ਨ। ਸਮੋਕ ਕਿਸ ਨੂੰ ਆਖਦੇ ਨੇ। ਧੁੰਦ ਅਤੇ ਧੂਏਂ ਦੇ ਮਿਸ਼ਰਣ ਨੂੰ। ਜਦੋਂ ਧੁੰਦ ਅਤੇ ਧੂੰਆਂ ਇਕੱਠੇ ਹੋ ਜਾਂਦੇ ਆ ਉਹਨੂੰ ਸਮੋਕ ਕਹਿੰਦੇ ਨੇ। ਅਗਲਾ ਪ੍ਰਸ਼ਨ ਦੇਖਦੇ ਹਾਂ। ਪ੍ਰਸ਼ਨ ਨੰਬਰ 50। ਵਾਯੂਮੰਡਲ ਦੀ ਸਭ ਤੋਂ ਹੇਠਲੀ ਪਰਤ ਦਾ ਨਾਂ ਕੀ ਹੈ ਜੀ। ਜਿਹੜੀ ਹੇਠਲੀ ਪਰਤ ਹੈ ਜੀ ਉਹਦਾ ਨਾਂ ਹੈਗਾ ਅਸ਼ਾਂਤ ਮੰਡਲ। ਸੋ ਦੋਸਤੋ ਜਿਹੜਾ ਅਸ਼ਾਂਤ ਮੰਡਲ ਹੈ ਇਹਦੀ ਆਕਾਰ ਹੈ ਜੀ ਉਹ ਆਂਡੇ ਵਰਗਾ ਹੈਗਾ। ਜਿਹੜੇ ਇਹ ਮੰਡਲ ਹੈਗਾ ਅਸ਼ਾਂਤ ਮੰਡਲ, ਇੱਥੇ ਮੀਂਹ ਹਨੇਰੀ ਚੱਲਦੇ ਰਹਿੰਦੇ ਨੇ। ਇਹ ਪ੍ਰਭਾਵਿਤ ਖੇਤਰ ਹੈ ਜੀ ਸਾਰਾ ਵਾਯੂਮੰਡਲ ਦਾ। ਪਹਿਲਾ ਪ੍ਰਸ਼ਨ ਦੇਖਦੇ ਹਾਂ ਜੀ। ਕਿਹੜੇ ਪ੍ਰਧਾਨ ਮੰਤਰੀ ਨੂੰ ਮਰਨ ਤੋਂ ਬਾਅਦ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। ਸੋ ਦੋਸਤੋ ਅਜਿਹਾ ਕਿਹੜਾ ਪ੍ਰਧਾਨ ਮੰਤਰੀ ਸੀ ਜਿਹਨੂੰ ਮਰਨ ਤੋਂ ਬਾਅਦ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। ਉਹ ਸੀ ਜੀ ਲਾਲ ਬਹਾਦਰ ਸ਼ਾਸਤਰੀ ਜੀ। ਲਾਲ ਬਹਾਦਰ ਸ਼ਾਸਤਰੀ ਜੀ ਦੀ ਜਿਹੜੀ ਮੌਤ ਸੀ ਜੀ ਉਹ ਵਿਦੇਸ਼ ਦੌਰੇ 'ਤੇ ਹੋ ਗਈ ਸੀ। ਵਿਦੇਸ਼ੀ ਦੌਰੇ 'ਤੇ ਗਏ ਸੀ ਇਹ ਬਾਹਰ, ਉੱਥੇ ਇਹਨਾਂ ਦੀ ਮੌਤ ਹੋ ਗਈ ਸੀਗੀ। ਸੋ ਦੋਸਤੋ ਇਹਨਾਂ ਦੀ ਮੌਤ ਤੋਂ ਬਾਅਦ ਜਿਹੜੇ ਗੁਲਜ਼ਾਰੀ ਲਾਲ ਨੰਦਾ ਸੀਗੇ ਉਹਨਾਂ ਨੂੰ ਐਕਟਿੰਗ PM ਬਣਾਇਆ ਗਿਆ ਸੀ, ਅਤੇ ਇਹ ਦੂਜੀ ਵਾਰ ਬਣੇ ਸੀ। ਪਹਿਲਾਂ ਜਵਾਹਰ ਲਾਲ ਨਹਿਰੂ ਤੋਂ ਬਾਅਦ ਐਕਟਿੰਗ PM ਬਣੇ ਗੁਲਜ਼ਾਰੀ ਲਾਲ ਨੰਦਾ। ਫਿਰ ਇਹਨਾਂ ਦੇ ਮਰਨ ਤੋਂ ਲਾਲ ਬਹਾਦਰ ਸ਼ਾਸਤਰੀ ਦੇ ਮਰਨ ਤੋਂ ਬਾਅਦ ਇਹ ਐਕਟਿੰਗ PM ਬਣੇ ਸੀ। ਅਗਲਾ ਪ੍ਰਸ਼ਨ ਦੇਖਦੇ ਹਾਂ ਦੋਸਤੋ। 2 ਨੰਬਰ ਪ੍ਰਸ਼ਨ। ਭਾਰਤ ਦੇ ਰਾਸ਼ਟਰਪਤੀ ਦਾ ਸੰਵਿਧਾਨਕ ਅਹੁਦਾ ਕਿਸ ਨਾਲ ਮਿਲਦਾ ਜੁਲਦਾ ਹੈ। ਸੋ ਦੋਸਤੋ ਜਿਹੜਾ ਭਾਰਤ ਦਾ ਰਾਸ਼ਟਰਪਤੀ ਆ ਉਹਦਾ ਸੰਵਿਧਾਨਕ ਅਹੁਦਾ ਜਿਹੜਾ ਜੀ ਉਹ UK ਦੇ ਮੋਨਾਰਕ ਨਾਲ ਮਿਲਦਾ ਹੈ। UK ਦੇ ਵਿੱਚ ਜਿਹੜਾ ਰਾਜਾ ਹੁੰਦਾ ਉਹਦੀਆਂ ਸ਼ਕਤੀਆਂ ਦੇ ਨਾਲ ਭਾਰਤ ਦੀ ਰਾਸ਼ਟਰਪਤੀ ਦੀਆਂ ਸ਼ਕਤੀਆਂ ਦਾ ਮੇਲ ਹੁੰਦਾ ਹੈਗਾ। 3 ਨੰਬਰ ਪ੍ਰਸ਼ਨ ਦੋਸਤੋ। ਕਿਹੜੇ ਅਨੁਛੇਦ ਅਨੁਸਾਰ ਭਾਰਤ ਦਾ ਰਾਸ਼ਟਰਪਤੀ ਮਾਫੀ ਦੇ ਸਕਦਾ ਹੈ। ਸੋ ਰਾਸ਼ਟਰਪਤੀ ਕੋਲੇ ਮਾਫੀਆਂ ਦੇਣ ਦੀ ਜਿਹੜੀ ਸ਼ਕਤੀ ਹੁੰਦੀ ਹੈ ਜੀ ਇਹ ਕਿਹੜੇ ਆਰਟੀਕਲ ਦੇ ਦਿੰਦਾ ਹੈ। ਅਨੁਛੇਦ 72 ਦੇ ਅਨੁਸਾਰ ਇਹ ਮਾਫੀ ਦੇ ਸਕਦਾ ਜੀ। ਮਾਫੀ ਇਹ 3 ਤਰ੍ਹਾਂ ਦੀ ਦੇ ਸਕਦੇ ਨੇ ਰਾਸ਼ਟਰਪਤੀ ਨੇ ਜਿਹੜੇ। ਸੋ ਦੋਸਤੋ ਪੂਰੀ ਸਜ਼ਾ ਮਾਫ ਵੀ ਕਰ ਸਕਦੇ ਨੇ, ਸਜ਼ਾ ਦਾ ਰੂਪ ਵੀ ਬਦਲ ਸਕਦੇ ਨੇ, ਸਜ਼ਾ ਨੂੰ ਘੱਟ ਵੀ ਕਰ ਸਕਦੇ ਨੇ। ਜੇਕਰ ਫਾਂਸੀ ਦੀ ਗੱਲ ਹੋਵੇ, ਫਾਂਸੀ ਦੇ ਬਾਰੇ ਵਿੱਚ ਇਹ ਆਰਜੀ ਤੌਰ 'ਤੇ ਥੋੜ੍ਹੀ ਘਣੀ ਰੋਕ ਲਾ ਸਕਦੇ ਨੇ, ਉਹਨੂੰ ਮਾਫ ਨਹੀਂ ਕਰ ਸਕਦੇ। ਸੋ ਜਿਹੜੇ ਹੁਣ ਰਾਸ਼ਟਰਪਤੀ ਨੇ ਉਹ ਰਾਮਨਾਥ ਕੋਵਿੰਦ ਨੇ। 14ਵੇਂ ਯਾਦ ਰੱਖਣਾ, 14ਵੇਂ ਰਾਸ਼ਟਰਪਤੀ ਨੇ ਰਾਮਨਾਥ ਕੋਵਿੰਦ ਜੀ। ਇਹ ਜਦੋਂ ਚੁਣੇ ਗਏ ਸੀ 25 ਅਗਸਤ 2014 ਤੋਂ ਇਹ ਰਾਸ਼ਟਰਪਤੀ ਬਣੇ ਹੋਏ ਨੇ ਰਾਮਨਾਥ ਕੋਵਿੰਦ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ। ਰਾਸ਼ਟਰਪਤੀ ਦੇ ਅਹੁਦੇ ਦਾ ਦੇਸ਼ ਵਿੱਚ ਕੀ ਦਰਜਾ ਹੈ। ਸੋ ਦੋਸਤੋ ਪਹਿਲਾ ਦਰਜਾ ਹੁੰਦਾ ਰਾਸ਼ਟਰਪਤੀ ਦਾ ਦੇਸ਼ ਦੇ ਵਿੱਚ। ਪਹਿਲਾ ਨਾਗਰਿਕ ਕਿਹਾ ਜਾਂਦਾ ਦੇਸ਼ ਦਾ ਰਾਸ਼ਟਰਪਤੀ ਨੂੰ। ਪਹਿਲਾ ਨਾਗਰਿਕ ਯਾਦ ਰੱਖਣਾ, ਕਈ ਵਾਰ ਇੱਦਾਂ ਹੀ ਪ੍ਰਸ਼ਨ ਆ ਜਾਂਦਾ ਹੈ ਦੇਸ਼ ਦਾ ਪਹਿਲਾ ਨਾਗਰਿਕ ਕੌਣ ਹੁੰਦਾ ਹੈ। ਰਾਸ਼ਟਰਪਤੀ ਹੁੰਦਾ ਜੀ। 5 ਨੰਬਰ ਪ੍ਰਸ਼ਨ ਦੇਖਦੇ ਹਾਂ। ਸਰਕਾਰ ਦੀਆਂ ਕਾਰਜਕਾਰੀ ਕਾਰਵਾਈਆਂ ਕਿਸ ਦੇ ਨਾਮ 'ਤੇ ਕੀਤੀਆਂ ਜਾਂਦੀਆਂ ਨੇ। ਸੋ ਇਹ ਸਾਰੀਆਂ ਰਾਸ਼ਟਰਪਤੀ ਦੇ ਨਾਮ 'ਤੇ ਕੀਤੀਆਂ ਜਾਂਦੀਆਂ ਨੇ ਜੀ।
ਵੀਟੋ ਸ਼ਬਦ ਦਾ ਕੀ ਅਰਥ ਹੈ? ਵੀਟੋ ਸ਼ਬਦ ਦਾ ਅਰਥ ਹੈ ਜੀ ਵਰਜਿਤ ਜਾਂ ਮਨਾਹੀ। ਰਾਸ਼ਟਰਪਤੀ ਕੋਲੇ ਵੀਟੋ ਪਾਵਰ ਹੁੰਦੀ ਹੈ ਜੀ। ਇਹ 3 ਤਰ੍ਹਾਂ ਦੀਆਂ ਹੁੰਦੀਆਂ ਨੇਗੀਆਂ। ਸੋ ਜਿਹੜਾ ਸੰਸਦ ਦੇ ਵਿੱਚ ਸੋਧ ਕਰਨ ਵਾਲੀ ਕਾਨੂੰਨ ਹੁੰਦਾ ਹੈ, ਸੰਸਦ ਦੇ ਵਿੱਚ ਸੋਧ ਹੁੰਦੀ ਹੈ ਜਦੋਂ, ਉਹ 'ਤੇ ਇਹ ਆਪਣੀ ਪਾਵਰ ਨਹੀਂ ਵਰਤ ਸਕਦਾ, ਵੀਟੋ ਪਾਵਰ ਰਾਸ਼ਟਰਪਤੀ। ਬਾਕੀ ਸਾਰੇ ਥਾਂ 'ਤੇ ਇਹ ਕਿਸੇ ਨਵੇਂ ਬਣਾਏ ਕਾਨੂੰਨ ਦੇ ਸਾਈਨ ਕਰਨ ਸਮੇਂ ਆਪਣੀ ਸ਼ਕਤੀ ਵਰਤ ਸਕਦਾ ਹੈ, ਵੀਟੋ ਸ਼ਕਤੀ ਵਰਤ ਸਕਦਾ ਹੈ, ਵੀਟੋ ਪਾਵਰਾਂ ਲਾ ਸਕਦਾ ਇਹ। 7 ਨੰਬਰ ਪ੍ਰਸ਼ਨ ਦੇਖਦੇ ਹਾਂ ਜੀ। ਉਹ ਕਿਹੜਾ ਇਕੱਲਾ ਰਾਸ਼ਟਰਪਤੀ ਹੈ ਜੋ ਲਗਾਤਾਰ 2 ਵਾਰ ਚੁਣਿਆ ਗਿਆ ਜੀ? ਡਾਕਟਰ ਰਾਜਿੰਦਰ ਪ੍ਰਸਾਦ ਨੂੰ 2 ਵਾਰੀ ਚੁਣਿਆ ਗਿਆ ਸੀਗਾ ਜੀ। ਰਾਸ਼ਟਰਪਤੀ ਰਾਜ ਸਭਾ ਲਈ ਕਿੰਨੇ ਮੈਂਬਰ ਨਾਮਜ਼ਦ ਕਰਦਾ ਹੈ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਦੋਸਤੋ। ਰਾਸ਼ਟਰਪਤੀ ਹੈ ਜਿਹੜਾ ਉਹ ਰਾਜ ਸਭਾ ਦੇ ਵਿੱਚ 12 ਮੈਂਬਰ ਨਾਮਜ਼ਦ ਕਰਦਾ ਜੀ। ਰਾਜ ਸਭਾ ਦੇ ਵਿੱਚ, ਲੋਕ ਸਭਾ ਦੇ ਵਿੱਚ 2 ਮੈਂਬਰ ਨਾਮਜ਼ਦ ਕਰਦਾ ਹੁੰਦਾ ਸੀ ਪਹਿਲਾਂ, ਪਰ ਹੁਣ 104ਵੀਂ ਸੋਧ ਹੋਈ ਹੈ ਜਿਹੜੀ 2019 'ਚ, ਉਹਦੇ ਰਾਹੀਂ ਇਹ ਸਾਰੇ ਕੈਂਸਲ ਕਰ ਦਿੱਤੇ ਗਏ ਨੇ। 9 ਨੰਬਰ ਪ੍ਰਸ਼ਨ ਦੋਸਤੋ। ਸ਼੍ਰੀ ਰਾਮਨਾਥ ਕੋਵਿੰਦ ਭਾਰਤ ਦੇ ਕਿੰਨਵੇਂ ਰਾਸ਼ਟਰਪਤੀ ਨੇ? ਇਹ 14ਵੇਂ ਨੇ ਜੀ। 14ਵੇਂ ਰਾਸ਼ਟਰਪਤੀ ਨੇ। 25 ਅਗਸਤ 2014 ਤੋਂ ਇਹ ਚੁਣੇ ਹੋਏ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਜੀ। ਦੇਸ਼ ਦੇ ਵਿੱਚ ਉਪ ਰਾਸ਼ਟਰਪਤੀ ਦਾ ਦਰਜਾ ਕੀ ਹੈ ਜੀ? ਉਪ ਰਾਸ਼ਟਰਪਤੀ ਦਾ ਦਰਜਾ ਦੂਸਰਾ ਹੁੰਦਾ ਹੈ। ਜੇਕਰ ਕਿਸੇ ਕਾਰਨ ਕਰਕੇ ਰਾਸ਼ਟਰਪਤੀ ਦਾ ਅਹੁਦਾ ਖਾਲੀ ਹੋਵੇ ਤਾਂ ਉਪ ਰਾਸ਼ਟਰਪਤੀ ਰਾਸ਼ਟਰਪਤੀ ਦੇ ਅਹੁਦੇ 'ਤੇ ਕੰਮ ਕਰਦਾ ਹੈ ਅਤੇ ਜਿਹੜੀਆਂ ਸਾਰੀਆਂ ਸ਼ਕਤੀਆਂ ਅਤੇ ਤਨਖਾਹਾਂ ਜਿਹੜੀਆਂ ਉਹ ਰਾਸ਼ਟਰਪਤੀਆਂ ਵਾਲੀਆਂ ਲੈਂਦਾ ਹੈ। ਅਤੇ ਉਪ ਰਾਸ਼ਟਰਪਤੀ ਰਾਜ ਸਭਾ ਦਾ ਚੇਅਰਮੈਨ ਹੁੰਦਾ ਜੀ। ਮੌਜੂਦਾ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ। ਅਗਲਾ ਪ੍ਰਸ਼ਨ ਦੇਖਦੇ ਹਾਂ। 11 ਨੰਬਰ ਪ੍ਰਸ਼ਨ। ਮੌਜੂਦਾ ਰਾਸ਼ਟਰਪਤੀ ਕਿਸ ਸਾਲ ਚੁਣਿਆ ਗਿਆ? ਸੋ ਮੌਜੂਦਾ ਉਪ ਰਾਸ਼ਟਰਪਤੀ ਜੀ 2017 'ਚ ਚੁਣੇ ਗਏ ਸੀਗੇ। ਭਾਰਤੀ ਸੰਵਿਧਾਨ ਦਾ ਕਿਹੜਾ ਭਾਗ ਉਪ ਰਾਸ਼ਟਰਪਤੀ ਨੂੰ ਦਰਸਾਉਂਦਾ ਜੀ? 5ਵੇਂ ਭਾਗ ਦੇ ਵਿੱਚ ਉਪ ਰਾਸ਼ਟਰਪਤੀ ਆ ਜਾਂਦਾ ਜੀ ਸੰਵਿਧਾਨ ਦੇ। 13 ਨੰਬਰ ਪ੍ਰਸ਼ਨ ਦੇਖਦੇ ਹਾਂ ਦੋਸਤੋ। ਰਾਜਪਾਲ ਨੂੰ ਅਹੁਦੇ ਦੀ ਸਹੁੰ ਕੌਣ ਚੁਕਾਉਂਦਾ ਹੈ? ਸੋ ਰਾਜਪਾਲ ਨੂੰ ਅਹੁਦੇ ਦੀ ਸਹੁੰ ਆ ਜਿਹੜੀ ਉਹ ਸੰਬੰਧਿਤ ਰਾਜ ਦੀ ਉੱਚ ਅਦਾਲਤ ਦੇ ਮੁੱਖ ਜੱਜ ਵੱਲੋਂ ਚੁਕਾਈ ਜਾਂਦੀ ਹੈ ਜੀ। ਜਿਵੇਂ ਕਿ ਪੰਜਾਬ ਦੀ ਜਿਹੜੀ ਹਾਈ ਕੋਰਟ ਹੈ ਉਹਦਾ ਮੁੱਖ ਜੱਜ ਆ ਹੁਣ ਰਵੀ ਸ਼ੰਕਰ ਝਾ ਯਾਦ ਰੱਖਣਾ ਤੁਸੀਂ। ਹਾਈ ਕੋਰਟ ਦੇ, ਪੰਜਾਬ ਦੀ ਹਾਈ ਕੋਰਟ ਦੇ ਜੋ ਚੰਡੀਗੜ੍ਹ ਦੇ ਵਿੱਚ ਹੈ, ਪੰਜਾਬ ਹਰਿਆਣਾ ਦੀ ਸਾਂਝੀ ਹਾਈ ਕੋਰਟ ਹੈ, ਉਹਦੇ ਜੱਜ ਨੇ ਰਵੀ ਸ਼ੰਕਰ ਝਾ। 14ਵਾਂ ਪ੍ਰਸ਼ਨ ਦੇਖਦੇ ਹਾਂ ਦੋਸਤੋ। ਰਾਜ ਦਾ ਸੰਵਿਧਾਨਕ ਮੁਖੀ ਕੌਣ ਹੁੰਦਾ ਹੈ ਜੀ? ਰਾਜਪਾਲ ਹੁੰਦਾ ਹੈ। ਜਿਵੇਂ ਸੈਂਟਰ ਦੇ ਵਿੱਚ ਰਾਸ਼ਟਰਪਤੀ ਹੁੰਦਾ ਉਸੇ ਤਰ੍ਹਾਂ ਹੀ ਰਾਜ ਦੇ ਵਿੱਚ ਰਾਜਪਾਲ ਹੁੰਦਾ ਹੈ। 15 ਨੰਬਰ ਪ੍ਰਸ਼ਨ। ਰਾਜਪਾਲ ਦੇ ਰਿਹਾਇਸ਼ ਘਰ ਦਾ ਕੀ ਨਾਂ ਹੈ ਜੀ? ਰਾਜ ਭਵਨ ਕਿਹਾ ਜਾਂਦਾ ਹੈ। 16 ਨੰਬਰ ਪ੍ਰਸ਼ਨ ਦੇਖਦੇ ਹਾਂ। ਭਾਰਤ ਦੀਆਂ ਕਿੰਨੀਆਂ ਉੱਚ ਅਦਾਲਤਾਂ ਨੇ ਜੀ? ਇਸ ਸਮੇਂ ਭਾਰਤ ਦੇ ਵਿੱਚ ਉੱਚ ਅਦਾਲਤਾਂ ਦੀ ਗਿਣਤੀ ਕਿੰਨੀ ਹੈ? ਇਹ ਹੈ ਜੀ 25। ਸੋ ਅਗਲਾ ਪ੍ਰਸ਼ਨ ਦੇਖਦੇ ਹਾਂ ਦੋਸਤੋ। ਪ੍ਰਸ਼ਨ ਨੰਬਰ 17 ਜੋਗ੍ਰਾਫੀ ਨਾਲ ਸੰਬੰਧਿਤ ਨੇ। ਅੱਗੇ ਪ੍ਰਸ਼ਨ। ਵਾਤਾਵਰਣ ਦੇ ਮੰਡਲਾਂ ਵਿੱਚੋਂ ਕਿਸ ਮੰਡਲ ਵਿੱਚ ਸਭ ਤੋਂ ਵੱਧ ਅਦਲਾ ਬਦਲੀ ਹੁੰਦੀ ਹੈ ਜੀ? ਸੋ ਵਾਯੂ ਮੰਡਲ ਵਿੱਚ ਹੁੰਦੀ ਹੈ ਜੀ ਸਭ ਤੋਂ ਵੱਧ ਅਦਲਾ ਬਦਲੀ। ਧਰਤੀ ਦੀ ਸਭ ਤੋਂ ਉੱਪਰਲੀ ਪਰਤ ਨੂੰ ਕੀ ਕਹਿੰਦੇ ਨੇ ਜੀ? ਸਿਆਲ ਕਹਿੰਦੇ ਨੇ ਜੀ। ਚਾਪੜ ਸਭ ਤੋਂ ਉੱਪਰਲੀ ਪਰਤ ਹੁੰਦੀ ਹੈ ਜਿਹੜੀ। ਧਰਤੀ ਦੇ ਅੰਦਰੂਨੀ ਭਾਗ ਵਿੱਚ ਮਿਲਦੇ ਅਤਿਅੰਤ ਗਰਮ ਅਤੇ ਪਿਘਲੇ ਤਰਲ ਨੂੰ ਕੀ ਕਿਹਾ ਜਾਂਦਾ? ਸੋ ਮੈਗਮਾ ਕਿਹਾ ਜਾਂਦਾ ਜੀ, ਮੈਗਮਾ। ਐਲੂਮੀਨੀਅਮ ਦੀ ਕੱਚੀ ਧਾਤ ਦਾ ਕੀ ਨਾਂ ਜੀ? ਬਾਕਸਾਈਟ। ਐਲੂਮੀਨੀਅਮ ਦੀ ਕੱਚੀ ਧਾਤ ਬਾਕਸਾਈਟ। ਇਹਦੇ ਜਹਾਜ਼ ਬਣਦੇ ਨੇ ਜੀ, ਯਾਦ ਰੱਖਣਾ, ਜਹਾਜ਼ ਬਣਾਏ ਜਾਂਦੇ ਨੇ। 21 ਨੰਬਰ ਪ੍ਰਸ਼ਨ ਦੇਖਦੇ ਹਾਂ ਦੋਸਤੋ। ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਧਰੁਵਾਂ ਵੱਲ ਚੱਲਣ ਵਾਲੀਆਂ ਪੌਣਾਂ ਨੂੰ ਕੀ ਕਿਹਾ ਜਾਂਦਾ ਹੈ? ਜੋ ਭੂ ਮੱਧ ਰੇਖਾ ਤੋਂ ਧਰੁਵਾਂ ਵੱਲ ਨੂੰ ਚੱਲਦੀਆਂ ਨੇ ਉਹਨਾਂ ਨੂੰ ਪੱਛਮੀ ਪੌਣਾ ਕਿਹਾ ਜਾਂਦਾ ਜੀ। ਘੋੜੇ ਦੇ ਅਕਸ਼ਾਂਸ਼ ਕਿਸ ਨੂੰ ਆਖਦੇ ਨੇ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। 6ਵੀਂ ਤੋਂ ਲੈ ਕੇ 12ਵੀਂ ਤੱਕ ਦੇ ਸਿਲੇਬਸ ਦੇ ਵਿੱਚ ਇਹ ਪ੍ਰਸ਼ਨ ਨੇਗੇ ਸਾਰੇ, ਅਤੇ ਵੈਰੀ ਇੰਪੋਰਟੈਂਟ ਪ੍ਰਸ਼ਨ ਨੇ, ਬਹੁਤ ਸਾਰੇ ਪੇਪਰਾਂ 'ਚ ਆਏ ਗਏ ਨੇ। ਜਿਓਗ੍ਰਾਫੀ ਦੇ ਨਾਲ ਸੰਬੰਧਿਤ ਜੋ ਪ੍ਰਸ਼ਨ ਆਪਾਂ ਕਰਵਾ ਰਹੇ ਹਾਂ, ਘੋੜੇ ਦੇ ਅਕਸ਼ਾਂਸ਼
किस नूं कहंदे ने? शांत मंडल पेटियां हुंदियां ने ਜਿਹੜੀਆਂ ਜਦੋਂ ਹਵਾ ਕਿਤੇ ਰੁਕ ਜਾਂਦੀ ਹੈ, ਸ਼ਾਂਤ ਹੋ ਜਾਂਦੀ ਹੈ, ਸ਼ਾਂਤ ਮੰਡਲ ਪੇਟੀਆਂ ਹੁੰਦੀਆਂ ਨੇ, ਇੱਕ ਗਰੁੱਪ ਬਣ ਜਾਂਦਾ ਹਵਾ ਦਾ, ਉਹਨਾਂ ਨੂੰ ਘੋੜੇ ਦੇ ਅਕਸ਼ਾਂਸ਼ ਕਿਹਾ ਜਾਂਦਾ ਜੀ। ਇੱਕੋ ਜਿਹੇ ਵਾਯੂਦਾਬ ਕੇਂਦਰਾਂ ਨੂੰ ਮਿਲਾਉਣ ਵਾਲੀ ਰੇਖਾ ਨੂੰ ਕੀ ਕਹਿੰਦੇ ਨੇ? ਸਮਵਾਯੂਦਾਬ ਕਹਿੰਦੇ ਨੇ ਜਾਂ ਆਈਸੋਬਾਰ ਕਹਿੰਦੇ ਨੇ ਜੀ। ਜਦੋਂ ਭੂ ਮੱਧ ਰੇਖਾ ਤੋਂ ਜਾਂ ਧਰੁਵਾਂ ਵੱਲੋਂ ਕੋਈ ਹਵਾ ਜਿਹੜੀ ਉਹ ਇੱਕ ਦੂਜੇ ਦੇ ਟਕਰਾਅ ਵੱਲ ਚੱਲਦੀ ਹੈ, ਜਿੱਥੇ ਉਹ ਮਿਲਦੀ ਹੈ, ਉਹਨੂੰ ਵਾਯੂਦਾਬ ਜਾਂ ਆਈਸੋਬਾਰ ਕਹਿੰਦੇ ਨੇ ਜੀ, ਯਾਦ ਰੱਖਣਾ। ਪੌਣਾ ਕਿਹੜੇ ਖੇਤਰਾਂ ਤੋਂ ਕਿਹੜੇ ਖੇਤਰਾਂ ਵੱਲ ਨੂੰ ਚੱਲਦੀਆਂ ਨੇ? ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ, ਯਾਦ ਰੱਖਣਾ ਸਾਰਿਆਂ ਨੇ। ਵੱਧ ਦਾਬ ਦੇ ਖੇਤਰਾਂ ਤੋਂ ਘੱਟ ਦਾਬ ਦੇ ਖੇਤਰਾਂ ਨੂੰ ਚੱਲਦੀਆਂ ਨੇਗੀਆਂ। ਜਿੱਥੇ ਗਰਮ ਹਵਾ ਹੁੰਦੀ ਆ ਉਸ ਪਾਸਿਓਂ ਹਵਾ ਉੱਪਰ ਨੂੰ ਵੱਧਦੀ ਹੈਗੀ, ਅਤੇ ਇਹ ਜਿੱਧਰ ਘੱਟ ਦਬਾਅ ਹੁੰਦਾ ਹੈਗਾ ਹਵਾ ਦਾ ਉੱਧਰ ਨੂੰ ਜਾਂਦੀ ਹੈ ਜੀ, ਵੱਧ ਦਾਬ ਤੋਂ। ਭੂ ਮੱਧ ਰੇਖਾ ਵੱਲ ਚੱਲ ਰਹੀਆਂ ਪੌਣਾਂ ਨੂੰ ਕੀ ਕਹਿੰਦੇ ਨੇ? ਵੈਰੀ ਇੰਪੋਰਟੈਂਟ ਪ੍ਰਸ਼ਨ, ਵਪਾਰਕ ਪੌਣਾ ਕਹਿੰਦੇ ਨੇ ਜੀ, ਜਿਹੜੀਆਂ ਭੂ ਮੱਧ ਰੇਖਾ ਵੱਲ ਨੂੰ ਚੱਲ ਰਹੀਆਂ ਹੁੰਦੀਆਂ ਨੇ। ਸੋ ਹਿੰਦ ਮਹਾਸਾਗਰ ਦੇ ਵਿੱਚ ਇਹ ਪੌਣਾ ਜ਼ਿਆਦਾ ਚੱਲਦੀਆਂ ਨੇ, ਤਾਂਹੀਓ ਵਪਾਰ ਦੇ ਪੱਖੋਂ ਹਿੰਦ ਮਹਾਸਾਗਰ ਨੂੰ ਵਰਤਿਆ ਜਾਂਦਾ ਜੀ। ਜਿਹੜੇ ਵਪਾਰ ਕਰਨ ਦੇ ਸੰਬੰਧੀ ਵੱਡੇ ਵੱਡੇ ਜਹਾਜ਼ਾਂ ਦੇ ਵਿੱਚੋਂ ਸਮਾਨ ਲੋਡ ਕਰਕੇ ਲਿਆਂਦਾ ਜਾਂਦਾ ਹੈ ਅਲੱਗ-ਅਲੱਗ ਦੇਸ਼ਾਂ ਦੇ ਵਿੱਚੋਂ। ਸੋ ਹਿੰਦ ਮਹਾਸਾਗਰ ਦੇ ਰਸਤੇ ਵਿੱਚ ਦੀ ਆਉਂਦਾ ਹੈ, ਕਿਉਂਕਿ ਹਿੰਦ ਮਹਾਸਾਗਰ ਦੇ ਵਿੱਚ ਜਿਹੜੀਆਂ ਵਪਾਰਕ ਪੌਣਾਂ ਨੇ ਉਹ ਜ਼ਿਆਦਾ ਚੱਲਦੀਆਂ ਨੇ, ਤਾਂ ਹੀ ਇਹਨਾਂ ਨੂੰ ਵਪਾਰਕ ਪੌਣਾ ਕਿਹਾ ਜਾਂਦਾ। ਇਹਨਾਂ ਪੌਣਾਂ ਦੇ ਨਾਲ ਜਹਾਜ਼ ਨੇ ਜਿਹੜੇ ਉਹ ਆਪਦੀ ਰਫ਼ਤਾਰ ਤੇਜ਼ ਰੱਖ ਲੈਂਦੇ ਨੇ। ਭੂ ਮੱਧ ਰੇਖਾ 5 ਡਿਗਰੀ ਉੱਤਰ ਤੋਂ 5 ਡਿਗਰੀ ਦੱਖਣ ਅਕਸ਼ਾਂਸ਼ ਤੱਕ ਘੱਟ ਵਾਯੂਦਾਬ ਦੀ ਪੇਟੀ ਬਣ ਜਾਂਦੀ ਹੈ, ਉਸ ਨੂੰ ਕੀ ਕਹਿੰਦੇ ਨੇ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ, ਸਮਝਣ ਵਾਲਾ ਹੈਗਾ। ਜਿਹੜੀ ਭੂ ਮੱਧ ਰੇਖਾ ਹੁੰਦੀ ਹੈ ਉਹ ਤੋਂ 5 ਡਿਗਰੀ ਉੱਤਰ ਵੱਲ ਅਤੇ 5 ਡਿਗਰੀ ਦੱਖਣ ਵੱਲ ਜਿਹੜੀ ਅਕਸ਼ਾਂਸ਼ ਘੱਟ ਵਾਯੂਦਾਬ ਦੀ ਪੇਟੀ ਬਣ ਜਾਂਦੀ ਹੈ, ਉਹਨੂੰ ਕੀ ਕਹਿੰਦੇ ਨੇ? ਉਹਨੂੰ ਡੋਲਡਰਮਜ਼ ਕਹਿੰਦੇ ਨੇ ਜੀ। ਭੂ ਮੱਧ ਰੇਖਾ ਤੋਂ 5 ਡਿਗਰੀ ਉੱਤਰ 5 ਡਿਗਰੀ ਦੱਖਣ ਵੱਲ ਜਿਹੜੀ ਪੇਟੀ ਬਣਦੀ ਹੈ, ਡੋਲਡਰਮਜ਼, ਯਾਦ ਰੱਖਣਾ। 27 ਨੰਬਰ ਪ੍ਰਸ਼ਨ ਦੇਖਦੇ ਹਾਂ ਦੋਸਤੋ, ਵਣਾਂ ਦੀਆਂ ਕਿਸਮਾਂ ਦੇ ਨਾਂ ਦੱਸੋ। ਵੈਰੀ ਇੰਪੋਰਟੈਂਟ ਹੈ। ਭੂ ਮੱਧ ਰੇਖੀ ਵਣ, ਮਾਨਸੂਨੀ ਜਾਂ ਪਤਝੜੀ ਵਣ, ਨਕੀਲੇ ਪੱਤਿਆਂ ਵਾਲੇ ਵਣ। ਜਿਹੜੇ ਨਕੀਲੇ ਪੱਤਿਆਂ ਵਾਲੇ ਨੇ ਇਹ ਉੱਤਰੀ ਅਤੇ ਦੱਖਣੀ ਧਰੁਵ ਦੇ ਵਿੱਚ ਹੁੰਦੇ ਆ ਜੀ, ਜਿੱਥੇ ਬਰਫ਼ ਜ਼ਿਆਦਾ ਪੈਂਦੀ ਹੈ। ਭੂ ਮੱਧ ਰੇਖੀ ਵਣ ਜਿਹੜੇ ਭੂ ਮੱਧ ਜਿਹੜੀ ਰੇਖਾ ਹੈਗੀ ਉਸ ਮੈਦਾਨ ਦੇ ਵਿੱਚ ਹੁੰਦੇ ਨੇ। ਇਹ ਜ਼ਿਆਦਾ ਲੰਬੇ ਹੁੰਦੇ ਨੇ, ਬਹੁਤ ਸੰਘਣੇ ਹੁੰਦੇ ਨੇ, ਇੱਥੇ ਸਦਾ ਮੀਂਹ ਪਈ ਜਾਂਦਾ ਰਹਿੰਦਾ ਹੈਗਾ। ਸੋ ਮਾਨਸੂਨੀ ਪਤਝੜੀ ਨੇ ਜਿਹੜੇ ਇਹ ਆਪਣਾ ਖੇਤਰ ਆ ਜਾਂਦਾ ਹੈਗਾ ਭਾਰਤ ਵਾਲਾ। 28 ਨੰਬਰ ਪ੍ਰਸ਼ਨ ਦੋਸਤੋ, ਜਿਹੜਾ ਰੇਲ ਮਾਰਗ ਲੈਨਿਨਗ੍ਰਾਦ ਨੂੰ ਵਲਾਡੀਵਾਸਤਕ ਨਾਲ ਜੋੜਦਾ ਹੈ ਉਸ ਨੂੰ ਕੀ ਕਹਿੰਦੇ ਨੇ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਸੋ ਟਰਾਂਸ ਸਾਈਬੇਰੀਅਨ ਰੇਲਵੇ ਜੀ, ਏਸ਼ੀਆ ਦਾ ਸਭ ਤੋਂ ਵੱਡਾ ਰੇਲਵੇ ਹੈ ਇਹ ਰੇਲਵੇ ਲਾਈਨ, ਏਸ਼ੀਆ ਦੀ ਸਭ ਤੋਂ ਵੱਡੀ ਰੇਲਵੇ ਲਾਈਨ ਟਰਾਂਸ ਸਾਈਬੇਰੀਅਨ ਰੇਲਵੇ। 29 ਨੰਬਰ ਪ੍ਰਸ਼ਨ ਦੋਸਤੋ, ਸਹਾਰਾ ਮਾਰੂਥਲ ਕਿੰਨਾ ਲੰਮਾ ਹੈ? 5600 ਕਿਲੋਮੀਟਰ ਦੀ ਲੰਬਾਈ ਹੈ ਜੀ ਸਹਾਰਾ ਮਾਰੂਥਲ ਦੀ। ਦੁਨੀਆ ਦਾ ਸਭ ਤੋਂ ਵੱਡਾ ਦਰਿਆ ਕਿਹੜਾ ਜੀ? ਦੁਨੀਆ ਦਾ ਸਭ ਤੋਂ ਵੱਡਾ ਦਰਿਆ ਨੀਲ ਦਰਿਆ ਜੀ। ਜੇਕਰ ਚੌੜਾ ਦਰਿਆ ਪੁੱਛਿਆ ਜਾਵੇ, ਚੌੜੀ ਨਦੀ ਪੁੱਛਿਆ ਜਾਵੇ ਤਾਂ ਅਮੇਜ਼ਨ ਦੀ ਨਦੀ ਹੈ ਜੀ, ਚੌੜੀ ਨਦੀ। ਚੀਨੀਆਂ ਨੇ ਭਾਰਤ ਨੂੰ ਕੀ ਨਾਂ ਦਿੱਤਾ? ਸੋ ਦੋਸਤੋ ਚੀਨੀਆਂ ਨੇ ਭਾਰਤ ਨੂੰ ਤਾਇਨਚੂ ਦਾ ਨਾਂ ਦਿੱਤਾ ਸੀ, ਤਾਇਨਚੂ ਕਿਹਾ ਜਾਂਦਾ ਸੀ ਚੀਨੀਆਂ ਵੱਲੋਂ ਭਾਰਤ ਨੂੰ। 32 ਨੰਬਰ ਪ੍ਰਸ਼ਨ, ਬਾਈਬਲ ਵਿੱਚ ਭਾਰਤ ਨੂੰ ਕੀ ਨਾਂ ਦਿੱਤਾ ਗਿਆ ਜੀ? ਬਾਈਬਲ ਦੇ ਵਿੱਚ ਹੋਂਡੂ ਕਿਹਾ ਜਾਂਦਾ ਹੈ ਭਾਰਤ ਨੂੰ। ਬਾਈਬਲ ਦੇ ਵਿੱਚ ਲਿਖਿਆ ਹੋਇਆ ਹੋਂਡੂ, ਜਿੱਥੇ ਹੋਂਡੂ ਸ਼ਬਦ ਆ ਜੇ ਉਹਦਾ ਮਤਲਬ ਹੈ ਭਾਰਤ। ਗੁਰਜਰ ਪ੍ਰਤਿਹਾਰ ਸ਼ਾਸਕ ਭਾਰਤ ਦੇ ਵਰਤਮਾਨ ਕਿਹੜੇ 2 ਰਾਜਾਂ ਵਿੱਚ ਰਾਜ ਕਰਦੇ ਸੀ? ਹਿਸਟਰੀ ਦੇ ਨਾਲ ਸੰਬੰਧਿਤ ਪ੍ਰਸ਼ਨ ਨੇ ਜੀ, ਕੁਛ ਵੈਰੀ ਇੰਪੋਰਟੈਂਟ ਨੇ। ਸੋ ਗੁਰਜਰ ਪ੍ਰਤਿਹਾਰ ਸ਼ਾਸਕ ਤੇ ਵਰਤਮਾਨ ਗੁਰਜਰ ਪ੍ਰਤਿਹਾਰ ਸ਼ਾਸਕ ਭਾਰਤ ਦੇ ਵਰਤਮਾਨ ਕਿਹੜੇ 2 ਰਾਜਾਂ ਵਿੱਚ ਰਾਜ ਕਰਦੇ ਸੀ ਜੀ? ਦੋਸਤੋ ਇਹ ਰਾਜਸਥਾਨ ਤੇ ਗੁਜਰਾਤ ਦੇ ਵਿੱਚ ਰਾਜ ਕਰਦੇ ਸੀਗੇ। 34 ਨੰਬਰ ਦੇਖਦੇ ਹਾਂ ਜੀ, ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਪਾਲ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਕੌਣ ਸੀ? ਇਹ ਧਰਮਪਾਲ ਸੀ ਜੀ। ਗੋਪਾਲ ਸੀ ਜਿਹੜਾ ਪਹਿਲਾ ਇਹਨਾਂ ਦਾ ਰਾਜਾ, ਉਹਨੇ 750 ਈਸਵੀ ਦੇ ਵਿੱਚ ਪਾਲ ਵੰਸ਼ ਦੀ ਸਥਾਪਨਾ ਕੀਤੀ ਸੀ, 750 ਈਸਵੀ ਦੇ ਵਿੱਚ। ਸੋ ਧਰਮਪਾਲ ਜਿਹੜਾ ਸ਼ਕਤੀਸ਼ਾਲੀ ਰਾਜਾ ਸੀ, ਇਹਦੀ ਇੱਕ ਵੱਡੀ ਪ੍ਰਾਪਤੀ ਸੀ ਜੀ, ਇਹਨੇ ਵਿਕਰਮਸ਼ਿਲਾ ਯੂਨੀਵਰਸਿਟੀ ਬਣਾਈ ਸੀ। ਵਿਕਰਮਸ਼ਿਲਾ ਯੂਨੀਵਰਸਿਟੀ ਜੋ ਬੜੀ ਮਸ਼ਹੂਰ ਹੋਈ, ਇਹ ਯੂਨੀਵਰਸਿਟੀ ਬਣਾਈ ਸੀ ਜੀ ਇਹਨਾਂ ਨੇ। ਸੋ ਜਿਹੜਾ ਪਾਲ ਵੰਸ਼ ਸੀ ਇਹਨਾਂ ਦੇ ਵਿੱਚ ਤ੍ਰਿਪੱਖੀ ਸੰਘਰਸ਼ ਵੀ ਹੋਇਆ ਸੀ ਜੀ, ਤ੍ਰਿਪੱਖੀ ਸੰਘਰਸ਼।
ਪਾਲ ਪਾਲ ਰਾਸ਼ਟਰਕੂਟ ਤੇ ਗੁਰਜਰ ਪ੍ਰਤੀਹਾਰ, ਇਹਨਾਂ ਤਿੰਨਾਂ ਦੇ ਵਿਚਕਾਰ ਜਿਹੜਾ ਸੀਗਾ ਤ੍ਰਿਪੱਖੀ ਸੰਘਰਸ਼ ਹੋਇਆ ਸੀ। ਕਈ ਵਾਰ ਪੁੱਛ ਲਿਆ ਜਾਂਦਾ ਵੀ ਤ੍ਰਿਪੱਖੀ ਸੰਘਰਸ਼ ਦੇ ਵਿੱਚ ਕੌਣ ਕੌਣ ਸ਼ਾਮਲ ਸੀਗੇ। ਪਾਲ ਸੀਗੇ, ਰਾਸ਼ਟਰਕੂਟ ਸੀ ਤੇ ਗੁਰਜਰ ਪ੍ਰਤੀਹਾਰ ਵੰਸ਼, ਇਹ ਤਿੰਨੇ ਵੰਸ਼ ਸ਼ਾਮਲ ਸੀ। ਸੋ ਪਾਲ ਵੰਸ਼ ਦਾ ਜਿਹੜਾ ਸ਼ਕਤੀਸ਼ਾਲੀ ਰਾਜਾ ਸੀ ਧਰਮਪਾਲ, ਜਿਹਨੇ ਵਿਕਰਮਸ਼ਿਲਾ ਯੂਨੀਵਰਸਿਟੀ ਬਣਾਈ। ਪਹਿਲਾ ਰਾਜਾ ਸੀ ਗੋਪਾਲ, 750 ਵਿੱਚ ਪਾਲ ਵੰਸ਼ ਦੀ ਸਥਾਪਨਾ ਕੀਤੀ ਸੀ। ਅਗਲਾ ਪ੍ਰਸ਼ਨ ਦੇਖਦੇ ਹਾਂ, 35 ਨੰਬਰ ਪ੍ਰਸ਼ਨ। ਮੁਗਲ ਕਾਲ ਵਿੱਚ ਪ੍ਰਾਂਤ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ? ਜੋ ਪ੍ਰਾਂਤਾਂ ਦੇ ਵਿੱਚ ਮੁਖੀ ਹੁੰਦੇ ਸੀ ਮੁਗਲਾਂ ਦੇ ਸਮੇਂ ਜੀ, ਅਕਬਰ ਹੋਰਿਆਂ ਦੇ ਸਮੇਂ, ਤਾਂ ਉਹਨਾਂ ਨੂੰ ਸੂਬੇਦਾਰ ਕਹਿੰਦੇ ਸੀਗੇ ਜੀ। ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਦੁਆਰਾ ਕਦੋਂ ਸ਼ਹੀਦ ਕੀਤਾ ਗਿਆ? ਸੋ ਇਹ 11 ਨਵੰਬਰ 1675 ਈਸਵੀ ਨੂੰ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਔਰੰਗਜ਼ੇਬ ਦੇ ਹੁਕਮ ਨਾਲ ਸ਼ਹੀਦ ਕਰ ਦਿੱਤਾ ਗਿਆ ਸੀ ਜੀ। 37 ਨੰਬਰ ਪ੍ਰਸ਼ਨ ਦੇਖਦੇ ਹਾਂ ਦੋਸਤੋ, ਲਾਲ ਕਿਲ੍ਹਾ ਸ਼ਾਹਜਹਾਂ ਦੁਆਰਾ ਕਦੋਂ ਬਣਾਇਆ ਗਿਆ? ਸੋ ਸ਼ਾਹਜਹਾਂ ਨੇ ਜਿਹੜਾ ਲਾਲ ਕਿਲ੍ਹਾ ਬਣਾਇਆ ਸੀ, ਜੋ ਦਿੱਲੀ ਵਾਲਾ ਲਾਲ ਕਿਲ੍ਹਾ ਬਣਾਇਆ ਸੀ, 1649 ਦੇ ਵਿੱਚ ਬਣਾਇਆ ਸੀ ਜੀ ਇਹ। ਸੋ ਦੋਸਤੋ ਜੇਕਰ ਆਗਰੇ ਵਾਲਾ ਲਾਲ ਕਿਲ੍ਹਾ ਪੁੱਛਿਆ ਜਾਵੇ ਕਿਹਨੇ ਬਣਾਇਆ ਸੀ, ਉਹ ਔਰੰਗਜ਼ੇਬ ਨੇ ਬਣਾਇਆ ਸੀਗਾ। 38 ਨੰਬਰ ਪ੍ਰਸ਼ਨ ਦੇਖਦੇ ਹਾਂ ਦੋਸਤੋ, ਅਲਾਉਦੀਨ ਖਿਲਜੀ ਦੁਆਰਾ ਕਿਹੜੀ ਪ੍ਰਸਿੱਧ ਇਮਾਰਤ ਬਣਾਈ ਗਈ? ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਅਲਾਉਦੀਨ ਖਿਲਜੀ ਨੇ ਬਹੁਤ ਸਾਰੀਆਂ ਇਮਾਰਤਾਂ ਬਣਾਈਆਂ ਸੀ ਜੀ, ਬੀਬੀ ਦਾ ਮਕਬਰਾ, ਅਲਾਈ ਦਰਵਾਜ਼ਾ। ਸੋ ਅਲਾਈ ਦਰਵਾਜ਼ਾ ਜਿਹੜਾ ਬਣਾਇਆ ਸੀ, ਇਹਨਾਂ ਨੇ ਗੁਜਰਾਤ ਜਿੱਤਿਆ ਸੀ ਪਹਿਲਾਂ। ਜਦੋਂ ਗੁਜਰਾਤ ਦੀ ਇਹਨਾਂ ਨੇ ਜਿੱਤ ਲਈ ਤਾਂ ਇਹਦੀ ਖੁਸ਼ੀ ਦੇ ਵਿੱਚ ਅਲਾਈ ਦਰਵਾਜ਼ਾ ਬਣਾਇਆ ਸੀ ਜੀ। ਦਰਵਾਜ਼ਿਆਂ ਦੇ ਨਾਲ ਮਸ਼ਹੂਰ ਇੱਕ ਬੁਲੰਦ ਦਰਵਾਜ਼ਾ ਜੀ, ਇਸੇ ਤਰ੍ਹਾਂ ਬੁਲੰਦ ਦਰਵਾਜ਼ਾ ਬਣਾਇਆ ਸੀਗਾ ਅਕਬਰ ਨੇ, ਜੋ ਫਤਿਹਪੁਰ ਸਿਕਰੀ ਸ਼ਹਿਰ ਦੇ ਵਿੱਚ ਬਣਾਇਆ ਸੀ। ਜਿਹੜਾ ਫਤਿਹਪੁਰ ਸਿਕਰੀ ਸੀਗਾ ਉਹ ਵੀ ਸਾਰੇ ਦਾ ਸਾਰਾ ਸ਼ਹਿਰ ਅਕਬਰ ਨੇ ਬਣਵਾਇਆ ਸੀ। ਉਹਦੇ ਵਿੱਚ ਹੀ ਬੁਲੰਦ ਦਰਵਾਜ਼ਾ ਬਣਾਇਆ ਸੀਗਾ। ਗੁਜਰਾਤ ਦੀ ਜਿੱਤਣ ਤੋਂ ਬਾਅਦ ਅਲਾਉਦੀਨ ਖਿਲਜੀ ਨੇ ਵੀ ਜਿਹੜਾ ਅਲਾਈ ਦਰਵਾਜ਼ਾ ਬਣਾਇਆ ਸੀ, ਉਹ ਵੀ ਗੁਜਰਾਤ ਦੀ ਜਿੱਤ ਤੋਂ ਬਾਅਦ ਬਣਾਇਆ ਸੀ। ਅਗਲਾ ਪ੍ਰਸ਼ਨ ਦੇਖਦੇ ਹਾਂ, 39 ਨੰਬਰ ਪ੍ਰਸ਼ਨ। ਲਾਹੌਰ ਕਿੰਨੇ ਤੋਂ ਕਿੰਨੇ ਸਮੇਂ ਤੱਕ ਪੰਜਾਬ ਦੀ ਰਾਜਧਾਨੀ ਰਿਹਾ? ਸੋ ਦੋਸਤੋ ਇਹ 1849 ਤੋਂ 1947 ਤੱਕ ਪੰਜਾਬ ਦੀ ਰਾਜਧਾਨੀ ਰਿਹਾ ਜੀ। 1849 ਦੇ ਵਿੱਚ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਨੇ ਆਪਣੇ ਵਿੱਚ ਮਿਲਾ ਲਿਆ ਸੀ, ਯਾਦ ਰੱਖਿਓ। ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰਾ ਵਿੱਚ ਕਿਹੜੇ ਦੋ ਸਰੋਵਰਾਂ ਦੀ ਖੁਦਵਾਈ ਕਰਵਾਈ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ, ਪੰਜਾਬ ਦੀ ਜੀਕੇ ਨਾਲ ਸੰਬੰਧਿਤ ਪ੍ਰਸ਼ਨ ਹੈ ਜੀ। ਅੰਮ੍ਰਿਤਸਰ ਅਤੇ ਸੰਤੋਖਸਰ ਦੋ ਸਰੋਵਰਾਂ ਦੀ ਖੁਦਵਾਈ ਸ੍ਰੀ ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰਾ ਵਿੱਚ ਕਰਵਾਈ ਸੀ ਜੀ। ਭਾਰਤ ਵਿੱਚ ਤੁਰਕਾਂ ਦੁਆਰਾ ਕਿਹੜੀ ਭਾਸ਼ਾ ਵਰਤੀ ਜਾਂਦੀ ਸੀਗੀ? ਫਾਰਸੀ ਵਰਤੀ ਜਾਂਦੀ ਸੀ ਜੀ। ਤੁਰਕ ਕੌਣ ਸੀਗੇ? ਮੁਹੰਮਦ ਗੌਰੀ ਹੋਰੀ। ਮੁਹੰਮਦ ਗੌਰੀ ਨੇ ਜਿਹੜੀ ਸਥਾਪਨਾ ਕੀਤੀ ਸੀ ਤੁਰਕਾਂ ਦੀ 1192 ਦੇ ਵਿੱਚ, ਜੋ ਪ੍ਰਿਥਵੀ ਰਾਜ ਚੌਹਾਨ ਨੂੰ ਹਰਾ ਕੇ ਮੁਹੰਮਦ ਗੌਰੀ ਨੇ ਭਾਰਤ ਦੇ ਵਿੱਚ ਤੁਰਕ ਵੰਸ਼ ਦੀ ਸਥਾਪਨਾ ਕੀਤੀ ਸੀਗੀ। ਫਾਰਸੀ ਭਾਸ਼ਾ ਵਰਤਦੇ ਸੀ ਉਹ, ਯਾਦ ਰੱਖਣਾ ਜੀ। ਕਿਸ ਕਾਲ ਨੂੰ ਫਾਰਸੀ ਭਾਸ਼ਾ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ? ਸੋ ਮੁਗਲ ਕਾਲ ਨੂੰ ਫਾਰਸੀ ਭਾਸ਼ਾ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਜੀ। ਬਾਬਰ ਦੀ ਪ੍ਰਸਿੱਧ ਆਤਮ ਕਥਾ ਦਾ ਨਾਂ ਦੱਸੋ। ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। ਬਾਬਰਨਾਮਾ ਜਾਂ ਤੁਜ਼ਕੇ ਬਾਬਰੀ ਨੂੰ ਬਾਬਰ ਦੀ ਆਤਮ ਕਥਾ ਕਿਹਾ ਜਾਂਦਾ, ਜੋ ਕਿ ਬਾਬਰ ਨੇ ਖੁਦ ਲਿਖੀ ਸੀ। ਚੰਡੀ ਦੀ ਵਾਰ ਕਿਸ ਗੁਰੂ ਜੀ ਦੀ ਰਚਨਾ ਹੈ? ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਸੀ ਚੰਡੀ ਦੀ ਵਾਰ। ਜਫਰਨਾਮਾ ਦੇ ਰਾਈਟਰ ਵੀ ਸੀ ਜਿਹੜੇ, ਉਹ ਗੁਰੂ ਗੋਬਿੰਦ ਸਿੰਘ ਜੀ ਸੀਗੇ। ਹੀਰ ਨਾਂ ਦੇ ਪ੍ਰਸਿੱਧ ਪੰਜਾਬੀ ਕਿੱਸੇ ਦੀ ਰਚਨਾ ਕਿਸਨੇ ਕੀਤੀ? ਸੋ ਦੋਸਤੋ ਇਹ ਸਨ ਵਾਰਿਸ ਸ਼ਾਹ। ਵਾਰਿਸ ਸ਼ਾਹ ਨੂੰ ਪੰਜਾਬ ਦਾ ਸ਼ੇਕਸਪੀਅਰ ਵੀ ਕਿਹਾ ਜਾਂਦਾ ਹੈ। ਪੰਜਾਬ ਦਾ ਸ਼ੇਕਸਪੀਅਰ ਪੁੱਛ ਲੈਂਦੇ ਆ ਕਈ ਵਾਰ, ਉਹ ਵਾਰਿਸ ਸ਼ਾਹ ਨੂੰ ਕਿਹਾ ਜਾਂਦਾ ਜੀ। 46 ਨੰਬਰ ਪ੍ਰਸ਼ਨ ਦੋਸਤੋ, ਮੰਜੀ ਪ੍ਰਥਾ ਕਿਸ ਗੁਰੂ ਸਾਹਿਬ ਦੁਆਰਾ ਸ਼ੁਰੂ ਕੀਤੀ ਗਈ ਸੀ ਜੀ? ਮੰਜੀ ਪ੍ਰਥਾ ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਸ਼ੁਰੂ ਕੀਤੀ ਗਈ ਸੀ। ਇਹਨਾਂ ਨੇ 22 ਮੰਜੀਆਂ ਸਥਾਪਿਤ ਕੀਤੀਆਂ ਸੀ ਜੀ। ਮੰਜੀ 'ਤੇ ਬੈਠਣ ਵਾਲੇ ਨੂੰ ਮੰਜੀਦਾਰ ਕਿਹਾ ਜਾਂਦਾ ਸੀ, ਇਹ ਯਾਦ ਰੱਖਣਾ। ਸੋ ਮੰਜੀ ਪ੍ਰਥਾ ਦੀ ਸ਼ੁਰੂਆਤ ਸ੍ਰੀ ਗੁਰੂ ਅਮਰਦਾਸ ਜੀ ਨੇ ਕੀਤੀ ਸੀ। 47 ਨੰਬਰ ਪ੍ਰਸ਼ਨ ਦੇਖਦੇ ਹਾਂ, 18ਵੀਂ ਸਦੀ ਵਿੱਚ ਮੁਗਲਾਂ ਤੋਂ ਸੁਤੰਤਰ ਹੋਣ ਵਾਲਾ ਪਹਿਲਾ ਰਾਜ ਕਿਹੜਾ ਸੀ ਜੀ? ਇਹ ਸੀ ਜੀ ਬੰਗਾਲ। 48 ਨੰਬਰ ਪ੍ਰਸ਼ਨ,
ਮੁਗਲ ਸਾਮਰਾਜ ਦਾ ਆਖਰੀ ਸ਼ਾਸਕ ਕੌਣ ਸੀ ਜੀ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਮੁਗਲ ਸਾਮਰਾਜ ਜੋ ਬਾਬਰ ਨੇ ਸ਼ੁਰੂ ਕੀਤਾ ਸੀ ਜੀ 1526 ਦੀ ਪਾਣੀਪਤ ਦੀ ਲੜਾਈ ਜਿੱਤ ਕੇ, ਬਾਬਰ ਤੋਂ ਚੱਲਦਾ ਆਇਆ ਮੁਗਲ ਸਾਮਰਾਜ ਦਾ ਜਿਹੜਾ ਆਖਰੀ ਸ਼ਾਸਕ ਸੀ ਉਹ ਬਹਾਦਰ ਸ਼ਾਹ ਜ਼ਫਰ ਸੀ ਜੀ। ਅੰਗਰੇਜ਼ਾਂ ਨੇ ਇਹਨੂੰ ਬੰਦੀ ਬਣਾ ਕੇ ਰੈਗੂਨ ਭੇਜ ਦਿੱਤਾ ਗਿਆ ਸੀ, ਉੱਥੇ ਇਹਨਾਂ ਦੀ ਮੌਤ ਹੋ ਗਈ ਸੀ ਅਤੇ ਉੱਥੇ ਇਹਨਾਂ ਦਾ ਜਿਹੜਾ ਮਕਬਰਾ ਹੈ ਉਹ ਬਣਿਆ ਹੋਇਆ ਜੀ। ਮੁਹੰਮਦ ਸ਼ਾਹ ਜਾਫਰ ਜੋ ਕਿ ਆਖਰੀ ਸ਼ਾਸਕ ਸੀਗੇ ਮੁਗਲ ਸਾਮਰਾਜ ਦੇ। 49 ਨੰਬਰ ਪ੍ਰਸ਼ਨ ਦੋਸਤੋ, ਅਕਾਲ ਤਖਤ ਸਾਹਿਬ ਦੀ ਉਸਾਰੀ ਕਿਹੜੇ ਗੁਰੂ ਸਾਹਿਬ ਜੀ ਨੇ ਕਰਵਾਈ ਸੀ? ਸ੍ਰੀ ਗੁਰੂ ਹਰਗੋਬਿੰਦ ਜੀ ਨੇ ਕਰਵਾਈ ਸੀ ਜੀ। ਸ੍ਰੀ ਗੁਰੂ ਹਰਗੋਬਿੰਦ ਜੀ ਨੇ ਗੱਤਕੇ ਦੀ ਸ਼ੁਰੂਆਤ ਵੀ ਕਰੀ ਸੀ, ਇਹ ਯਾਦ ਰੱਖਣਾ। ਗੱਤਕੇ ਦੀ ਸ਼ੁਰੂਆਤ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਕੀਤੀ ਸੀ। 50 ਨੰਬਰ ਪ੍ਰਸ਼ਨ ਦੋਸਤੋ, ਸੂਰਤ ਉੱਤੇ 1512 ਈਸਵੀ ਵਿੱਚ ਕਿਸ ਨੇ ਕਬਜ਼ਾ ਕੀਤਾ ਸੀ? ਇਹ ਪੁਰਤਗਾਲੀਆਂ ਨੇ ਕੀਤਾ ਸੀ ਜੀ। ਸੂਰਤ, ਪਾਂਡੇਚਰੀ ਇਹਨਾਂ ਦੇ ਉੱਤੇ ਪੁਰਤਗਾਲੀਆਂ ਦੀਆਂ ਬਸਤੀਆਂ ਸਨ। ਜਿਹੜੇ ਰਾਜ ਵਿੱਚ ਸਭ ਤੋਂ ਵੱਧ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰ ਚੁਣੇ ਜਾਂਦੇ ਨੇ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। ਕਿਹੜਾ ਰਾਜ ਹੈ ਉਹ ਜਿੱਥੇ ਵੱਧ ਲੋਕ ਸਭਾ ਦੇ ਅਤੇ ਵੱਧ ਰਾਜ ਸਭਾ ਦੇ ਮੈਂਬਰ ਚੁਣੇ ਜਾਂਦੇ ਨੇ? ਇਹ ਹੈ ਜੀ ਉੱਤਰ ਪ੍ਰਦੇਸ਼। ਯਾਦ ਰੱਖਣਾ, ਪੰਜਾਬ ਦੇ ਵਿੱਚ ਰਾਜ ਸਭਾ ਦੇ 7 ਮੈਂਬਰ ਚੁਣੇ ਜਾਂਦੇ ਨੇ, ਪੰਜਾਬ 'ਚ ਲੋਕ ਸਭਾ ਦੇ 13 ਚੁਣੇ ਜਾਂਦੇ ਨੇ। ਅਤੇ ਇਸੇ ਤਰ੍ਹਾਂ ਹੀ ਉੱਤਰ ਪ੍ਰਦੇਸ਼ ਦੇ ਵਿੱਚ ਰਾਜ ਸਭਾ ਦੇ ਚੁਣੇ ਜਾਂਦੇ ਨੇ ਜੀ 31, ਲੋਕ ਸਭਾ ਦੇ ਚੁਣੇ ਜਾਂਦੇ ਨੇ 80। ਫਿਰ ਜੇਕਰ ਇਹ ਮੈਂਬਰ ਵੱਧ ਨੇ ਤਾਂ ਗੈਸ ਲਾਇਆ ਜਾ ਸਕਦਾ, ਤਾਂ ਉੱਥੇ MLA ਦੀ ਗਿਣਤੀ ਵੀ ਵੱਧ ਹੋਊਗੀ। ਜਿਹੜੇ MLA ਨੇ ਜੀ ਉੱਥੇ MLA ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ, ਇਹ ਨੇ ਜੀ 403। ਅਗਲਾ ਪ੍ਰਸ਼ਨ ਕਰਦੇ ਹਾਂ ਜੀ, ਭਾਰਤੀ ਸੰਵਿਧਾਨ ਵਿੱਚ ਪਹਿਲੀ ਸੋਧ ਕਦੋਂ ਹੋਈ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਸੋ ਦੋਸਤੋ, ਭਾਰਤੀ ਸੰਵਿਧਾਨ ਦੇ ਵਿੱਚ ਹੁਣ ਤੱਕ 104 ਸੋਧਾਂ ਹੋ ਚੁੱਕੀਆਂ ਨੇ, 104 ਸੋਧਾਂ ਹੋ ਚੁੱਕੀਆਂ। ਸੰਵਿਧਾਨ 'ਚ ਪਹਿਲੀ ਸੋਧ 1951 'ਚ ਹੋਈ ਸੀ। ਇਸੇ ਸੋਧ ਦੇ ਅਨੁਸਾਰ 9ਵੀਂ ਅਨੁਸੂਚੀ ਜੋੜੀ ਗਈ ਸੀਗੀ ਸੰਵਿਧਾਨ ਦੇ ਵਿੱਚ। ਪਹਿਲੀ ਤੋਂ ਗੱਲ ਯਾਦ ਆ ਗਈ, ਇੱਕ ਸੋਧ ਹੀ ਹੋਈ ਹੈ ਪ੍ਰਸਤਾਵਨਾ ਦੇ ਵਿੱਚ। ਪ੍ਰਸਤਾਵਨਾ ਦੇ ਵਿੱਚ ਜਿਹੜੀ ਸੋਧ ਹੋਈ ਆ ਉਹ ਇੱਕ ਹੋਈ ਹੈ ਅੱਜ ਤੱਕ। ਸੋ 104 ਸੋਧਾਂ ਕੁੱਲ ਹੋ ਗਈਆਂ। ਪਹਿਲੀ ਸੋਧ ਹੋਈ ਸੀ 1951 ਦੇ ਵਿੱਚ। ਅਗਲਾ ਪ੍ਰਸ਼ਨ ਕਰਦੇ ਹਾਂ ਜੀ, 3 ਨੰਬਰ ਪ੍ਰਸ਼ਨ, ਭਾਰਤ ਸਰਕਾਰ ਨੂੰ ਕਾਨੂੰਨੀ ਵਿਸ਼ਿਆਂ 'ਤੇ ਸਲਾਹ ਦੇਣ ਵਾਲਾ ਮੁੱਖ ਸਲਾਹਕਾਰ ਕੌਣ ਹੁੰਦਾ ਹੈ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ, ਯਾਦ ਰੱਖਿਓ, ਬੜਾ ਮਹੱਤਵਪੂਰਨ ਹੈਗਾ। ਅੱਜ ਕੱਲ੍ਹ ਦੇ ਪੇਪਰਾਂ ਦੇ ਵਿੱਚ ਇਹ ਪ੍ਰਸ਼ਨ ਜ਼ਰੂਰ ਪੁੱਛਿਆ ਜਾਂਦਾ ਹੈ। ਅਟਾਰਨੀ ਜਨਰਲ ਆਫ ਇੰਡੀਆ, ਇਹਨੂੰ AG ਵੀ ਕਹਿੰਦੇ ਨੇ, AG ਅਟਾਰਨੀ ਜਨਰਲ ਆਫ ਇੰਡੀਆ। ਇਹ ਹੈ ਜੀ ਅੱਜ ਕੱਲ੍ਹ KK ਵੇਣੂਗੋਪਾਲ। ਇਹਦਾ ਅੱਜ ਕੱਲ੍ਹ ਨੇ ਜਿਹੜੇ ਅਟਾਰਨੀ ਜਨਰਲ ਆਫ ਇੰਡੀਆ ਨੇ ਜਿਹੜੇ ਉਹ KK ਵੇਣੂਗੋਪਾਲ ਨੇ ਅੱਜ ਕੱਲ੍ਹ, ਵੇਣੂਗੋਪਾਲ। ਜੇਕਰ ਪੁੱਛ ਲਿਆ ਵੀ ਪਹਿਲਾ AG ਕੌਣ ਸੀ? ਪਹਿਲਾ ਸੀਗਾ ਜੀ AG ਸੀਤਲਵਾੜ, MC ਸੀਤਲਵਾੜ ਸੀਗਾ, MC ਸੀਤਲਵਾੜ। ਇਹਦੇ ਨਾਲ 2 ਮੈਂਬਰ ਹੋਰ ਹੁੰਦੇ ਨੇ ਜੀ। ਇਹਨੂੰ ਭਾਰਤ ਦਾ ਪਹਿਲਾ ਕਾਨੂੰਨ ਅਫਸਰ ਵੀ ਕਿਹਾ ਜਾਂਦਾ ਹੈ। ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਮੁੱਖ ਗੱਲ ਇਹ ਹੈ ਵੀ ਇਹ 76 ਆਰਟੀਕਲ ਦੇ ਵਿੱਚ ਇਹਦਾ ਜਿਹੜਾ ਪਦ ਹੈ ਜੀ ਸੰਵਿਧਾਨ ਦੇ ਵਿੱਚ, ਇਹਨੂੰ ਸੰਵਿਧਾਨਕ ਦਰਜਾ ਮਿਲਿਆ ਹੋਇਆ 76 ਦੇ ਅਕੋਰਡਿੰਗ, 76 ਆਰਟੀਕਲ ਦੇ ਅਨੁਸਾਰ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, 4 ਨੰਬਰ ਪ੍ਰਸ਼ਨ ਦੋਸਤੋ, ਵਿੱਤ ਆਯੋਗ ਦੀ ਨਿਯੁਕਤੀ ਕੌਣ ਕਰਦਾ? ਵਿੱਤ ਆਯੋਗ ਦੀ ਨਿਯੁਕਤੀ ਹੈ ਜਿਹੜਾ ਜੀ ਉਹ ਰਾਸ਼ਟਰਪਤੀ ਕਰਦਾ ਦੋਸਤੋ। ਪਹਿਲਾ ਵਿੱਤ ਆਯੋਗ ਭਾਰਤ ਦਾ 1952 ਤੋਂ 57 ਤੱਕ ਚੁਣਿਆ ਗਿਆ ਸੀ, 5 ਸਾਲ ਤੱਕ ਹੁੰਦਾ ਇਹ। ਅੱਜ ਕੱਲ੍ਹ ਜਿਹੜਾ ਚੱਲੀ ਜਾਂਦਾ ਜੀ ਉਹ ਹੈ 15ਵਾਂ ਵਿੱਤ ਆਯੋਗ ਚੱਲੀ ਜਾਂਦਾ ਹੁਣ। 1952 ਤੋਂ 57 ਤੱਕ ਪਹਿਲਾਂ ਚੁਣਿਆ ਗਿਆ ਸੀਗਾ। ਜਿਹੜੇ ਹੁਣ ਵਿੱਤ ਆਯੋਗ ਆ ਉਹਦਾ ਜਿਹੜਾ ਚੇਅਰਮੈਨ ਹੈ ਉਹਦਾ ਨਾਂ ਜੀ ਨੰਦ ਕਿਸ਼ੋਰ ਸਿੰਘ, ਇਹ ਯਾਦ ਰੱਖਣਾ, ਨੰਦ ਕਿਸ਼ੋਰ ਸਿੰਘ। ਜੇਕਰ ਪਹਿਲਾਂ ਪੁੱਛ ਲਿਆ ਜਾਵੇ ਵੀ ਪਹਿਲਾ ਚੇਅਰਮੈਨ ਕੌਣ ਸੀਗਾ ਵਿੱਤ ਆਯੋਗ ਦਾ 1952 ਤੋਂ 57 ਵਾਲੇ ਦਾ, ਉਹ ਸੀ KC ਨਿਯੋਗੀ। ਇਹਦਾ ਮੁੱਖ ਕੰਮ ਕੀ ਹੁੰਦਾ ਜੀ? ਜਿਹੜਾ ਵਿੱਤ ਆਯੋਗ ਹੁੰਦਾ, ਵਿੱਤ ਆਯੋਗ ਦਾ ਮੁੱਖ ਕੰਮ ਹੁੰਦਾ ਜਿਹੜੇ ਰਾਜ ਅਤੇ ਕੇਂਦਰ ਹੈ ਇਹਨਾਂ ਦੇ ਵਿੱਚ ਜਿਹੜਾ ਪੈਸਿਆਂ ਦਾ ਲੈਣ ਦੇਣ ਹੈ, ਜਿਹੜੇ ਪੈਸਿਆਂ ਦੇ ਨਾਲ ਸੰਬੰਧਿਤ ਰਿਸ਼ਤੇ ਨੇ ਉਹਨਾਂ ਦਾ ਫੈਸਲਾ ਜਿਹੜਾ ਇਹ ਵਿੱਤ ਆਯੋਗ ਕਰਦਾ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ, 5 ਨੰਬਰ ਪ੍ਰਸ਼ਨ ਜੀ, ਵਿੱਤ ਆਯੋਗ ਦਾ ਗਠਨ ਕਿੰਨੇ ਸਮੇਂ ਲਈ ਹੁੰਦਾ? ਆਪਾਂ ਕਰ ਚੁੱਕੇ ਹਾਂ, 5 ਸਾਲ ਲਈ ਹੁੰਦਾ ਵਿੱਤ ਆਯੋਗ ਦਾ ਗਠਨ। ਪਹਿਲਾ 1952 ਤੋਂ 57 ਤੱਕ ਦਾ ਸਮਾਂ ਸੀ, ਹੁਣ 15ਵਾਂ ਚੱਲੀ ਜਾਂਦਾ। ਵੈਰੀ ਇੰਪੋਰਟੈਂਟ। ਅਗਲਾ ਪ੍ਰਸ਼ਨ ਦੇਖਦੇ ਹਾਂ,
ਭਾਰਤ ਵਿੱਚ ਕਿੰਨੀਆਂ ਉੱਚ ਅਦਾਲਤਾਂ ਨੇ? ਬਹੁਤ ਬਹੁਤ ਲਾਹੇਵੰਦ ਪ੍ਰਸ਼ਨ ਹੈ, ਤੁਹਾਡੇ ਪੇਪਰਾਂ ਦੇ ਪੁਆਇੰਟ ਆਫ ਵਿਊ ਤੋਂ ਬਹੁਤ ਵਾਰ ਪੁੱਛਿਆ ਗਿਆ ਪ੍ਰਸ਼ਨ ਹੈ। ਅੱਜ ਕੱਲ੍ਹ ਭਾਰਤ ਦੇ ਵਿੱਚ ਉੱਚ ਅਦਾਲਤਾਂ ਹਾਈ ਕੋਰਟ ਮਤਲਬ 25 ਨੇ ਜੀ। ਜਿਹੜੀ ਪਹਿਲੀ ਹਾਈ ਕੋਰਟ ਦੀ ਸਥਾਪਨਾ ਹੋਈ ਸੀ ਜੀ, ਉਹ 1 ਜੁਲਾਈ 1862 ਦੇ ਵਿੱਚ 1 ਜੁਲਾਈ 1862 ਦੇ ਵਿੱਚ ਹੋਈ ਸੀ ਕਲਕੱਤਾ ਦੇ ਵਿੱਚ। ਇਹ ਯਾਦ ਰੱਖਣਾ। ਇਹ ਜਿਹੜੀ ਪਹਿਲੀ ਹੋਈ ਸੀ ਹਾਈ ਕੋਰਟ ਦੀ ਸਥਾਪਨਾ, ਇਹ 1961 ਦੇ ਵਿੱਚ ਇੱਕ ਐਕਟ ਬਣਿਆ ਸੀਗਾ। ਉਸ ਐਕਟ ਦੇ ਅਧੀਨ ਹੀ ਕਲਕੱਤਾ ਦੇ ਵਿੱਚ 1 ਜੁਲਾਈ 1962 ਨੂੰ ਹਾਈ ਕੋਰਟ ਦੀ ਸਥਾਪਨਾ ਕੀਤੀ ਗਈ। ਅਤੇ ਇੱਕ 7ਵੀਂ ਸੋਧ ਹੋਈ ਸੀ ਸੰਵਿਧਾਨ ਦੇ ਵਿੱਚ, 7ਵੀਂ ਸੋਧ 1956 ਦੇ ਵਿੱਚ। ਇਹ ਸੋਧ ਦੇ ਵਿੱਚ ਇਹ ਕਹਿ ਦਿੱਤਾ ਗਿਆ ਸੀ ਵੀ ਜੇਕਰ ਕੋਈ ਹਾਈ ਕੋਰਟ ਬਣੀ ਹੈ ਤਾਂ ਉਹ ਇੱਕ ਜਾਂ ਦੋ ਤੋਂ ਵੱਧ ਰਾਜਾਂ ਦੀ ਸਾਂਝੀ ਹੋ ਸਕਦੀ ਹੈ। ਉਦਾਹਰਨ ਦੇ ਤੌਰ 'ਤੇ ਆਪਾਂ ਕਹਿ ਸਕਦੇ ਹਾਂ ਜਿਵੇਂ ਹਰਿਆਣਾ ਅਤੇ ਪੰਜਾਬ ਦੀ ਜਿਹੜੀ ਹਾਈ ਕੋਰਟ ਸਾਂਝੀ ਆ, ਉਹ ਹੈਗੀ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ। ਸੋ ਦੋਸਤੋ, ਇਸੇ ਤਰ੍ਹਾਂ ਇਹ ਸੋਧ ਹੋ ਕੇ 1 ਤੋਂ ਵੱਧ ਰਾਜਾਂ ਦੀ ਸਾਂਝੀ ਬਣਾ ਦਿੱਤੀ ਗਈ ਸੀ। ਇਹ ਸਾਂਝੀਆਂ ਨੇ ਜਿਹੜੀਆਂ ਹੁਣ ਤੱਕ, ਇਹ 3 ਨੇ ਭਾਰਤ ਦੇ ਵਿੱਚ ਇਸ ਤਰ੍ਹਾਂ ਦੀਆਂ। ਦਿੱਲੀ ਦੇ ਵਿੱਚ ਦੋਨੇ ਕੋਰਟ ਨੇ, ਜਿਵੇਂ ਹਾਈ ਕੋਰਟ ਵੀ ਹੈ, ਸੁਪਰੀਮ ਕੋਰਟ ਵੀ ਹੈ। ਸੁਪਰੀਮ ਕੋਰਟ ਹੈ ਜਿਹੜੀ ਦਿੱਲੀ ਦੇ, ਹਾਈ ਕੋਰਟ ਹੈ ਜਿਹੜੀ ਉਸ ਦਿੱਲੀ ਦੇ ਵਿੱਚ 1966 ਦੇ ਵਿੱਚ ਬਣਾਈ ਗਈ ਸੀ, ਦਿੱਲੀ ਦੇ ਵਿੱਚ 1966 'ਚ। ਸੋ ਅਗਲਾ ਪ੍ਰਸ਼ਨ ਕਰਦੇ ਹਾਂ ਜੀ, 7 ਨੰਬਰ ਪ੍ਰਸ਼ਨ ਦੋਸਤੋ, ਭਾਰਤ ਦਾ ਰਾਸ਼ਟਰਪਤੀ ਕਿਹੜੀ ਚੋਣ ਪ੍ਰਣਾਲੀ ਰਾਹੀਂ ਚੁਣਿਆ ਜਾਂਦਾ ਹੈ? ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਇਕਹਿਰੀ ਬਦਲਵੀਂ ਮਤ ਪ੍ਰਣਾਲੀ ਰਾਹੀਂ ਚੁਣਿਆ ਜਾਂਦਾ ਹੈ। ਇਕਹਿਰੀ ਬਦਲਵੀਂ ਚੋਣ ਪ੍ਰਣਾਲੀ ਹੁੰਦੀ ਹੈ ਜੀ ਇਹ। ਭਾਰਤ ਦੇ ਵਿੱਚ ਜਿੰਨੇ ਰਾਜਾਂ ਦੀਆਂ ਵਿਧਾਨ ਸਭਾ ਦੇ ਵਿੱਚ ਚੁਣੇ ਮੈਂਬਰ ਹੁੰਦੇ ਨੇ, ਉਹ ਲੋਕ ਸਭਾ ਦੇ ਚੁਣੇ ਮੈਂਬਰ ਹੁੰਦੇ ਆ। ਜਿਹੜੇ ਨਾਮਜ਼ਦ ਕੀਤੇ ਹੁੰਦੇ ਆ ਉਹ ਨਹੀਂ, ਜਿਹੜੇ ਚੁਣੇ ਹੁੰਦੇ ਆ ਵੋਟਾਂ ਪਾ ਕੇ, ਲੋਕ ਸਭਾ ਦੇ, ਰਾਜ ਸਭਾ ਦੇ, ਉਹ ਸਾਰੇ ਮਿਲ ਕੇ ਵੋਟਾਂ ਪਾਉਂਦੇ ਨੇ ਅਤੇ ਰਾਸ਼ਟਰਪਤੀ ਨੂੰ ਚੁਣਦੇ ਨੇ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, ਸੁਪਰੀਮ ਕੋਰਟ ਦਾ ਜੱਜ ਬਣਨ ਲਈ ਹਾਈ ਕੋਰਟ ਵਿੱਚ ਕਿੰਨੇ ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ? ਜੋ ਕਿ ਸੁਪਰੀਮ ਕੋਰਟ ਦਾ ਜੱਜ ਹੁੰਦਾ ਹੈ, ਹਾਈ ਕੋਰਟ ਦੇ ਵਿੱਚ ਉਹਨੇ ਕਿੰਨੇ ਸਾਲ ਦਾ ਤਜਰਬਾ ਕੀਤਾ ਹੋਵੇ? 5 ਸਾਲ ਦਾ ਤਜਰਬਾ ਹੋਣਾ ਚਾਹੀਦਾ ਉਹਦੇ ਕੋਲੇ, ਫਿਰ ਜਾ ਕੇ ਕਿਤੇ ਉਹ ਸੁਪਰੀਮ ਕੋਰਟ ਦਾ ਜੱਜ ਬਣਦਾ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ, ਜੇਕਰ ਹੁਣ ਪੁੱਛਿਆ ਜਾਵੇ ਸੁਪਰੀਮ ਕੋਰਟ ਦਾ ਜੱਜ, ਮੁੱਖ ਜੱਜ ਕੌਣ ਹੈ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈਗਾ। NV ਰਮਣਾ, ਹੁਣ NV ਰਮਣਾ ਇਹ ਹੁਣ ਸੁਪਰੀਮ ਕੋਰਟ ਦੇ ਮੁੱਖ ਜੱਜ ਨੇ। ਇਹਨਾਂ ਦੀ ਜਿਹੜੀ ਅਪੁਆਇੰਟਮੈਂਟ ਹੈ ਉਹ ਹੋਈ ਸੀਗੀ ਹੁਣ 24 ਅਪ੍ਰੈਲ 2021 ਨੂੰ ਇਹਨਾਂ ਨੇ ਆਪਣਾ ਅਹੁਦਾ ਸੰਭਾਲਿਆ ਸੀ, ਮੁੱਖ ਜੱਜ ਨੇ ਅੱਜ ਕੱਲ੍ਹ ਸੁਪਰੀਮ ਕੋਰਟ ਦੇ। ਆਰਟੀਕਲ 124 ਤੋਂ 147 ਇਹ ਸੁਪਰੀਮ ਕੋਰਟ ਨਾਲ ਸੰਬੰਧਿਤ ਆਰਟੀਕਲ ਹੈ, ਹਾਈ ਕੋਰਟ ਨਾਲ ਸੰਬੰਧਿਤ, ਹਾਈ ਕੋਰਟ ਨਾਲ। ਅਤੇ ਜੇਕਰ ਪੁੱਛਿਆ ਜਾਵੇ ਵੀ ਹਾਈ ਕੋਰਟ ਦਾ ਜੱਜ ਹੈ ਜਿਹੜਾ ਉਹ ਕਿੰਨੇ ਸਾਲ ਜੱਜ ਰਿਹਾ ਹੋਵੇ ਪਹਿਲਾਂ ਹੇਠਲੀਆਂ ਅਦਾਲਤਾਂ 'ਚ, ਤਾਂ 5 ਸਾਲ ਤੱਕ ਜੀ। ਸੋ ਇਹਦੇ ਕੁੱਲ ਜਿਹੜੇ ਜੱਜ ਹੁੰਦੇ ਨੇ ਉਹ 33+1 ਹੁੰਦਾ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, ਪਬਲਿਕ ਅਕਾਊਂਟ ਕਮੇਟੀ ਆਪਣੀ ਰਿਪੋਰਟ ਕਿਸ ਨੂੰ ਪੇਸ਼ ਕਰਦੀ ਹੈ? ਪਬਲਿਕ ਅਕਾਊਂਟ ਕਮੇਟੀ ਜਿਹੜੀ ਰਿਪੋਰਟ ਪੇਸ਼ ਕਰਦੀ ਹੈ ਜੀ ਲੋਕ ਸਭਾ ਦੇ ਸਪੀਕਰ ਨੂੰ। ਅੱਜ ਕੱਲ੍ਹ ਲੋਕ ਸਭਾ ਦੇ ਸਪੀਕਰ ਨੇ ਸ੍ਰੀ ਓਮ ਬਿਰਲਾ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ, ਭਾਰਤ ਦਾ ਪਹਿਲਾ ਕਾਨੂੰਨ ਅਧਿਕਾਰੀ ਕੌਣ ਹੁੰਦਾ ਹੈ? ਆਪਾਂ ਪਹਿਲਾਂ ਕਰ ਚੁੱਕੇ ਹਾਂ ਪ੍ਰਸ਼ਨ। ਭਾਰਤ ਦਾ ਅਟਾਰਨੀ ਜਨਰਲ ਹੈ ਜਿਹੜਾ, ਉਹ ਭਾਰਤ ਦਾ ਪਹਿਲਾ ਕਾਨੂੰਨ ਅਧਿਕਾਰੀ ਹੁੰਦਾ ਜੀ, AG ਕਹਿ ਦਿੰਦੇ ਆ ਜਿਹਨੂੰ। 11 ਨੰਬਰ ਪ੍ਰਸ਼ਨ ਜੀ, ਮੁੱਢਲੇ ਅਧਿਕਾਰਾਂ ਦੀ ਕਿਹੜੀ ਧਾਰਾ ਦਾ ਸੰਬੰਧ ਬੱਚਿਆਂ ਦੇ ਨਾਲ ਸੰਬੰਧਿਤ ਹੈ? 24 ਦੇ ਨਾਲ ਹੈ ਜੀ। ਬੱਚਿਆਂ 'ਤੇ ਜਿਹੜੇ ਕਿ ਸ਼ੋਸ਼ਣ ਨਹੀਂ ਕਰਨਾ ਚਾਹੀਦਾ, ਉਹਨਾਂ ਤੋਂ ਬਾਲ ਮਜ਼ਦੂਰੀ ਨਹੀਂ ਕਰਾਉਣੀ ਚਾਹੀਦੀ, ਇਹ ਧਾਰਾ 24 ਦੇ ਵਿੱਚ ਲਿਖਿਆ ਹੋਇਆ ਹੈ। ਭਾਰਤ ਦੀ ਰਾਜਨੀਤਿਕ ਸ਼ਕਤੀ ਦਾ ਮੁੱਖ ਸੋਮਾ ਕੀ ਹੈ? ਭਾਰਤ ਦੇ ਲੋਕ ਨੇ ਜੀ, ਕਿਉਂਕਿ ਭਾਰਤ ਦੇ ਵਿੱਚ ਲੋਕਤੰਤਰੀ ਸ਼ਾਸਨ ਅਪਣਾਇਆ ਗਿਆ ਹੈ। ਭਾਰਤ ਦੇ ਲੋਕਾਂ ਦੁਆਰਾ ਹੀ ਲੋਕਤੰਤਰੀ ਸਰਕਾਰ ਚੁਣੀ ਜਾਂਦੀ ਹੈ। ਲੋਕਾਂ ਦੁਆਰਾ ਲੋਕਾਂ ਲਈ ਕੰਮ ਕਰਨ ਵਾਲੀ ਸਰਕਾਰ ਹੈ। ਇਸ ਲਈ ਭਾਰਤ ਦੀ ਰਾਜਨੀਤਿਕ ਸ਼ਕਤੀ ਦਾ ਜਿਹੜਾ ਮੁੱਖ ਸੋਮਾ ਭਾਰਤ ਦੇ ਲੋਕ ਨੇ ਜੀ। 13 ਨੰਬਰ ਪ੍ਰਸ਼ਨ, ਭਾਰਤ ਵਿੱਚ ਪਹਿਲੀ ਵਾਰ ਆਮ ਚੋਣਾਂ ਕਿਹੜੇ ਸਾਲ ਵਿੱਚ ਹੋਈਆਂ? 1951-52 ਦੇ ਵਿੱਚ ਹੋਈਆਂ ਸੀ ਜੀ। ਪੰਡਿਤ ਜਵਾਹਰ ਲਾਲ ਨਹਿਰੂ ਜੀ ਪ੍ਰਧਾਨ ਮੰਤਰੀ ਬਣੇ ਸੀਗੇ। ਅਗਲਾ ਪ੍ਰਸ਼ਨ, ਸੰਵਿਧਾਨ ਦੀ 8ਵੀਂ ਅਨੁਸੂਚੀ ਦਾ ਸੰਬੰਧ ਕਿਸ ਨਾਲ ਹੈ? ਭਾਸ਼ਾਵਾਂ ਨਾਲ ਹੈ ਜੀ। ਲੈਂਗੁਏਜ ਦੇ ਨਾਲ ਸੰਬੰਧਿਤ ਹੈਗਾ। 8ਵੀਂ ਅਨੁਸੂਚੀ ਹੈ ਜਿਹੜੀ, ਉਹ ਲੈਂਗੁਏਜ ਦੇ ਨਾਲ ਸੰਬੰਧਿਤ ਹੈ। ਭਾਰਤ ਦੀ ਜਿਹੜੀ ਦਫ਼ਤਰੀ ਭਾਸ਼ਾ ਹੈ ਜੀ ਉਹ ਹਿੰਦੀ ਹੈ। ਦਫ਼ਤਰੀ ਭਾਸ਼ਾ ਪੁੱਛ ਲੈਂਦੇ ਆ ਕਈ ਵਾਰ, ਉਹ ਕਿਹੜੀ ਹੈ? ਹਿੰਦੀ। 8ਵੀਂ ਅਨੁਸੂਚੀ ਹੈਗੀ ਭਾਸ਼ਾਵਾਂ ਦੇ ਨਾਲ ਸੰਬੰਧਿਤ। 15 ਨੰਬਰ ਪ੍ਰਸ਼ਨ ਜੀ, ਭਾਰਤ ਦਾ ਸਭ ਤੋਂ ਲੰਮੇ ਸਮੇਂ ਕਾਰਜਕਾਲ ਵਾਲਾ ਸਪੀਕਰ ਕੌਣ ਹੈ? ਜਿਹੜੇ ਇਨਸਾਨ ਨੇ ਸਪੀਕਰ ਦੇ ਤੌਰ 'ਤੇ ਵੱਧ ਸਮਾਂ ਭਾਰਤ ਦੇ ਵਿੱਚ ਲਾਇਆ ਉਹ ਕੌਣ ਹੈ? ਬਲਰਾਮ ਜਾਖੜ ਹੈ ਜੀ। ਬਲਰਾਮ ਜਾਖੜ।
ਇਹਨਾਂ ਦਾ ਸਮਾਂ ਸੀਗਾ 1980 ਤੋਂ ਲੈ ਕੇ 99 ਤੱਕ। ਪਹਿਲੇ ਸਪੀਕਰ ਦੀ ਗੱਲ ਕਰੀਏ ਤਾਂ ਜੀ.ਵੀ. ਮਾਵਲਕਰ ਸੀ। ਪਹਿਲੀ ਸਪੀਕਰ ਮਹਿਲਾ ਦੀ ਗੱਲ ਕਰੀਏ ਤਾਂ ਸਰੋਜਨੀ ਨਾਇਡੂ ਸੀ। ਅਗਲਾ ਪ੍ਰਸ਼ਨ ਦੇਖਦੇ ਹਾਂ। 16 ਨੰਬਰ ਪ੍ਰਸ਼ਨ, ਲੋਕ ਸਭਾ ਦਾ ਆਮ ਕੋਰਮ ਕਿੰਨਾ ਹੁੰਦਾ ਜੀ? ਇਹ 10ਵਾਂ ਹਿੱਸਾ ਹੁੰਦਾ ਜੀ ਕੁੱਲ ਮੈਂਬਰਾਂ ਦਾ। ਜਦੋਂ ਸੈਸ਼ਨ ਬੁਲਾਇਆ ਜਾਂਦਾ ਲੋਕ ਸਭਾ ਦਾ, ਜੇਕਰ ਉਹਦੇ ਵਿੱਚ ਕੁੱਲ ਮੈਂਬਰਾਂ ਚੋਂ 10% ਮੈਂਬਰ ਪਹੁੰਚੇ ਹੋਣਗੇ ਜਾਂ 10% ਤੋਂ ਵੱਧ ਪਹੁੰਚੇ ਹੋਣਗੇ ਤਾਂ ਹੀ ਸੈਸ਼ਨ ਚੱਲੂਗਾ। ਜੇ 10% ਤੋਂ ਘੱਟ ਹੋਏ ਤਾਂ ਸੈਸ਼ਨ ਨਹੀਂ ਚੱਲਦਾ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ। ਕੇਂਦਰੀ ਹਿੰਦੀ ਸੰਮਤੀ ਦਾ ਚੇਅਰਮੈਨ ਕੌਣ ਹੁੰਦਾ? ਪ੍ਰਧਾਨ ਮੰਤਰੀ ਹੁੰਦਾ ਜੀ। ਪੁੱਛ ਲਿਆ ਜਾਂਦਾ, ਬਹੁਤ ਸਾਰੇ ਪੇਪਰਾਂ 'ਚ ਪੁੱਛਿਆ ਗਿਆ ਵੀ ਕੇਂਦਰੀ ਹਿੰਦੀ ਸੰਮਤੀ ਦਾ ਚੇਅਰਮੈਨ ਕੌਣ ਹੁੰਦਾ? ਪ੍ਰਧਾਨ ਮੰਤਰੀ। ਅਗਲਾ ਪ੍ਰਸ਼ਨ ਦੇਖਦੇ ਹਾਂ 18 ਨੰਬਰ, ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਨਗਰ ਪਾਲਿਕਾ ਦਾ ਵਰਣਨ ਕੀਤਾ ਗਿਆ? ਸੋ ਇਹ 9ਵੇਂ ਭਾਗ ਵਿੱਚ ਕੀਤਾ ਗਿਆ ਜੀ। ਨਗਰ ਪਾਲਿਕਾ ਦਾ ਵਰਣਨ ਸੰਵਿਧਾਨ ਦੇ 9ਵੇਂ ਭਾਗ ਵਿੱਚ। 19 ਨੰਬਰ ਪ੍ਰਸ਼ਨ ਹਿਸਟਰੀ ਨਾਲ ਸੰਬੰਧਿਤ ਹੈ ਜੀ। ਮੁਹੰਮਦ ਗੌਰੀ ਕਿੱਥੋਂ ਦਾ ਸ਼ਾਸਕ ਸੀ? ਮੁਹੰਮਦ ਗੌਰੀ ਗਜ਼ਨੀ ਦਾ ਸ਼ਾਸਕ ਸੀ ਜੀ। ਇਹ ਉਹੀ ਮੁਹੰਮਦ ਗੌਰੀ ਹੈ ਜਿਹਨੇ ਤਰਾਇਨ ਦੀਆਂ 2 ਲੜਾਈਆਂ ਲੜੀਆਂ ਸੀ 1191 ਅਤੇ 92 ਦੇ ਵਿੱਚ ਮੁਹੰਮਦ ਗੌਰੀ ਨੇ ਲੜੀਆਂ ਸੀ ਪ੍ਰਿਥਵੀ ਰਾਜ ਚੌਹਾਨ ਦੇ ਨਾਲ। ਸੋ ਦੂਸਰੀ ਲੜਾਈ ਦੇ ਵਿੱਚ 1192 ਵਾਲੀ ਲੜਾਈ ਦੇ ਵਿੱਚ ਮੁਹੰਮਦ ਗੌਰੀ ਨੇ ਪ੍ਰਿਥਵੀ ਰਾਜ ਚੌਹਾਨ ਨੂੰ ਹਰਾ ਦਿੱਤਾ ਸੀ ਅਤੇ ਉਹਨੇ ਕਾਫੀ ਮਤਲਬ ਆਪਣਾ ਸਾਮਰਾਜ ਦਾ ਵਿਸਤਾਰ ਕਰ ਲਿਆ ਸੀ। ਗੌੜ ਵੰਸ਼ ਦਾ ਤੁਰਕ ਵੰਸ਼ ਦਾ ਜਿਹੜਾ ਸਥਾਪਨਾ ਕੀਤੀ ਸੀ। ਸੋ ਅਗਲਾ ਪ੍ਰਸ਼ਨ ਦੇਖਦੇ ਹਾਂ। ਮੁਹੰਮਦ ਗੌਰੀ ਨੇ ਪੰਜਾਬ 'ਤੇ ਕਬਜ਼ਾ ਕਦੋਂ ਕੀਤਾ ਸੀ? ਇਹ 1186 ਦੇ ਵਿੱਚ ਕਬਜ਼ਾ ਕਰ ਲਿਆ ਸੀ ਪੰਜਾਬ 'ਤੇ ਜੀ। 1186 ਦੇ ਵਿੱਚ। ਤਰਾਇਨ ਦੀ ਪਹਿਲੀ ਲੜਾਈ ਕਦੋਂ ਹੋਈ ਆਪਾਂ ਦੱਸ ਚੁੱਕੇ ਹਾਂ 1191 ਦੇ ਵਿੱਚ। ਇੱਥੇ ਮੁਹੰਮਦ ਗੌਰੀ ਹਾਰ ਗਿਆ ਸੀ ਜੀ ਪ੍ਰਿਥਵੀ ਰਾਜ ਚੌਹਾਨ ਦੇ ਉੱਤੋਂ। ਫਿਰ 1192 ਵਾਲੀ ਲੜਾਈ ਦੇ ਵਿੱਚ ਜਿੱਤਿਆ ਸੀਗਾ ਮੁਹੰਮਦ ਗੌਰੀ। ਕੁਤਬਦੀਨ ਐਬਕ ਨੂੰ ਭਾਰਤ ਵਿੱਚ ਕਦੋਂ ਨਿਯੁਕਤ ਕੀਤਾ ਗਿਆ? ਇਹ 1192 ਦੀ ਜਿਹੜੀ ਲੜਾਈ ਹੋਈ ਸੀ ਮੁਹੰਮਦ ਗੌਰੀ ਅਤੇ ਚੌਹਾਨ ਦੇ ਵਿਚਕਾਰ, ਮੁਹੰਮਦ ਗੌਰੀ ਜਿੱਤ ਗਿਆ ਸੀ। ਉਹਦਾ ਸਾਮਰਾਜ ਦਾ ਸਥਾਪਨਾ ਹੋ ਗਈ ਸੀ ਭਾਰਤ ਦੇ ਵਿੱਚ। ਤਾਂ ਉਸ ਸਮੇਂ 1192 ਦੀ ਲੜਾਈ ਲੜਨ ਤੋਂ ਬਾਅਦ ਫਿਰ 94 ਦੇ ਵਿੱਚ ਜੈਪਾਲ ਨੂੰ ਹਰਾਇਆ ਸੀ ਰਾਜੇ ਨੂੰ। ਫਿਰ ਮੁਹੰਮਦ ਗੌਰੀ ਵਾਪਸ ਗਜ਼ਨੀ ਚਲਾ ਗਿਆ ਸੀਗਾ 1192 ਤੋਂ ਬਾਅਦ। ਅਤੇ 1192 ਦੇ ਵਿੱਚ ਕੁਤਬਦੀਨ ਐਬਕ ਨੂੰ ਜਿਹੜਾ ਭਾਰਤ ਦਾ ਜਿਹੜਾ ਸ਼ਾਸਨ ਸੀ ਉਹ ਸੰਭਾਲ ਦਿੱਤਾ ਸੀ। ਕੁਤਬਦੀਨ ਐਬਕ ਸੀ ਜਿਹੜਾ ਮੁਹੰਮਦ ਗੌਰੀ ਦਾ ਇੱਕ ਦਾਸ ਸੀਗਾ ਜੀ। ਦਾਸ ਸੀ ਉਹਦਾ ਖਰੀਦਿਆ ਹੋਇਆ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਕੁਤਬਦੀਨ ਐਬਕ ਨੇ ਕਿਹੜੀਆਂ 2 ਪ੍ਰਸਿੱਧ ਮਸਜਿਦਾਂ ਬਣਾਈਆਂ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਕੁਤਬਦੀਨ ਐਬਕ ਨੇ ਇੱਕ ਤਾਂ 2.5 ਦਿਨ ਦਾ ਝੋਪੜਾ ਮਸਜਿਦ ਬਣਾਈ ਸੀ ਜੀ। 2.5 ਦਿਨ ਦਾ ਝੋਪੜਾ, ਇੱਕ ਮਕਬਰਾ ਜਾਂ ਕੋਈ ਇਸ ਤਰ੍ਹਾਂ ਦਾ ਬਣਿਆ ਹੋਇਆ ਅਜਮੇਰ ਦੇ ਵਿੱਚ। ਕੁਵੱਤੁਲ ਇਸਲਾਮ ਇਹ ਵੀ ਇਹਨੇ ਬਣਾਈ ਸੀਗੀ ਮਸਜਿਦ। 24 ਨੰਬਰ ਪ੍ਰਸ਼ਨ ਦੇਖਦੇ ਹਾਂ ਜੀ। 24 ਨੰਬਰ ਪ੍ਰਸ਼ਨ 2.5 ਦਿਨ ਦਾ ਝੋਪੜਾ ਕਿੱਥੇ ਹੈ? ਅਜਮੇਰ ਦੇ ਵਿੱਚ ਹੈ ਜੀ। ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਕੁਤਬਦੀਨ ਐਬਕ ਨੇ ਬਣਵਾਇਆ ਸੀ ਇਹ। 25 ਨੰਬਰ ਪ੍ਰਸ਼ਨ ਕੁਵੱਤੁਲ ਇਸਲਾਮ ਕਿੱਥੇ ਸਥਿਤ ਹੈ? ਦਿੱਲੀ ਦੇ ਵਿੱਚ ਬਣੀ ਹੋਈ ਹੈ ਜੀ ਇਹ ਮਸਜਿਦ। ਕੁਤਬ ਮੀਨਾਰ ਦਾ ਨਿਰਮਾਣ ਕਿਸ ਨੇ ਕਰਾਇਆ? ਜਿਹੜੀ ਮਸਜਿਦ ਬਣੀ ਹੈ ਕੁਤਬ ਮੀਨਾਰ ਬਣੀ ਹੋਈ ਹੈ ਜਿਹੜੀ, ਉਹ ਕੁਤਬਦੀਨ ਐਬਕ ਨੇ ਬਣਾਈ ਸੀ ਜੀ ਦਿੱਲੀ ਦੇ ਵਿੱਚ। 27 ਨੰਬਰ ਪ੍ਰਸ਼ਨ ਜੀ। ਧਰਤੀ ਨੂੰ ਘੇਰਨ ਵਾਲੀ ਹਵਾ ਦੀ ਪਤਲੀ ਪਰਤ ਨੂੰ ਕੀ ਕਹਿੰਦੇ ਨੇ? ਜੀਓਗ੍ਰਾਫੀ ਦੇ ਨਾਲ ਸੰਬੰਧਿਤ ਪ੍ਰਸ਼ਨ ਕਰਦੇ ਹਾਂ ਕੁਛ। ਇਹਨੂੰ ਵਾਯੂਮੰਡਲ ਕਹਿੰਦੇ ਨੇ ਜੀ। ਧਰਤੀ ਦੇ ਆਲੇ ਦੁਆਲੇ ਖਲਾਅ ਦੇ ਵਿੱਚ ਜਿਹੜਾ ਗੈਸਾਂ ਦਾ ਮਿਸ਼ਰਣ ਹੈ, ਗੈਸਾਂ ਦਾ ਬਣਿਆ ਹੋਇਆ ਗੋਲਾ ਹੈ ਧਰਤੀ ਦੇ ਇਰਦ ਗਿਰਦ, ਉਹਨੂੰ ਵਾਯੂਮੰਡਲ ਕਹਿ ਦਿੰਦੇ ਆ ਜੀ। ਉਹੀ ਵਾਯੂਮੰਡਲ ਹੈ ਜੋ ਗੈਸਾਂ ਦਾ ਮਿਸ਼ਰਣ ਹੈ ਧਰਤੀ ਦੇ ਆਲੇ ਦੁਆਲੇ ਗਲਾਫ ਚੜ੍ਹਿਆ ਹੋਇਆ ਗੈਸਾਂ ਦਾ ਜਿਹੜਾ। ਅਮੇਜ਼ਨ ਬੇਸਿਨ 'ਤੇ ਰਾਤ ਦੇ ਸਮੇਂ ਤਾਪਮਾਨ ਘਟ ਜਾਂਦਾ ਹੈ ਪਰੰਤੂ ਨਮੀ ਨਹੀਂ। ਨਮੀ ਉੱਚ ਰਹਿੰਦੀ ਹੈ ਜੀ ਅਮੇਜ਼ਨ ਬੇਸਿਨ ਦੇ ਵਿੱਚ। ਬਹੁਤ ਜ਼ਿਆਦਾ ਉੱਥੇ ਗਰਮੀ ਪੈਂਦੀ ਹੈ। ਉੱਚੇ ਦਰਖਤ ਨੇ, ਬਾਰਿਸ਼ ਵੀ ਪੈਂਦੀ ਹੈ ਵੱਧ। ਜਦੋਂ ਗਰਮੈਸ਼ ਵੱਧ ਹੁੰਦੀ ਹੈ ਤਾਂ ਬਾਰਿਸ਼ ਵੀ ਵੱਧ ਆਉਂਦੀ ਹੈ। ਤਾਂ ਉੱਥੇ ਫਿਰ ਰਾਤ ਦੇ ਸਮੇਂ ਤਾਪਮਾਨ ਘਟ ਜਾਂਦਾ ਅਤੇ ਨਮੀ ਬਣੀ ਰਹਿੰਦੀ ਹੈ। ਨਮੀ ਉੱਚ ਸਥਿਤੀ 'ਚ ਬਣੀ ਰਹਿੰਦੀ ਹੈ ਅਮੇਜ਼ਨ ਬੇਸਿਨ ਦੇ ਖੇਤਰ 'ਚ। ਵਾਤਾਵਰਨ ਦੀ ਮਹੱਤਵਪੂਰਨ ਪਰਤ ਕਿਹੜੀ ਹੈ ਜੀ? ਟ੍ਰੋਪੋਸਫੀਅਰ ਹੈ ਵਾਤਾਵਰਨ ਦੀ ਮਹੱਤਵਪੂਰਨ ਜਿਹੜੀ ਪਰਤ ਹੈਗੀ। ਇਹ ਵਾਯੂਮੰਡਲ ਦੀਆਂ ਪਰਤਾਂ ਨੇ। ਟ੍ਰੋਪੋਸਫੀਅਰ 5 ਪਰਤਾਂ ਨੇ ਜੀ। ਇਹ ਵਾਯੂਮੰਡਲ ਦੀਆਂ 5 ਪਰਤਾਂ ਨੇਗੀਆਂ, ਜਿਵੇਂ ਐਟਮੋਸਫੀਅਰ, ਟ੍ਰੋਪੋਸਫੀਅਰ, ਸਟ੍ਰੈਥੋਸਫੀਅਰ ਵੀ ਹੁੰਦੀ ਹੈ, ਇੱਕ ਮੈਸੋਸਫੀਅਰ ਹੁੰਦੀ ਹੈ, ਇੱਕ ਥਰਮੋਸਫੀਅਰ ਹੁੰਦੀ ਹੈ। 5 ਹੁੰਦੀਆਂ ਨੇ ਜੀ ਵਾਯੂਮੰਡਲ ਦੀਆਂ ਪਰਤਾਂ। ਸੋ ਜਿਹੜੀ ਸਭ ਤੋਂ ਮਹੱਤਵਪੂਰਨ ਆ ਉਹ ਟ੍ਰੋਪੋਸਫੀਅਰ ਹੈਗੀ। ਅਗਲਾ ਪ੍ਰਸ਼ਨ ਕਰਦੇ ਹਾਂ।
ਸਿੱਲ ਕੀ ਹੁੰਦੀ ਹੈ ਜੀ? ਹਵਾ ਵਿੱਚ ਨਮੀ ਹੁੰਦੀ ਹੈ ਜਿਹੜੀ, ਉਹਨੂੰ ਸਿੱਲ ਕਹਿ ਜਾਂਦੇ ਨੇ। ਹਵਾ ਦੇ ਵਿੱਚ ਜਿਹੜੀ ਨਮੀ ਹੁੰਦੀ ਹੈ ਉਹਨੂੰ ਸਿੱਲ ਕਿਹਾ। ਕਾਲੀਦਾਸ ਦੀਆਂ ਪ੍ਰਸਿੱਧ ਰਚਨਾਵਾਂ ਦੇ ਨਾਮ ਲਿਖੋ। ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। ਕਾਲੀਦਾਸ ਨੇ ਬਹੁਤ ਸਾਰੇ ਨਾਟਕ ਲਿਖੇ ਸੀ, ਬਹੁਤ ਸਾਰੀਆਂ ਰਚਨਾਵਾਂ ਲਿਖੀਆਂ ਸੀ। ਕਾਲੀਦਾਸ ਨੂੰ ਭਾਰਤ ਦਾ ਸ਼ੇਕਸਪੀਅਰ ਵੀ ਕਿਹਾ ਜਾਂਦਾ ਹੈ। ਕਾਲੀਦਾਸ ਨੇ ਲਿਖੇ ਸੀ ਸ਼ਕੁੰਤਲਾ, ਮੇਘਦੂਤ, ਰਘੂਵੰਸ਼, ਬਿਕਰਮ ਮੋਰਵਸੀ, ਰਿਤੂ ਸੰਹਾਰ। ਸੋ ਇਹਦੇ ਵੈਰੀ ਇੰਪੋਰਟੈਂਟ ਇਹ ਨਾਟਕ ਰਚਨਾਵਾਂ ਨੇ ਕਾਲੀਦਾਸ ਦੀਆਂ, ਜੋ ਭਾਰਤ ਦਾ ਸ਼ੇਕਸਪੀਅਰ ਕਹਾਉਂਦਾ ਹੈ। ਸੋ ਰਿਤੂ ਸੰਹਾਰ ਸੀ ਜਿਹੜੀ ਇਹਦੀ ਇਹ ਪਹਿਲੀ ਸੀਗੀ, ਪਹਿਲੀ ਰਚਨਾ ਕਹਿ ਸਕਦੇ ਹਾਂ ਰਿਤੂ ਸੰਹਾਰ ਨੂੰ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। 2 ਨੰਬਰ ਪ੍ਰਸ਼ਨ ਦੋਸਤੋ, ਮੁਦਰਾਕਸ਼ ਦਾ ਲੇਖ ਕੌਣ ਸੀ? ਵਿਸਾਖਾ ਦੱਤ ਨੇ ਲਿਖੀ ਸੀ ਜੀ ਮੁਦਰਾਕਸ਼ ਜਿਹੜੀ ਰਚਨਾ ਸੀਗੀ, ਜਿਹੜੀ ਕਿਤਾਬ ਸੀ। ਇਹਨੇ ਇੱਕ ਕਿਤਾਬ ਹੋਰ ਲਿਖੀ ਸੀ ਦੇਵੀ ਚੰਦਰਗੁਪਤਮ। ਇਹ ਨੋਟ ਕਰ ਲਿਓ, ਦੇਵੀ ਚੰਦਰਗੁਪਤਮ। ਇਹ ਇਹਦੀ ਮਸ਼ਹੂਰ ਕਿਤਾਬ ਸੀ ਵਿਸਾਖਾ ਦੱਤ ਦੀ। ਮੁਦਰਾ ਰਾਖਸ਼ ਅਤੇ ਦੇਵੀ ਚੰਦਰਗੁਪਤਮ ਵਿਸਾਖਾ ਦੱਤ ਦੀਆਂ ਰਚਨਾਵਾਂ ਨੇ। ਅਗਲਾ ਪ੍ਰਸ਼ਨ ਦੇਖਦੇ ਹਾਂ। 3 ਨੰਬਰ ਪ੍ਰਸ਼ਨ ਜੀ, ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਪੰਚਤੰਤਰ ਦੀਆਂ ਰਚਨਾਵਾਂ ਕਿਸ ਨੇ ਕੀਤੀਆਂ? ਪੰਚਤੰਤਰ ਦੀ ਜਿਹੜੀ ਰਚਨਾ ਸੀ ਇਹ ਵਿਸ਼ਨੂੰ ਸ਼ਰਮਾ ਨੇ ਲਿਖੀਆਂ ਸੀ ਜੀ। ਇਹ ਕਹਾਣੀਆਂ ਸੰਬੰਧੀ ਕਿਤਾਬ ਹੈਗੀ। ਇਹਨਾਂ ਨੂੰ ਇੱਦਾਂ ਵੀ ਲਿਖਿਆ ਜਾਂਦਾ ਹੈ, ਪੰਚਤੰਤਰ ਦੀਆਂ ਕਹਾਣੀਆਂ ਦੀ ਰਚਨਾ ਕਿਸ ਨੇ ਕੀਤੀ? ਸੋ ਵਿਸ਼ਨੂੰ ਸ਼ਰਮਾ ਨੇ ਕੀਤੀ ਸੀ ਜੀ ਇਹ। ਅਗਲਾ ਪ੍ਰਸ਼ਨ ਦੇਖਦੇ ਹਾਂ। ਆਰੀਆ ਭੱਟ ਨੇ ਕਿਹੜਾ ਪ੍ਰਸਿੱਧ ਗ੍ਰੰਥ ਲਿਖਿਆ ਸੀ? ਆਰੀਆ ਭੱਟਮ ਲਿਖਿਆ ਸੀ ਜੀ। ਵੈਰੀ ਇੰਪੋਰਟੈਂਟ ਹੈ। ਆਰੀਆ ਭੱਟਮ ਨਾਂ ਦਾ ਗ੍ਰੰਥ ਆਰੀਆ ਭੱਟ ਨੇ ਲਿਖਿਆ ਸੀ ਜੀ। ਇੱਕ ਇਹਦਾ ਹੋਰ ਮਸ਼ਹੂਰ ਜਿਹੜੀ ਰਚਨਾ ਸੀਗੀ ਸੂਰਿਆ ਸਿਧਾਂਤ। ਸੂਰਿਆ ਸਿਧਾਂਤ ਲਿਖਿਆ ਸੀ ਇੱਕ ਆਰੀਆ ਭੱਟ ਨੇ। ਆਰੀਆ ਭੱਟਮ ਦੇਖੋ ਰਿਲੇਟ ਹੋ ਜਾਂਦੀ ਹੈ ਆਰੀਆ ਭੱਟ ਅਤੇ ਆਰੀਆ ਭੱਟਮ ਨਾਲ। ਸੂਰਿਆ ਸਿਧਾਂਤ ਤੁਸੀਂ ਯਾਦ ਰੱਖਣਾ, ਸੂਰਿਆ ਸਿਧਾਂਤ। ਆਰੀਆ ਭੱਟ ਜੀ ਗੁਪਤ ਕਾਲ ਦੇ ਸਮੇਂ ਦੇ ਵਿੱਚ ਗਣਿਤ ਦਾ ਮਹਾਨ ਅਰਥ ਸ਼ਾਸਤਰੀ ਸੀ। ਆਰੀਆ ਭੱਟ ਨੇ ਦਸ਼ਮਲਵ ਦੀ ਖੋਜ ਕੀਤੀ ਸੀ ਭਾਰਤ ਦੇ ਵਿੱਚ। ਦਸ਼ਮਲਵ ਦੀ ਖੋਜ ਕੀਤੀ ਸੀ ਇਹ ਆਰੀਆ ਭੱਟ ਦੀ ਖੋਜ ਸੀ। ਸੂਰਿਆ ਸਿਧਾਂਤ ਇਹਦੀ ਦੂਜੀ ਪੁਸਤਕ ਹੈ। ਇੱਕ ਆਰੀਆ ਭੱਟਮ ਹੋ ਗਈ। ਗੁਪਤ ਸਾਮਰਾਜ ਦਾ ਪ੍ਰਸਿੱਧ ਗਣਿਤ ਸ਼ਾਸਤਰੀ ਮੰਨਿਆ ਜਾਂਦਾ ਆਰੀਆ ਭੱਟ ਨੂੰ। 5 ਨੰਬਰ ਪ੍ਰਸ਼ਨ ਦੇਖਦੇ ਹਾਂ। ਵੈਰੀ ਇੰਪੋਰਟੈਂਟ ਪ੍ਰਸ਼ਨ ਨੇ। ਬਰਾਹਾ ਮਿਹਰ ਦੀ ਰਚਨਾ, ਪ੍ਰਸਿੱਧ ਰਚਨਾ ਕਿਹੜੀ ਹੈ? ਸੋ ਪੁਸਤਕਾਂ ਦੇ ਨਾਲ ਸੰਬੰਧਿਤ ਪ੍ਰਸ਼ਨ ਆਪਾਂ ਕਾਫੀ ਲੈ ਕੇ ਆਏ ਹਾਂ ਅੱਜ ਦੀ ਵੀਡੀਓ 'ਚ। ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਦੋਸਤੋ। ਬਰਾ ਮਿਹਰ ਦੀ ਪ੍ਰਸਿੱਧ ਰਚਨਾ ਕਿਹੜੀ ਹੈ ਜੀ? ਬ੍ਰਹਮ ਸੰਹਿਤਾ। ਬ੍ਰਹਮ ਸੰਹਿਤਾ ਜਿਹੜੀ ਕਿਤਾਬ ਹੈ ਉਹ ਬਰਾ ਮਿਹਰ ਨੇ ਲਿਖੀ ਹੋਈ ਹੈ ਜੀ। ਇਹਨਾਂ ਦੀ ਇੱਕ ਕਿਤਾਬ ਹੋਰ ਸੀਗੀ ਪੰਚ ਸਿਧਾਂਤਕਾ। ਪੰਚ ਸਿਧਾਂਤਕਾ। ਇਹ ਮਿਲਦੀਆਂ ਜੁਲਦੀਆਂ, ਥੋੜ੍ਹਾ ਜਿਹਾ ਧਿਆਨ ਰੱਖਣਾ। ਪੰਚ ਸਿਧਾਂਤਕਾ ਇਹ ਬਰਾ ਮਿਹਰ ਦੀ ਕਿਤਾਬ ਸੀਗੀ ਲਿਖੀ ਹੋਈ। ਬ੍ਰਹਮ ਸੰਹਿਤਾ ਵੀ ਇਹਨਾਂ ਨੇ ਲਿਖੀ ਸੀ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ। 6 ਨੰਬਰ, ਅਸ਼ਟਾਂਗ ਸੰਗ੍ਰਹਿ ਕਿਸ ਨੇ ਲਿਖਿਆ ਜੀ? ਅਸ਼ਟਾਂਗ ਸੰਗ੍ਰਹਿ ਲਿਖਿਆ ਸੀ ਵਾਗ ਭੱਟ ਨੇ। ਇਹਦੇ ਵਿੱਚ ਅਸ਼ਟਾਂਗ ਸੰਗ੍ਰਹਿ ਦੇ ਵਿੱਚ ਜੀਵਨ ਦੇ ਨਾਲ ਸੰਬੰਧਿਤ, ਜੀਵਨ ਜਿਉਣ ਦੇ ਨਾਲ ਸੰਬੰਧਿਤ ਪਹਿਲੂ ਲਿਖੇ ਹੋਏ ਨੇ ਜੀ, ਕਿਵੇਂ ਸਾਨੂੰ ਜੀਵਨ ਜਿਉਣਾ ਚਾਹੀਦਾ। ਅਗਲਾ ਪ੍ਰਸ਼ਨ ਦੇਖਦੇ ਹਾਂ। 7 ਨੰਬਰ ਪ੍ਰਸ਼ਨ ਜੀ, ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਮਹਿਰੌਲੀ ਦਾ ਲੋਹ ਸਤੰਭ ਕਿੰਨਾ ਉੱਚਾ ਹੈ? ਸੋ ਇਹ 23 ਫੁੱਟ ਹੈ ਜੀ ਮਹਿਰੌਲੀ ਦਾ ਲੋਹ ਸਤੰਭ। ਇਹ ਦਿੱਲੀ ਦੇ ਵਿੱਚ ਬਣਿਆ ਹੋਇਆ। ਚੰਦਰਗੁਪਤ ਵਿਕਰਮਾਦਿੱਤਿਆ ਨੇ ਬਣਾਇਆ ਸੀਗਾ। ਚੰਦਰਗੁਪਤ ਦੂਜਾ, ਜਿਹੜਾ ਚੰਦਰਗੁਪਤ ਦੂਜਾ ਕਹਿੰਦੇ ਆ ਜਿਹਨੂੰ, ਦਿੱਲੀ ਦੇ ਵਿੱਚ 23 ਫੁੱਟ ਇਹ ਹੋ ਗਿਆ ਜੀ। ਇਹ ਚੰਦਰਗੁਪਤ ਦੂਜੇ ਨੇ ਬਣਾਇਆ ਸੀ। ਵਿਕਰਮਾਦਿੱਤਿਆ ਵੀ ਕਹਿ ਦਿੰਦੇ ਆ ਇਹਨੂੰ, ਚੰਦਰਗੁਪਤ ਵਿਕਰਮਾਦਿੱਤਿਆ। ਇਹ ਜੀ ਉਹ ਵਿਕਰਮਾਦਿੱਤਿਆ ਹੈਗਾ ਜਿਹੜੀਆਂ ਤੁਸੀਂ ਪੰਚਤੰਤਰ ਦੀਆਂ ਕਹਾਣੀਆਂ ਜੋ TV 'ਤੇ ਆਉਂਦੀਆਂ ਦੇਖੀਆਂ ਹੋਣਗੀਆਂ। ਬੇਤਾਲ ਅਤੇ ਵਿਕਰਮਾਦਿੱਤਿਆ ਦੀ ਜਿਹੜੀ ਕਹਾਣੀ ਆਉਂਦੀ ਸੀ, ਇਹ ਵਿਕਰਮਾਦਿੱਤਾ ਉਹ ਇਨਸਾਨ ਦੀ ਕਹਾਣੀ ਸੀਗੀ। ਚੰਦਰਗੁਪਤ ਦੂਜਾ ਇਹਦਾ ਨਾਂ ਗਾ। ਇਹਨੇ ਦਿੱਲੀ ਦੇ ਵਿੱਚ ਮਹਿਰੌਲੀ ਦਾ ਲੋਹ ਸਤੰਭ ਬਣਾਇਆ ਸੀ ਜੋ 23 ਫੁੱਟ ਹੈਗਾ। ਅੱਜ ਵੀ ਬਹੁਤ ਵਧੀਆ ਦਿੱਖ ਹੈ ਇਸ ਦੀ। ਅਗਲਾ ਪ੍ਰਸ਼ਨ ਦੇਖਦੇ ਹਾਂ। 8 ਨੰਬਰ ਪ੍ਰਸ਼ਨ ਜੀ, ਹਰਸ਼ਵਰਧਨ ਦੁਆਰਾ ਲਿਖੇ ਗਏ ਕਿਸੇ ਇੱਕ ਨਾਟਕ ਦਾ ਨਾਂ ਲਿਖੋ। ਹਰਸ਼ਵਰਧਨ ਨੇ ਜੀ 3 ਨਾਟਕ ਲਿਖੇ ਸੀ। ਨਾਗਾਨੰਦ, ਰਤਨਾਵਲੀ, ਪ੍ਰਿਯਦਰਸ਼ਕਾ। ਸੋ 3 ਨਾਟਕ ਹਰਸ਼ਵਰਧਨ ਦੇ ਮਸ਼ਹੂਰ ਹੋਏ ਨੇ ਜੀ, ਰਤਨਾਵਲੀ, ਪ੍ਰਿਯਦਰਸ਼ਕਾ ਅਤੇ ਨਾਗਾਨੰਦ। ਸੋ ਦੋਸਤੋ ਇਹ ਯਾਦ ਰੱਖਣਾ ਤੁਸੀਂ। ਅਗਲਾ ਪ੍ਰਸ਼ਨ ਦੇਖਦੇ ਹਾਂ। 9 ਨੰਬਰ ਜੀ,
ਹਰਸ਼ ਚਰਿਤ ਦਾ ਲੇਖ ਕੌਣ ਹੈ? ਬਾਣ ਭੱਟ ਨੇ ਲਿਖੀ ਸੀ ਜੀ ਹਰਸ਼ ਚਰਿਤ, ਬਾਣ ਭੱਟ। ਅਗਲਾ ਪ੍ਰਸ਼ਨ ਦੇਖਦੇ ਹਾਂ, ਹਰਸ਼ਵਰਧਨ ਦੇ ਸਮੇਂ ਕਿਹੜਾ ਵਿਸ਼ਵਵਿਦਿਆਲਿਆ ਪ੍ਰਸਿੱਧ ਸੀ? ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। ਹਰਸ਼ਵਰਧਨ ਦੇ ਸਮੇਂ ਪ੍ਰਸਿੱਧ ਸੀ ਜੀ ਨਾਲੰਦਾ ਯੂਨੀਵਰਸਿਟੀ, ਜੋ ਕਿ ਬਣਾਈ ਸੀ ਸ੍ਰੀ ਗੁਪਤ ਨੇ। ਸ੍ਰੀ ਗੁਪਤ ਸਾਮਰਾਜ ਦਾ ਜਿਹੜਾ ਸੀਗਾ ਜੀ ਸਥਾਪਨਾ ਕਰੀ ਸੀ ਜਿਹਨੇ, ਉਹਨੇ ਇਹ ਨਾਲੰਦਾ ਯੂਨੀਵਰਸਿਟੀ ਬਣਾਈ ਸੀ। ਇਹਦਾ ਇੱਕ ਕੁਲਪਤੀ ਪੁੱਛਿਆ ਜਾਂਦਾ ਹੈ, ਜਿਵੇਂ ਆਪਾਂ ਚਾਂਸਲਰ ਕਹਿ ਦਿੰਦੇ ਹਾਂ ਅੱਜ ਕੱਲ੍ਹ, ਕੁਲਪਤੀ ਹੁੰਦਾ ਸੀ ਜੀ ਸੀਲ ਭੱਦਰ। ਇਹ ਜ਼ਿਆਦਾ ਮਸ਼ਹੂਰ ਰਿਹਾ, ਪੁੱਛਿਆ ਜਾਂਦਾ ਵੀ ਨਾਲੰਦਾ ਯੂਨੀਵਰਸਿਟੀ ਦਾ ਕੁਲਪਤੀ ਕੌਣ ਸੀ? ਸੀਲ ਭੱਦਰ ਸੀ ਜੀ। ਹਰਸ਼ਵਰਧਨ ਦੇ ਸਮੇਂ ਇਹ ਮਸ਼ਹੂਰ ਸੀ, ਬਣਾਈ ਇਹ ਸ੍ਰੀ ਗੁਪਤ ਨੇ ਸੀ ਜੀ। 11 ਨੰਬਰ ਪ੍ਰਸ਼ਨ ਦੇਖਦੇ ਹਾਂ ਜੀ, ਨਾਲੰਦਾ ਵਿਸ਼ਵ ਵਿਦਿਆਲਿਆ ਦਾ ਪ੍ਰਸਿੱਧ ਕੁਲਪਤੀ ਆਪਾਂ ਕਰ ਚੁੱਕੇ ਹਾਂ, ਸੀਲ ਭੱਦਰ। ਅਗਲਾ ਪ੍ਰਸ਼ਨ 12 ਨੰਬਰ ਜੀ, ਅਰਬਾਂ ਨੇ ਕਿਸ ਦੀ ਅਗਵਾਈ ਹੇਠ ਭਾਰਤ 'ਤੇ ਹਮਲਾ ਕੀਤਾ? ਸੋ ਦੋਸਤੋ, ਅਰਬਾਂ ਨੇ ਮੁਹੰਮਦ ਬਿਨ ਕਾਸਿਮ ਦੀ ਅਗਵਾਈ ਦੇ ਹੇਠ ਭਾਰਤ 'ਤੇ ਹਮਲਾ ਕੀਤਾ, ਜੋ ਕਿ ਰਾਜਾ ਦਾਹਿਰ ਦੇ ਨਾਲ ਹੋਇਆ ਸੀ ਜੀ। ਰਾਜਾ ਦਾਹਿਰ, ਮਹੱਤਵਪੂਰਨ ਲੜਾਈ ਮੰਨੀ ਜਾਂਦੀ ਹੈ ਇਹ, 712 ਈਸਵੀ ਦੇ ਵਿੱਚ ਹੋਈ ਸੀ। ਅਰਬਾਂ ਦਾ ਪਹਿਲਾ ਹਮਲਾ ਵੀ ਮੰਨਿਆ ਜਾਂਦਾ ਹੈ ਜੀ ਇਹ ਮੁਹੰਮਦ ਬਿਨ ਕਾਸਿਮ ਨੇ ਜੋ ਕੀਤਾ ਸੀ ਭਾਰਤ ਦੇ ਵਿੱਚ। ਅਤੇ ਇਹਦੇ ਵਿੱਚ ਇਹਨਾਂ ਨੇ ਜਦੋਂ ਇਹ ਯੁੱਧ ਕਰਕੇ ਭਾਰਤ 'ਤੇ ਕਬਜ਼ਾ ਕਰ ਲਿਆ ਸੀ ਤਾਂ ਜਜ਼ੀਆ ਕਰ ਸ਼ੁਰੂ ਕੀਤਾ ਸੀ ਮੁਹੰਮਦ ਬਿਨ ਕਾਸਿਮ ਨੇ। ਪਹਿਲੀ ਵਾਰ ਜਜ਼ੀਆ ਕਰ ਇਹ ਸ਼ੁਰੂ ਕਰਨ ਵਾਲੇ ਨੇ ਇਨਸਾਨ ਅਰਬ ਨੇਗੇ। ਅਤੇ ਚਚਨਾਮਾ ਨਾਂ ਦੀ ਪੁਸਤਕ ਤੋਂ ਇਹ ਸਾਰੀ ਜਾਣਕਾਰੀ ਮਿਲਦੀ ਹੈ, ਚਚਨਾਮਾ। ਸੋ ਦੋਸਤੋ, ਅਰਬਾਂ ਦੀ ਅਗਵਾਈ, ਅਰਬਾਂ ਨੇ ਕਿਸ ਦੀ ਅਗਵਾਈ 'ਚ ਭਾਰਤ 'ਤੇ ਹਮਲਾ ਕੀਤਾ? ਮੁਹੰਮਦ ਬਿਨ ਕਾਸਿਮ। ਕਿਹਦੇ ਨਾਲ ਹੋਇਆ ਸੀ ਹਮਲਾ? ਇਹ ਯੁੱਧ ਹੋਇਆ ਸੀ ਰਾਜਾ ਦਾਹਿਰ ਦੇ ਨਾਲ। ਕਦੋਂ ਹੋਇਆ ਸੀ? 712 ਈਸਵੀ 'ਚ। ਮੇਨ ਪੁਆਇੰਟ ਕੀ ਸੀਗਾ? ਯੁੱਧ ਤੋਂ ਬਾਅਦ ਜਜ਼ੀਆ ਕਰ ਸ਼ੁਰੂ ਕੀਤਾ ਸੀ। ਪਤਾ ਕਿੱਥੋਂ ਲੱਗਦਾ ਇਹ ਸਾਰਾ ਕੁਛ? ਚੰਚਨਾਮਾ ਨਾਂ ਦੀ ਪੁਸਤਕ ਸੀ। ਇੱਕ ਗੱਲ ਨਾਲ ਹੋਰ ਨੋਟ ਕਰ ਲਓ, ਜਿਹੜਾ ਰਾਜਾ ਦਾਹਿਰ ਹੈ ਉਹਦੀ ਜਿਹੜੀ ਘਰ ਵਾਲੀ ਸੀ ਰਾਣੀ ਬਾਈ, ਉਹਨੇ ਪਹਿਲੀ ਵਾਰ ਮਤਲਬ ਆਪਣੇ ਆਪ ਨੂੰ ਅੱਗ ਦੇ ਵਿੱਚ ਝੋਕ ਲਿਆ ਸੀ। ਇਹਦੇ ਨਾਲ ਰਿਲੇਟ ਕਰਕੇ ਯਾਦ ਰੱਖਿਓ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, ਜੌਹਰ, ਅੱਗ ਦੇ ਵਿੱਚ ਨੂੰ ਝੋਕਣਾ ਨੂੰ ਜੌਹਰ ਦੀ ਪ੍ਰਥਾ ਕਹਿੰਦੇ ਆ, ਜੌਹਰ ਅਪਣਾਇਆ ਸੀ ਉਹਨੇ। 13 ਨੰਬਰ ਪ੍ਰਸ਼ਨ ਦੇਖਦੇ ਹਾਂ ਜੀ ਦੋਸਤੋ, ਮਹਿਮੂਦ ਗਜ਼ਨਵੀ ਦਾ ਭਾਰਤ 'ਤੇ ਸਭ ਤੋਂ ਪ੍ਰਸਿੱਧ ਹਮਲਾ ਕਿਹੜਾ? ਮਹਿਮੂਦ ਗਜ਼ਨਵੀ ਨੇ 17 ਹਮਲੇ ਕੀਤੇ ਸੀ ਭਾਰਤ 'ਤੇ, ਯਾਦ ਰੱਖਿਓ। ਮਹਿਮੂਦ ਗਜ਼ਨਵੀ ਨੇ ਸੋਮਨਾਥ ਦਾ ਹਮਲਾ ਸੀ ਜਿਹੜਾ ਉਹਦਾ ਪ੍ਰਸਿੱਧ ਮੰਨਿਆ ਜਾਂਦਾ ਹੈ, ਜਾਂ ਉਹਦਾ ਸਭ ਤੋਂ ਵੱਡਾ ਹਮਲਾ ਮੰਨਿਆ ਜਾਂਦਾ ਹੈ। ਸੋ 17 ਹਮਲੇ ਕਰਨ ਦੇ ਸਮੇਂ 1025 ਦੇ ਵਿੱਚ ਇਹ ਹਮਲਾ ਕੀਤਾ ਸੀ ਉਹਨੇ ਸੋਮਨਾਥ 'ਤੇ। ਅਤੇ ਕਈ ਵਾਰ ਇੱਦਾਂ ਪ੍ਰਸ਼ਨ ਪੁੱਛ ਲਿਆ ਜਾਂਦਾ ਵੀ ਮਹਿਮੂਦ ਗਜ਼ਨਵੀ ਦਾ ਭਾਰਤ 'ਤੇ ਹਮਲੇ ਕਰਨ ਦਾ ਕਾਰਨ ਕੀ ਸੀ? ਤਾਂ ਉਹਦਾ ਉਹ ਵੀ ਰਾਜ ਸਥਾਪਿਤ ਨਹੀਂ ਕਰਨਾ ਚਾਹੁੰਦਾ ਸੀ, ਉਹ ਸਿਰਫ ਲੁੱਟ ਹੀ ਕਰਨਾ ਚਾਹੁੰਦਾ ਸੀ, ਧਨ ਦੌਲਤ ਹੀ ਲੁੱਟਣਾ ਚਾਹੁੰਦਾ ਸੀ। ਸੋਮਨਾਥ ਦੇ ਮੰਦਿਰ ਨੂੰ ਉਹਨੇ ਲੁੱਟਿਆ ਸੀ, ਬਹੁਤ ਧਨ ਲੁੱਟ ਕੇ ਲੈ ਗਿਆ ਸੀ। 1025 ਦਾ ਸੋਮਨਾਥ ਦਾ ਮਸ਼ਹੂਰ ਹਮਲਾ ਹੈ। 17 ਹਮਲੇ ਉਹਨੇ ਕਰੇ ਸੀ। ਸੋ ਇਹ 15ਵਾਂ ਹਮਲਾ ਸੀ, ਇਹ ਵੀ ਯਾਦ ਰੱਖਣਾ। ਕੁੱਲ 17 ਸੀ, ਇਹ 15ਵਾਂ ਸੀਗਾ। ਇਹ ਵੀ ਪੁੱਛ ਲਿਆ ਜਾਂਦਾ ਵੀ ਸੋਮਨਾਥ 'ਤੇ ਕੀਤਾ ਹੋਇਆ ਹਮਲਾ ਮਹਿਮੂਦ ਗਜ਼ਨਵੀ ਦਾ ਕਿਹੜਾ ਹਮਲਾ ਸੀ? ਇਹ 15ਵਾਂ ਹਮਲਾ ਸੀ। ਅਗਲਾ ਪ੍ਰਸ਼ਨ ਕਰਦੇ ਹਾਂ ਦੋਸਤੋ, 14 ਨੰਬਰ ਪ੍ਰਸ਼ਨ, ਪ੍ਰਿਥਵੀ ਰਾਜ ਰਾਸੋ ਦਾ ਲੇਖ ਕੌਣ ਹੈ ਜੀ? ਇਹ ਹੈ ਚੰਦ ਬਰਦਾਈ। ਪ੍ਰਿਥਵੀ ਰਾਜ ਰਾਸੋ ਦਾ ਇਹ ਦਰਬਾਰੀ ਕਵੀ ਸੀਗਾ ਜੀ, ਚੰਦ ਬਰਦਾਈ। ਰਾਸ਼ਟਰਪਤੀ ਆਪਣਾ ਤਿਆਗ ਪੱਤਰ ਕਿਸ ਨੂੰ ਭੇਜਦਾ ਹੈ ਜੀ? ਵੈਰੀ ਇੰਪੋਰਟੈਂਟ ਪ੍ਰਸ਼ਨ ਨੇ। ਉਪ ਰਾਸ਼ਟਰਪਤੀ ਨੂੰ ਦਿੰਦਾ ਜੀ ਆਪਣਾ ਤਿਆਗ ਪੱਤਰ ਰਾਸ਼ਟਰਪਤੀ। ਜਦੋਂ ਰਾਸ਼ਟਰਪਤੀ ਆਪਣਾ ਤਿਆਗ ਉਪ ਰਾਸ਼ਟਰਪਤੀ ਨੂੰ ਦੇ ਦਿੰਦਾ ਹੈ ਤਾਂ ਰਾਸ਼ਟਰਪਤੀ ਵਾਲੇ ਕੰਮ ਨੇ ਜਿਹੜੇ ਉਹ ਉਪ ਰਾਸ਼ਟਰਪਤੀ ਕਰਦਾ ਹੈ, ਅਤੇ ਉਹਦੀ ਜਿਹੜੀ ਪਾਵਰ ਹੈ ਸਾਰੀ ਉਹ ਰਾਸ਼ਟਰਪਤੀ ਵਾਲੀ ਬਣ ਜਾਂਦੀ ਹੈ। ਜਿਹੜੀ ਉਹਨੂੰ ਤਨਖਾਹ ਮਿਲਦੀ ਆ ਉਹ ਵੀ ਫਿਰ ਰਾਸ਼ਟਰਪਤੀ ਵਾਲੀ ਮਿਲਦੀ ਹੈ। ਅਗਲਾ ਪ੍ਰਸ਼ਨ ਕਰਦੇ ਹਾਂ, 16 ਨੰਬਰ ਪ੍ਰਸ਼ਨ, ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਲਈ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਇਹ। ਇੱਕ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਤੋਂ ਵੀ ਪੁੱਛਿਆ ਸੀਗਾ, 25 ਸਾਲ ਹੋਣੀ ਚਾਹੀਦੀ ਹੈ। ਸੋ ਦੋਸਤੋ, ਇੱਕ ਇਹਦੇ ਵਿੱਚ ਗੱਲ ਰਿਲੇਟ ਹੋਣ ਵਾਲੀ ਇਹ ਆ ਵੀ ਜੇਕਰ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਆਪਾਂ ਲੀਡਰ ਚੁਣ ਰਹੇ ਹਾਂ ਲੋਕ ਸਭਾ ਦਾ, ਜੇ ਤਾਂ ਉਹ ਲੋਕ ਸਭਾ ਵਾਲੇ ਪਾਸੇ MP ਆ ਤਾਂ ਉਮਰ ਚਾਹੀਦੀ ਹੈ 25 ਸਾਲ। ਜੇਕਰ ਉਹਨੂੰ ਆਪਾਂ ਰਾਜ ਸਭਾ ਵਾਲੇ ਪਾਸੇ ਤੋਂ ਲੈਂਦੇ ਹਾਂ ਉਦਾਹਰਨ ਦੇ ਤੌਰ 'ਤੇ, ਜਿਵੇਂ ਮਨਮੋਹਨ ਸਿੰਘ ਨੂੰ ਲਿਆ ਸੀ, ਤਾਂ ਉਮਰ ਚਾਹੀਦੀ ਹੈ 30 ਸਾਲ। ਗੱਲ ਨੂੰ ਸਮਝਿਓ ਜ਼ਰੂਰ। ਲੋਕ ਸਭਾ ਅਤੇ ਰਾਜ ਸਭਾ 2 ਸਦਨ ਹੁੰਦੇ ਨੇ।
ਪ੍ਰਧਾਨ ਮੰਤਰੀ ਦੋਨਾਂ ਸਦਨਾਂ 'ਚੋਂ ਕਿਸੇ ਇੱਕ ਦਾ ਮੈਂਬਰ ਹੋ ਸਕਦਾ ਹੈ। ਜੇਕਰ ਉਹ ਲੋਕ ਸਭਾ ਦੇ ਵਿੱਚੋਂ ਹੈ ਤਾਂ ਘੱਟ ਤੋਂ ਘੱਟ ਉਮਰ 25 ਸਾਲ ਹੋਵੇ। ਜੇ ਉਹ ਰਾਜ ਸਭਾ ਦੇ ਵਿੱਚੋਂ ਲੈਂਦੇ ਆ ਤਾਂ ਉਹਨੂੰ ਤਾਂ ਘੱਟ ਤੋਂ ਘੱਟ ਉਮਰ 30 ਸਾਲ ਹੋਵੇ। ਕਈ ਵਾਰ ਟੇਢੇ ਤਰੀਕੇ ਨਾਲ ਪ੍ਰਸ਼ਨ ਪੁੱਛਿਆ ਜਾਂਦਾ ਹੈ। ਉਦਾਹਰਨ ਦੇ ਤੌਰ 'ਤੇ ਮਨਮੋਹਨ ਸਿੰਘ ਉਹ ਰਾਜ ਸਭਾ ਤੋਂ ਲਿਆ ਗਿਆ ਸੀ, ਉਹਨਾਂ ਨੇ ਲੋਕ ਸਭਾ ਵਾਲੇ ਪਾਸੇ ਚੋਣ ਨਹੀਂ ਲੜੀ ਸੀ, ਸੋ ਉਹਨਾਂ ਦੀ ਉਮਰ ਉਦੋਂ 30 ਸਾਲ ਘੱਟ ਤੋਂ ਘੱਟ ਹੋਣੀ ਚਾਹੀਦੀ ਸੀ। ਸੋ ਸਮਝ ਗਏ ਹੋਵੋਗੇ ਤੁਸੀਂ। ਅਗਲਾ ਪ੍ਰਸ਼ਨ ਦੇਖਦੇ ਹਾਂ। 17 ਨੰਬਰ ਪ੍ਰਸ਼ਨ ਦੋਸਤੋ, ਭਾਰਤ ਦੇ ਕਿਹੜੇ ਰਾਸ਼ਟਰਪਤੀ ਨੇ ਉਪ ਰਾਸ਼ਟਰਪਤੀ ਨੇ ਰਾਸ਼ਟਰਪਤੀ ਦੀ ਚੋਣ ਲੜਨ ਲਈ ਆਪਣੇ ਅਹੁਦੇ ਤੋਂ ਅਸਤੀਫਾ ਦੇ? ਸੋ ਬੀਵੀ ਗਿਰੀ ਇਹ ਮਸ਼ਹੂਰ ਨੇ ਜੀ। ਬੀਵੀ ਗਿਰੀ ਪਹਿਲੇ ਐਕਟਿੰਗ ਪ੍ਰੈਜ਼ੀਡੈਂਟ ਵੀ ਮੰਨੇ ਜਾਂਦੇ ਨੇ। 18 ਨੰਬਰ ਪ੍ਰਸ਼ਨ ਜੀ, ਇੰਡੀਅਨ ਕੌਂਸਲ ਐਕਟ 1881 ਦੁਆਰਾ ਵਾਇਸਰਾਏ ਨੂੰ ਕਿਹੜੀ ਵਿਸ਼ੇਸ਼ ਸ਼ਕਤੀ ਦਿੱਤੀ ਗਈ? ਸੋ ਜੀ 1881 ਦਾ ਇੰਡੀਅਨ ਕੌਂਸਲ ਐਕਟ ਬਣਿਆ ਸੀ, ਉਹਦੇ ਵਿੱਚ ਜਿਹੜਾ ਵਾਇਸਰਾਏ ਸੀ ਉਹਨਾਂ ਸਮਿਆਂ ਦੇ ਵਿੱਚ ਉਹਨੂੰ ਕਿਹੜੀ ਵਿਸ਼ੇਸ਼ ਸ਼ਕਤੀ ਦੇ ਦਿੱਤੀ ਸੀ? ਆਰਡੀਨੈਂਸ ਜਾਰੀ ਕਰਨ ਦੀ ਜੀ। ਭਾਰਤ 'ਚ ਉਸ ਸਮੇਂ ਜਿਹੜੀ ਇੰਗਲੈਂਡ ਵੱਲੋਂ ਬ੍ਰਿਟਿਸ਼ ਸਾਮਰਾਜ ਆਪਣੇ ਜਿਹੜਾ ਕਬਜ਼ਾ ਹੋਇਆ ਸੀ, ਉਹਦੇ ਜਿਹੜੇ ਮੁੱਖ ਅਧਿਕਾਰੀ ਸੀ ਵਾਇਸਰਾਏ ਹੁੰਦਾ ਸੀ। ਉਹਦੇ ਕੋਲੇ ਪਹਿਲਾਂ ਇੰਨਾ ਜ਼ਿਆਦਾ ਸ਼ਕਤੀਆਂ ਨਹੀਂ ਹੁੰਦੀਆਂ ਸੀਗੀਆਂ। 1881 ਦੇ ਐਕਟ ਦੇ ਵਿੱਚ ਉਹਨੂੰ ਇਹ ਸ਼ਕਤੀ ਦਿੱਤੀ ਸੀ ਵੀ ਉਹ ਕਾਨੂੰਨ ਬਣਾ ਸਕਦਾ ਸੀ, ਆਰਡੀਨੈਂਸ ਜਾਰੀ ਕਰ ਸਕਦਾ ਸੀਗਾ। ਅਗਲਾ ਪ੍ਰਸ਼ਨ ਦੇਖਦੇ ਹਾਂ। ਵਾਇਸਰਾਏ ਦੁਆਰਾ ਜਾਰੀ ਕੀਤਾ ਗਿਆ ਆਰਡੀਨੈਂਸ ਕਿੰਨੇ ਸਮੇਂ ਲਈ ਜਾਇਜ਼ ਰਹਿੰਦਾ ਸੀ? ਸੋ ਇਹ 6 ਮਹੀਨਿਆਂ ਲਈ ਜਾਇਜ਼ ਰਹਿੰਦਾ ਸੀ। ਕੁਝ ਸ਼ਰਤਾਂ ਸੀਗੀਆਂ ਇਹਦੇ ਵਿੱਚ। 20 ਨੰਬਰ ਪ੍ਰਸ਼ਨ ਦੇਖਦੇ ਹਾਂ ਜੀ, ਵਾਇਸਰਾਏ ਦੀ ਕਾਰਜਕਾਰੀ ਪ੍ਰੀਸ਼ਦ ਦਾ ਮੈਂਬਰ ਬਣਨ ਵਾਲਾ ਪਹਿਲਾ ਭਾਰਤੀ ਕੌਣ ਸੀ ਜੀ? ਵਾਇਸਰਾਏ ਦੇ ਨਾਲ ਇੱਕ ਪ੍ਰੀਸ਼ਦ ਹੁੰਦੀ ਸੀ ਮੈਂਬਰਾਂ ਦੀ ਕੰਮ ਕਰਨ ਵਾਸਤੇ। ਪਹਿਲਾ ਭਾਰਤੀ ਉਹਦੇ ਵਿੱਚ ਸਤਿੰਦਰ ਪ੍ਰਸਾਦ ਸੈਣਾ ਸੀ ਜਿਹੜਾ ਸ਼ਾਮਲ ਹੋਇਆ ਸੀਗਾ, ਸਤਿੰਦਰ ਪ੍ਰਸਾਦ ਸਿਨਹਾ। 21 ਨੰਬਰ ਪ੍ਰਸ਼ਨ ਦੇਖਦੇ ਹਾਂ, ਕਿਹੜੇ ਕਾਨੂੰਨ ਦੁਆਰਾ ਦੂਰੀ ਸ਼ਾਸਨ ਪ੍ਰਣਾਲੀ ਆਰੰਭ ਕੀਤੀ ਗਈ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। ਇਹ ਕੀਤੀ ਗਈ ਸੀ ਭਾਰਤ ਸਰਕਾਰ ਕਾਨੂੰਨ 1919। ਰੋਲ ਟੈਕਟ ਪਾਸ ਕੀਤਾ ਸੀ ਜੀ। ਦੂਰੀ ਸ਼ਾਸਨ ਪ੍ਰਣਾਲੀ ਸ਼ੁਰੂ ਹੋ ਗਈ ਸੀ। ਰੋਲ ਟੈਕਟ ਦਾ ਬੜਾ ਵਿਰੋਧ ਹੋਇਆ ਸੀਗਾ। ਸੋ ਅਗਲਾ ਪ੍ਰਸ਼ਨ ਦੇਖਦੇ ਹਾਂ। ਸਾਈਮਨ ਕਮਿਸ਼ਨ ਕਦੋਂ ਭਾਰਤ ਆਇਆ? 1928 ਦੇ ਵਿੱਚ ਆਇਆ ਸੀ ਜੀ ਸਾਈਮਨ ਕਮਿਸ਼ਨ। 1927 ਦੇ ਵਿੱਚ ਇਹ ਬਣਿਆ ਸੀ। ਕਈ ਵਾਰ ਪੁੱਛਿਆ ਜਾਂਦਾ ਸਾਈਮਨ ਕਮਿਸ਼ਨ ਦੀ ਸਥਾਪਨਾ ਕਦੋਂ ਹੋਈ, ਕਿਹੜੀ ਸੰਨ 'ਚ ਹੋਈ? 1927 'ਚ ਸਥਾਪਨਾ ਹੋਈ ਸੀ। ਭਾਰਤ 'ਚ ਇਹ 1928 'ਚ ਆਇਆ ਸੀ, ਪਹਿਲੀ ਵਾਰ ਬੰਬੇ 'ਚ ਸ਼ੁਰੂ ਹੋਇਆ, ਉੱਥੇ ਪਹੁੰਚਿਆ। ਤਾਂ ਇਹਦੇ ਕੁੱਲ 7 ਮੈਂਬਰ ਸੀ ਜੀ, ਜਿਹੜੇ ਸਾਰੇ ਹੀ ਯੂਕੇ ਦੇ ਨਾਲ ਸੰਬੰਧਿਤ ਸੀ। ਭਾਰਤੀ ਕੋਈ ਨਹੀਂ ਸੀ ਇਹਨਾਂ ਦੇ ਵਿੱਚ। ਅਗਲਾ ਪ੍ਰਸ਼ਨ ਦੇਖਦੇ ਹਾਂ। ਸਾਈਮਨ ਕਮਿਸ਼ਨ ਦੇ ਕਿੰਨੇ ਮੈਂਬਰ ਸੀ? 7 ਮੈਂਬਰ ਸੀ, ਆਪਾਂ ਕਰ ਲਿਆ ਜੀ ਹੁਣ। 24 ਨੰਬਰ, ਬ੍ਰਿਟਿਸ਼ ਸਰਕਾਰ ਦੁਆਰਾ ਕਿੰਨੀਆਂ ਗੋਲਮੇਜ਼ ਕਾਨਫਰੰਸਾਂ ਦਾ ਆਯੋਜਨ ਕੀਤਾ ਗਿਆ? ਸੋ ਦੋਸਤੋ ਇਹ 3 ਗੋਲਮੇਜ਼ ਕਾਨਫਰੰਸਾਂ ਹੋਈਆਂ ਸੀ ਜੀ 1930-31 ਦੇ ਵਿੱਚ, 1931 'ਚ ਅਤੇ ਇੱਕ 32 'ਚ ਹੋਈ ਸੀ। 3 ਹੋਈਆਂ ਸੀ ਜੀ। ਕਈ ਵਾਰ ਪ੍ਰਸ਼ਨ ਗੋਲਮੇਜ਼ ਕਾਨਫਰੰਸ ਦੇ ਨਾਲ ਇਹ ਪੁੱਛ ਲਿਆ ਜਾਂਦਾ ਵੀ ਕਿਹੜਾ ਭਾਰਤੀ ਇਹੋ ਜਿਹਾ ਆਗੂ ਸੀਗਾ, ਅਜਿਹਾ ਨੇਤਾ ਸੀ ਜਿਹਨੇ 3 ਗੋਲਮੇਜ਼ ਕਾਨਫਰੰਸਾਂ 'ਚ ਭਾਗ ਲਿਆ ਸੀ? ਉਹ ਡਾਕਟਰ ਅੰਬੇਦਕਰ ਸੀਗੇ ਜੀ, ਜਿਨ੍ਹਾਂ ਨੇ 3 ਗੋਲਮੇਜ਼ ਕਾਨਫਰੰਸਾਂ 'ਚ ਭਾਗ ਲਿਆ। ਇਹ ਕਿੱਥੇ ਹੋਈਆਂ ਸੀਗੀਆਂ? ਸੈਂਟ ਜੇਮਜ਼ ਪੈਲਸ ਸੀਗਾ ਲੰਡਨ ਦੇ ਵਿੱਚ, ਉੱਥੇ ਹੋਈਆਂ ਸੀ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ। 25 ਨੰਬਰ ਪ੍ਰਸ਼ਨ, ਕ੍ਰਿਪਸ ਮਿਸ਼ਨ ਕਦੋਂ ਭਾਰਤ ਆਇਆ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ, ਬਹੁਤ ਵਾਰ ਪੁੱਛਿਆ ਗਿਆ। ਕ੍ਰਿਪਸ ਮਿਸ਼ਨ ਹੈ ਜਿਹੜਾ ਭਾਰਤ ਆਇਆ ਸੀ ਜੀ 1942 ਦੇ ਵਿੱਚ। 1942 ਦੇ ਸਮੇਂ 1939 ਤੋਂ ਲੈ ਕੇ 1945 ਤੱਕ ਚੱਲਿਆ ਸੀ ਜੀ ਦੂਜਾ ਵਿਸ਼ਵ ਯੁੱਧ। ਕੁੱਲ ਮਿਲਾ ਕੇ ਆਪਾਂ ਇੱਥੋਂ ਰਿਲੇਟ ਕਰ ਸਕਦੇ ਹਾਂ ਵੀ ਕ੍ਰਿਪਸ ਮਿਸ਼ਨ ਆਇਆ ਸੀ ਜਿਹੜਾ ਉਹ ਯੁੱਧ ਜਦੋਂ ਚੱਲੀ ਜਾਂਦਾ ਸੀ ਉਦੋਂ ਆਇਆ ਸੀ, ਅਤੇ ਉਹਦਾ ਮੁੱਖ ਮਕਸਦ ਇਹੀ ਸੀ ਵੀ ਭਾਰਤੀਆਂ ਨੂੰ ਆਪਣੇ ਨਾਲ ਯੁੱਧ ਦੇ ਵਿੱਚ ਸ਼ਾਮਲ ਕਰਨਾ ਉਹਦਾ ਮੁੱਖ ਮਕਸਦ ਸੀ ਜੀ। ਲਾਲਚ ਦੇ ਕੇ ਲਾ ਲਓ, ਕੋਈ ਕਿਸੇ ਵੀ ਤਰੀਕੇ ਨਾਲ ਉਹਨਾਂ ਨੇ ਯੁੱਧ ਦੇ ਵਿੱਚ ਸ਼ਾਮਲ ਕਰਨਾ ਸੀ ਭਾਰਤੀਆਂ ਨੂੰ। ਇਹਦਾ ਪ੍ਰਧਾਨ ਸੀ ਜਿਹੜਾ ਉਹ ਕ੍ਰਿਪਸ, ਸਟੈਂਡਫਰਡ ਕ੍ਰਿਪਸ ਸੀਗਾ ਜੀ। ਇਸ ਮਿਸ਼ਨ ਦਾ ਜਿਹੜਾ ਪ੍ਰਧਾਨ ਸੀ ਸਟੈਂਡਫਰਡ ਕ੍ਰਿਪਸ ਸੀ, ਤਾਂ ਹੀ ਉਹਨੂੰ ਕ੍ਰਿਪਸ ਮਿਸ਼ਨ ਕਿਹਾ ਜਾਂਦਾ ਹੈ। ਭਾਰਤੀਆਂ ਨੂੰ ਇਹ ਖੁਸ਼ ਕਰਨ ਆਇਆ ਸੀ, ਖੁਸ਼ ਕਰਕੇ ਯੁੱਧ ਦੇ ਵਿੱਚ ਉਹਨਾਂ ਦੀ ਸਹਾਇਤਾ ਲੈਣੀ ਸੀ। ਅਗਲਾ ਪ੍ਰਸ਼ਨ ਦੇਖਦੇ ਹਾਂ। ਕ੍ਰਿਪਸ ਮਿਸ਼ਨ ਦਾ ਮੁਖੀ ਕੌਣ ਸੀ? ਸਟੈਂਡਫਰਡ ਆਪਾਂ ਕਰ ਲਿਆ ਪਹਿਲਾਂ ਹੀ, ਕ੍ਰਿਪਸ ਇਹ ਸੀ ਜੀ। ਅਗਲਾ ਪ੍ਰਸ਼ਨ ਜੀ 27 ਨੰਬਰ, ਕੈਬਨਿਟ ਮਿਸ਼ਨ ਕਦੋਂ ਭਾਰਤ ਵਿੱਚ ਆਇਆ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। ਫਰਵਰੀ 1946 ਦੇ ਵਿੱਚ ਆਇਆ ਕੈਬਨਿਟ ਮਿਸ਼ਨ। ਇਸੇ ਦੇ ਤਹਿਤ ਹੀ ਸੰਵਿਧਾਨ ਸਭਾ ਚੁਣੀ ਗਈ ਸੀ।
ਸੰਵਿਧਾਨ ਬਣਾਉਣ ਦੇ ਲਈ। ਸੋ ਐਟਲੀ ਪ੍ਰਧਾਨ ਮੰਤਰੀ ਹੁੰਦਾ ਸੀ ਜੀ ਉਦੋਂ। ਇਸ ਸਮੇਂ ਐਟਲੀ ਇੰਗਲੈਂਡ ਦਾ ਪ੍ਰਧਾਨ ਮੰਤਰੀ ਸੀ, ਉਹਨੇ ਹੀ ਇਹ ਭੇਜਿਆ ਸੀਗਾ। ਇਹਦੇ ਵਿੱਚ 3 ਮੈਂਬਰ ਆਏ ਸੀ ਜੀ, ਇਹ ਵੈਰੀ ਇੰਪੋਰਟੈਂਟ ਆ। ਉਹ ਕਿਹੜੇ ਕਿਹੜੇ ਨੇ ਆਪਾਂ ਦੇਖਦੇ ਹਾਂ। ਇੱਕ ਤਾਂ ਸਰ ਪੈਂਥਿਕ ਲਾਰੈਂਸ ਸੀ ਜੋ ਪ੍ਰਧਾਨ ਸੀਗਾ, ਸਰ ਪੈਂਥਿਕ ਲਾਰੈਂਸ ਦੇ ਨਾਲ ਜਾਣਿਆ ਜਾਂਦਾ, ਲਾਰੈਂਸ ਇਹ ਪ੍ਰਧਾਨ ਸੀ ਜੀ ਇਹਦਾ। ਇੱਕ ਕ੍ਰਿਪਸ ਸੀਗਾ ਅਤੇ ਇੱਕ ਅਲੈਗਜ਼ੈਂਡਰ ਵੀ ਗਿਣਿਆ ਜਾਂਦਾ। ਸੋ ਇਹਨਾਂ ਨੇ ਸੰਵਿਧਾਨ ਸਭਾ ਬਣਾਉਣ ਦਾ ਜਿਹੜਾ ਪ੍ਰਸਤਾਵ ਪੇਸ਼ ਕਰ ਦਿੱਤਾ ਸੀਗਾ। 399 ਸੀਟਾਂ 'ਤੇ ਵੋਟਿੰਗ ਹੋਈ ਸੀ ਸੰਵਿਧਾਨ ਸਭਾ ਬਣਾਉਣ ਲਈ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, ਸੰਵਿਧਾਨ ਸਭਾ ਦਾ ਗਠਨ ਕਿਸ ਦੇ ਸੁਝਾਅ 'ਤੇ ਕੀਤਾ ਗਿਆ। ਸੋ ਆਪਾਂ ਪਹਿਲਾਂ ਕਰ ਚੁੱਕੇ ਹਾਂ। ਕੈਬਨਿਟ ਮਿਸ਼ਨ 1946 ਦੇ ਵਿੱਚ ਆਇਆ ਜਿਹੜਾ, ਉਹਨਾਂ ਨੇ ਸੁਝਾਅ ਦਿੱਤਾ ਸੀ ਵੀ ਤੁਸੀਂ ਸੰਵਿਧਾਨ ਸਭਾ ਦਾ ਗਠਨ ਕਰੋ, ਸਥਾਪਨਾ ਕਰੋ ਅਤੇ ਸੰਵਿਧਾਨ ਬਣਾਓ ਆਪਣਾ। ਸੋ ਇਹ 1946 ਦੇ ਵਿੱਚ ਸੀ ਜੀ। ਐਟਲੀ ਪ੍ਰਧਾਨ ਮੰਤਰੀ ਸੀ। ਅਗਲਾ ਪ੍ਰਸ਼ਨ ਕਰਦੇ ਹਾਂ, ਸੱਚਿਦਾਨੰਦ ਸਿਨਹਾ ਨੇ ਸੰਵਿਧਾਨ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਿਉਂ ਕੀਤੀ। ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਹੋਈ ਸੀ ਜੀ 9 ਦਸੰਬਰ 1946 ਦੇ ਵਿੱਚ। ਇਹਦੇ ਵਿੱਚ ਪਹਿਲਾ ਪ੍ਰਧਾਨ ਬਣਾਇਆ ਗਿਆ ਸੀ ਜਿਹੜਾ ਸੱਚਿਦਾਨੰਦ ਨੂੰ ਬਣਾਇਆ ਗਿਆ ਸੀ। ਕਿਉਂ ਬਣਾਇਆ ਗਿਆ ਸੀ? ਕਿਉਂਕਿ ਉਹ ਬਜ਼ੁਰਗ ਮੈਂਬਰ ਸੀ ਅਜੇ, ਮੁੱਖ ਰੂਪ 'ਚ ਉਦੋਂ ਕੋਈ ਪ੍ਰਧਾਨ ਨਹੀਂ ਚੁਣਿਆ ਗਿਆ ਸੀ। ਫਿਰ ਅਗਲੀ ਮੀਟਿੰਗ ਹੋਈ 11 ਦਸੰਬਰ 1946 ਨੂੰ, ਜਿਹਦੇ ਵਿੱਚ ਡਾਕਟਰ ਰਜਿੰਦਰ ਪ੍ਰਸਾਦ ਨੂੰ ਪ੍ਰਧਾਨ ਚੁਣਤਾ ਸੀ ਸਥਾਈ ਰੂਪ ਦੇ ਵਿੱਚ। ਅਗਲਾ ਪ੍ਰਸ਼ਨ ਕਰਦੇ ਹਾਂ, 30 ਨੰਬਰ ਪ੍ਰਸ਼ਨ ਜੀ, ਸੰਵਿਧਾਨ ਦੀ ਪਹਿਲੀ ਅਨੁਸੂਚੀ ਵਿੱਚ ਕਿਸ ਸੰਬੰਧੀ ਨਿਯਮ ਹਨ। ਸੋ ਜਿਹੜੀਆਂ ਸੰਵਿਧਾਨ ਦੀਆਂ ਜੀ 12 ਅਨੁਸੂਚੀਆਂ ਨੇਗੀਆਂ, ਉਹਨਾਂ ਦੇ ਪਹਿਲੀ ਹੈ ਜਿਹੜੀ, ਉਹਦੇ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਸੰਬੰਧੀ ਨਿਯਮ ਬਣਾਏ ਗਏ ਨੇ। ਇਹ ਧਿਆਨ 'ਚ ਰੱਖਣਾ ਤੁਸੀਂ ਸਾਰਿਆਂ ਨੇ। ਹਾਂਜੀ ਦੋਸਤੋ, ਇਹ ਸਨ 250 ਵਨ ਲਾਈਨਰ GK ਦੇ ਨਾਲ ਸੰਬੰਧਿਤ ਵੈਰੀ ਇੰਪੋਰਟੈਂਟ ਪ੍ਰਸ਼ਨ, ਜੋ ਕਿ ਤੁਹਾਡੇ ਪੋਸਟਾਂ ਲਈ, ਤੁਹਾਡੇ ਸਿਲੇਬਸ ਦੇ ਅਕੋਰਡਿੰਗ ਤੁਹਾਡੇ ਲਈ ਵੈਰੀ ਇੰਪੋਰਟੈਂਟ ਨੇ। ਸੋ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ, ਅਤੇ ਇਸੇ ਤਰ੍ਹਾਂ ਹੀ ਤੁਹਾਡੇ ਲਈ ਹੋਰ ਵੀਡੀਓਜ਼ ਲੈ ਕੇ ਆਵਾਂਗੇ। ਜੁੜੇ ਰਹੋ ਚੈਨਲ ਦੇ ਨਾਲ, ਸਬਸਕ੍ਰਾਈਬ ਕਰ ਲਿਓ ਚੈਨਲ ਨੂੰ, ਬੈਲ ਆਈਕਨ ਦਬਾ ਲਿਓ। ਸੋ ਦੋਸਤੋ, ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।